हाँ जी, अस्सलाम वालेकुम जी दोस्तों, की हाल है। उम्मीद है सारे दोस्त ठीक होंगे। दोस्तों, काफ़ी दोस्तों ने फरमाइश की सी कि तुसी इत्थों जिहड़ा है ईरान, तुर्की, यूनान, इटली, ठीक है, ऐस मुल्कां दी जिहड़ी तुसी ਜਿਹੜੇ ਲੋਕ ਇਲੀਗਲ ਜਾ ਰਹੇ ਵੇ ਉਹਨਾਂ ਦੀ ਤੁਸੀਂ ਵੀਡੀਓ ਬਣਾਉਂਦੇ ਹੋ ਤੇ ਕੋਈ ਸਾਨੂੰ ਅਮਰੀਕਾ ਦੇ ਬਾਰੇ ਚ ਵੀਡੀਓ ਦੱਸੋ। ਤੇ ਉਹ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਹਾਂ ਤੇ ਸਾਡੀ ਮੇਰੀ ਦੋਸਤਾਂ ਅੱਗੇ ਰਿਕੁਐਸਟ ਹੈ ਕਿ ਮੈਂ ਬੇਸ਼ੱਕ 2 ਮਹੀਨੇ ਬਾਅਦ, ਬੇਸ਼ੱਕ ਜਿੰਨੀ ਦੇਰ ਬਾਅਦ ਮਰਜ਼ੀ ਵੀਡੀਓ ਅਪਲੋਡ ਕਰਾਂ। ਮੈਂ ਵੀਡੀਓ ਉਹ ਅਪਲੋਡ ਕਰਦਾ ਜਿਹੜੀ ਇੱਕ ਹਕੀਕਤ ਰੀਅਲ ਸਟੋਰੀ ਹੈ, ਜਿੰਨੇ ਤੋਂ ਕਿਸੇ ਨਾ ਕਿਸੇ ਨੂੰ हर एक ਨੂੰ सबक हासिल ਹੁੰਦਾ ਵੇ। ਉਹਦੇ 'ਚ ਕੋਈ ਫੇਕ ਨਹੀਂ ਹੈ, ਕੋਈ ਝੂਠ ਨਹੀਂ ਹੈ। ਜੋ ਉਹਦੇ ਨਾਲ ਬੀਤੀ ਸਟੋਰੀ ਹੁੰਦੀ ਹੈ ਅਸੀਂ ਉਹ ਸ਼ੇਅਰ ਕਰੀ ਦੀ ਹੈ। ਅਤੇ ਹੁਣ ਸਾਡੀ ਵੀਡੀਓ ਜਿਹੜੀ ਹੈ ਇਹਨੂੰ ਵੇਖਿਆ ਜਾਏ, ਮੇਰੀਆਂ ਵੀਡੀਓ ਅੱਗੇ ਵੀ ਹੈ, ਮੇਰੀਆਂ ਵੀਡੀਓ ਨੂੰ 1 ਮਿਲੀਅਨ ਦੇ ਨਜ਼ਦੀਕ ਜਿਹੜੀ ਮੇਰੀ ਪਹਿਲੀ ਆਪਣੀ ਸਟੋਰੀ ਹੈ ਉਹਨੂੰ ਜਿਹੜਾ ਨਾ ਵਿਊ ਹੋਇਆ, ਠੀਕ ਹੈ ਨਾ, ਲਾਈਕ ਵੀ ਉਹਨੂੰ ਕਾਫੀ ਹੋਏ। ਲੇਕਿਨ ਗੱਲ ਕਰਨ ਦਾ ਮਕਸਦ ਹੈ ਸਾਡੇ ਜਿਹੜੇ ਲੋਕ ਵੇ ਐਸੇ ਵੇ ਉਹਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕਰਦੇ, ਹਾਲਾਂਕਿ ਇਹ ਫ੍ਰੀ ਵਿੱਚ ਹੈ। ਇਹਦੇ ਤੋਂ ਯਾਨੀ ਕਿ ਕੋਈ ਤੁਹਾਡਾ ਖਰਚਾ ਨਹੀਂ ਹੁੰਦਾ, ਤੁਸੀਂ ਸਿੰਪਲ ਇਹਨੂੰ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਕੇ ਸਾਡੀ ਜਿਹੜੀ ਵੀਡੀਓ ਉਹ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚਦੀ ਰਹੇ, ਠੀਕ ਹੈ। ਕਿਉਂਕਿ ਤੁਸੀਂ ਤੁਹਾਡਾ ਜਿਹੜੀ ਹੌਸਲਾ ਅਫਜ਼ਾਈ ਅਸੀਂ ਜਿਹੜੀ ਵੀਡੀਓ ਕਰੀ ਦੀ ਹੈ, ਮਿਹਨਤ ਨਾਲ ਵੀਡੀਓ ਬਣਾ ਕੇ ਅਪਲੋਡ ਕਰੀ ਦੀ, ਤੁਹਾਡੇ ਤੱਕ ਸ਼ੇਅਰ ਕਰੀ ਦੀ ਹੈ। ਇਹਦਾ ਮਕਸਦ ਹੈ ਕਿ ਤੁਹਾਨੂੰ ਇੱਕ ਅੱਛੀ ਚੀਜ਼, ਅੱਛਾ ਇਲਮ, ਤੁਹਾਡੇ ਇਲਮ 'ਚ ਇਜ਼ਾਫਾ ਹੋਏ। ਜਿਹੜੀ ਸ਼ਾਇਦ ਨਹੀਂ ਪਤਾ ਉਹ ਤੁਹਾਡੇ ਤੱਕ ਅਸੀਂ ਪਹੁੰਚਾਈਏ, ਸ਼ੇਅਰ ਕੀਤੀ ਹੈ। ਲਿਹਾਜ਼ਾ ਤੁਸੀਂ ਸਾਨੂੰ ਇਹਦੇ ਇਵਜ਼ ਸਿਰਫ ਇੰਨਾ ਵੀ ਦੇ ਸਕਦੇ ਹੋ ਕਿ ਸਾਡਾ ਚੈਨਲ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓ ਲਾਈਕ ਕਰੋ, ਇਹ ਵੀ ਵੀਡੀਓ ਲਾਜ਼ਮੀ ਲਾਈਕ ਕਰੋ ਅਤੇ ਸਾਨੂੰ ਕਮੈਂਟ ਵਿੱਚ ਆਪਣਾ ਜਿਹੜੀ ਹੈ ਨਾ ਰਾਏ ਉਹਦਾ ਇਜ਼ਹਾਰ ਕਰੋ। ਅਤੇ ਮੈਂ ਆਪਣਾ ਵਟਸਐਪ ਨੰਬਰ ਵੀ ਵਿੱਚ ਮੈਨਸ਼ਨ ਕਰਦਾ ਵਾਂ। ਕੁਛ ਦੋਸਤ ਉਹ ਬਿਨਾਂ ਸੋਚੇ ਸਮਝੇ ਇਹ ਨਹੀਂ ਵਹਿੰਦੇ ਇੱਥੇ ਦਿਨ ਹੈ ਜਾਂ ਰਾਤ ਦਾ ਟਾਈਮ ਹੈ, ਉਹ ਡਾਇਰੈਕਟ ਕੀ ਕਰਦੇ ਵੇ, ਕਾਲ ਕਰ ਦਿੰਦੇ ਵੇ। ਕਾਲ ਨਾ ਕਰੋ। ਮੈਂ ਜਿਹੜਾ ਕਾਲ ਕਰਦਾ ਅਸੀਂ ਉਹਨੂੰ ਰਿਪਲਾਈ ਨਹੀਂ ਦੇਦਾ, ਕਿਉਂਕਿ ਕੋਈ ਬੰਦਾ ਬਿਜ਼ੀ ਹੁੰਦਾ, ਕਿਸੇ ਟਾਈਮ ਵੀ ਆਪਣਾ ਸ਼ਾਪ 'ਤੇ ਕੰਮ ਕਰ ਰਿਹਾ ਜਾਂ ਵੈਸੇ ਕਿਤੇ ਆਪਣੇ ਕਾਰੋਬਾਰ 'ਚ ਬਿਜ਼ੀ ਹੁੰਦਾ। ਤੁਸੀਂ ਕਿਸੇ ਨੇ ਅਗਰ ਰਾਬਤਾ ਕਰਨਾ ਮੈਨੂੰ ਵਾਇਸ ਮੈਸੇਜ ਕਰੋ, ਟੈਕਸਟ ਮੈਸੇਜ ਕਰੋ, ਠੀਕ ਹੈ। ਮੈਂ ਇਨਸ਼ਾਅੱਲਾ ਫ੍ਰੀ ਹੋ ਕੇ ਰਿਪਲਾਈ ਵਾਪਸ ਦਾਂਗਾ। ਜਿੰਨੇ ਦੋਸਤ ਅੱਗੇ ਵੀ ਹੈ ਮੇਰੇ ਨਾਲ ਰਾਬਤਾ ਕਰਦੇ, ਮੈਂ ਸਾਰਿਆਂ ਨੂੰ ਰਿਪਲਾਈ ਕਰਦਾ ਵਾਪਸ। ਲੇਕਿਨ ਇਹ ਮਿਹਰਬਾਨੀ ਕਰੋ, ਤੁਸੀਂ ਕਾਲ ਨਾ ਕਰੋ ਡਾਇਰੈਕਟ। ਤੁਸੀਂ ਇੱਕ ਵਾਰੀ ਫਸਟ ਟਾਈਮ ਤੁਸੀਂ ਕਿਸੇ ਨੂੰ ਜਾਣਦੇ ਨੇ ਉਹਨੂੰ ਡਾਇਰੈਕਟ ਤੁਸੀਂ ਜਿਹੜਾ ਵਾਇਸ ਮੈਸੇਜ ਭੇਜੋ, ਆਪਣਾ ਤਾਰਫ ਕਰਾਓ। ਉਸ ਤੋਂ ਬਾਅਦ ਤੁਸੀਂ ਅੱਗੇ ਉਹਦੇ ਨਾਲ ਤੁਹਾਡੇ ਅੱਛੇ ਰਿਲੇਸ਼ਨ ਬਣਦੇ ਹੋਏ ਫਿਰ ਤੁਸੀਂ ਉਹਨੂੰ ਕਾਲ ਵੀ ਕਰ ਸਕਦੇ ਹੋ। ਲੇਕਿਨ ਫਸਟ ਟਾਈਮ ਤੁਸੀਂ ਅਨਨੋਨ ਬੰਦੇ ਨੂੰ ਕਾਲ ਨਾ ਕਰੋ। ਅਤੇ ਇਸ ਕਰਕੇ ਤੁਸੀਂ ਜਿੰਨੇ ਭਾਈ ਸੁਣਨ ਵਾਲੇ ਹੋ ਤੁਸੀਂ ਵਟਸਐਪ 'ਤੇ ਵਾਇਸ ਮੈਸੇਜ ਕਰੋ ਜਾਂ ਟੈਕਸਟ ਕਰ ਦਿਓ, ਠੀਕ ਹੈ, ਕਾਲ ਨਾ ਕਰੋ। ਅਤੇ ਮੈਂ ਫਿਰ ਤੁਹਾਨੂੰ ਰਿਪੀਟ ਕਰਦਾ ਹਾਂ, ਮੇਰਾ ਚੈਨਲ ਜਿਹੜਾ ਹੈ ਹੁਣ ਮੇਰੇ ਵੀਡੀਓ ਜਿਹੜੀ ਹੈ ਉਹਨਾਂ ਨੂੰ 1 ਮਿਲੀਅਨ ਵਿਊ ਵੇ, ਲਾਈਕ ਵੀ ਬਹੁਤ ਜ਼ਿਆਦਾ ਹੈ, ਅਤੇ ਸਬਸਕ੍ਰਾਈਬ ਮੇਰੇ ਬਹੁਤ ਕਮ ਹੈ, ਠੀਕ ਹੈ। ਸਾਡੀ ਵੀਡੀਓ ਲੋਕ ਵੇਖਦੇ ਵੇ, ਉਹਨੂੰ ਲਾਈਕ ਵੀ ਕਰਦੇ, ਪਸੰਦ ਵੀ ਕਰਦੇ, ਲੇਕਿਨ ਸਬਸਕ੍ਰਾਈਬ ਨਹੀਂ ਕਰਦੇ। ਪਲੀਜ਼ ਮੇਰੀ ਵੀਡੀਓ ਨੂੰ ਜਿਹੜਾ ਥੱਲੇ ਰੈੱਡ ਕਲਰ ਦਾ ਬਟਨ ਹੈ ਸਬਸਕ੍ਰਾਈਬ ਦਾ, ਇਹਦੇ 'ਤੇ ਸਬਸਕ੍ਰਾਈਬ ਕਰੋ। ਨਾਲ ਨੋਟੀਫਿਕੇਸ਼ਨ ਬੈਲ ਆਈਕਨ ਆਉਂਦਾ, ਉਹਦੇ 'ਤੇ ਆਲ ਨੋਟੀਫਿਕੇਸ਼ਨ ਔਨ ਕਰੋ ਤਾਂ ਕਿ ਅਸੀਂ ਜਿਹੜੀ ਵੀਡੀਓ ਕੋਈ ਅਪਲੋਡ ਕਰੀਏ ਉਹ ਤੁਹਾਡੇ ਤੱਕ ਉਹਦਾ ਨੋਟੀਫਿਕੇਸ਼ਨ ਆਏ। ਅਪਲੋਡ ਕਰਦੇ ਹਾਂ ਸਾਰੇ ਤੁਹਾਡੇ ਤੱਕ ਨੋਟੀਫਿਕੇਸ਼ਨ ਆਏਗਾ, ਉਹ ਵੀਡੀਓ ਮਿਸ ਨਹੀਂ ਹੋਏਗੀ। ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਮਿਸ ਹੋ ਜਾਏਗੀ। ਲਿਹਾਜ਼ਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਨੂੰ ਹੌਸਲਾ ਅਫਜ਼ਾਈ ਦਿਓ। ਇਨਸ਼ਾਅੱਲਾ ਅਸੀਂ ਤੁਸੀਂ ਸਬਸਕ੍ਰਾਈਬ ਕਰੋਗੇ ਸਾਨੂੰ ਖੁਸ਼ੀ ਹੋਏਗੀ, ਸਾਡਾ ਚੈਨਲ ਗਰੋਥ ਕਰੇਗਾ। ਅਸੀਂ ਤੁਹਾਨੂੰ ਫਿਰ ਕੋਸ਼ਿਸ਼ ਕਰਾਂਗੇ ਮਜ਼ੀਦ ਅੱਛੇ ਤੋਂ ਅੱਛੀ ਜੋ ਇਨਫਾਰਮੇਸ਼ਨ ਹੈ, ਲੋਕਾਂ ਨਾਲ ਬੀਤੀ ਸਟੋਰੀ ਹੈ, ਉਹ ਤੁਹਾਡੇ ਤੱਕ ਅਸੀਂ ਪਹੁੰਚਾਈਏ। ਅਤੇ ਸਾਡਾ ਭਾਈ ਹੈ ਹਸਨੈਨ, ਇਹ ਇੱਥੋਂ ਗਏ ਸੀ ਪਾਕਿਸਤਾਨ ਤੋਂ ਅਮਰੀਕਾ ਅਤੇ ਉੱਥੋਂ ਹੁਣ ਵਾਪਸ ਆਏ ਵੇ, ਅਤੇ ਇਹ ਆਪਣੀ ਸਟੋਰੀ ਜਿਹੜੀ ਉਹ ਸ਼ੇਅਰ ਕਰਨਗੇ ਇਹਨਾਂ ਨਾਲ ਕੀ ਬੀਤੀ ਹੈ, ਕਿਸ ਤਰੀਕੇ ਇੱਥੋਂ ਪਾਕਿਸਤਾਨ ਨੂੰ ਗਏ ਵੇ ਅਤੇ ਕਿਹੜੀ ਵਜ੍ਹਾ ਬਣੀ, ਕਿਵੇਂ ਵਾਪਸ ਆਏ। ਅਤੇ ਤੁਹਾਨੂੰ ਸਾਰਾ ਇਸ ਵੀਡੀਓ 'ਚ ਦੱਸਿਆ ਜਾਏਗਾ ਕਿ ਇੱਥੋਂ ਜਿਹੜਾ ਪਾਕਿਸਤਾਨ ਨੂੰ ਅਮਰੀਕਾ ਕਿਸ ਤਰੀਕੇ ਜਾਇਆ ਜਾਂਦਾ ਹੈ ਅਤੇ ਰਸਤੇ 'ਚ ਕੀ ਮੁਸ਼ਕਲਾਂ ਹੁੰਦੀਆਂ ਜਾਂ ਕਿਹੜਾ ਸੇਫ ਤਰੀਕਾ ਕਿਹੜਾ ਹੈ ਅਤੇ ਨੁਕਸਾਨ ਦਾ ਕਿਹੜਾ ਹੈ। ਹਾਂਜੀ ਜੀ ਹਸਨੈਨ ਭਾਈ, ਆ ਸਾਡੇ ਸਬਸਕ੍ਰਾਈਬਰ ਦੇਖ ਰਹੇ ਵੀਡੀਓ YouTube ਚੈਨਲ ਜ਼ਾਹਿਰ ਕੰਪਿਊਟਰ ਮੋਬਾਈਲ 'ਤੇ, ਅਤੇ ਇਹਨਾਂ ਨਾਲ ਆਪਣੀ ਸਟੋਰੀ ਸ਼ੇਅਰ ਕਰੋ ਕਿ ਤੁਸੀਂ ਪਾਕਿਸਤਾਨ ਨੂੰ ਕਿਵੇਂ ਗਏ ਹੋ ਅਤੇ ਵਾਪਸੀ ਕਿਵੇਂ ਆਏ, ਕੀ ਬਣਿਆ ਤੁਹਾਡੇ ਨਾਲ, ਆਪਣੀ ਕੰਪਲੀਟ ਸਟੋਰੀ ਇਹਨਾਂ ਨਾਲ ਸ਼ੇਅਰ ਕਰੋ। अस्सलाम वालेकुम सर सारे भाइयों तो पंजाबी भाइयां इंडियन जिन्ने भी ने सरदार उन्होंने सत श्री अकाल जनाब। जरा मैं इत्थों गया सीगा पाकिस्तान तो मैं गया सीगा थाईलैंड बैंकॉक जनाब। जाके मैं रुकिया सी तकरीबन 1.5 साल रुकिया सा उत्थे, ठीक है। मेरे को वर्क वीज़ा से वर्क परमिट से मेरे को थाईलैंड का उत्थे मेरी कंपनी से अपनी बैंक स्टेटमेंट अपनी बनाई, सब कुछ अपना तैयार किया, डॉकूमेंट्स तैयार किए। उत्थों मैं किया अमेरिका लिए वीज़ा अप्लाई।
ਅਮਰੀਕਾ ਲਈ ਵੀਜ਼ਾ ਮੈਂ ਅਪਲਾਈ ਕੀਤਾ ਅਤੇ ਉਹ ਫਿਰ ਮੈਨੂੰ ਨਾ ਮਿਲਿਆ। ਠੀਕ ਹੈ, ਬਹੁਤ ਕੋਸ਼ਿਸ਼ ਕੀਤੀ। ਫਿਰ ਮੈਂ ਉੱਥੋਂ ਮਲੇਸ਼ੀਆ ਚਲੇ ਗਿਆ ਵੀਜ਼ਾ ਲੈ ਕੇ। ਫਿਰ ਮੈਂ ਲਾਹੌਰ ਚਲੇ ਗਿਆ ਉੱਥੋਂ ਸਹੀ ਬਾਈ ਰੋਡ ਹੀ। ਮੈਂ ਸੋਚਿਆ ਵੀ ਚੱਲ 5-6 ਕੰਟਰੀ ਦਾ ਵਿਜ਼ਿਟ ਕਰਕੇ ਆਉਣਾ ਵਾ, ਉਸ ਤਰ੍ਹਾਂ ਦਾ ਫਿਰ ਮਿਲ ਜੇ ਮੈਨੂੰ, ਨਾਲੇ ਬੈਂਕ ਸਟੇਟਮੈਂਟ ਵੀ ਅੱਛੀ ਬਣ ਜਾਏਗੀ, ਟਰੈਵਲ ਹਿਸਟਰੀ ਵੀ ਬਣ ਜਾਏਗੀ। ਮੈਂ ਟਰੈਵਲ ਹਿਸਟਰੀ ਬਣਾਈ ਅੱਛੀ, ਬੈਂਕ ਸਟੇਟਮੈਂਟ ਅੱਛੀ ਬਣਾਈ। ਠੀਕ ਹੈ, ਉਸ ਤੋਂ ਬਾਅਦ ਮੈਂ ਦੁਬਾਰਾ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ। ਮੈਨੂੰ ਵੀਜ਼ਾ ਉਹਨਾਂ ਨੇ ਫਿਰ ਰਿਜੈਕਟ ਕਰ ਦਿੱਤਾ, ਨਾ ਮਿਲਿਆ। ਮੈਂ ਸੋਚਿਆ ਕਿ ਚਲੋ ਅਮਰੀਕਾ ਦਾ ਕਰੇਜ਼ ਸੀ ਬਹੁਤ ਜ਼ਿਆਦਾ, ਸੋਚਿਆ ਵੀ ਅਮਰੀਕਾ ਹੀ ਜਾਣਾ ਨੇ, ਸਾਰੇ ਲੋਕ ਸੈਟਲ ਹੋ ਰਹੇ ਨੇ ਅਮਰੀਕਾ ਜਾ ਕੇ। ਸੋਚਿਆ ਕਿ ਅਸੀਂ ਵੀ ਚੱਲਦੇ ਹਾਂ ਜਾ ਕੇ, ਚਲੋ ਅਸੀਂ ਵੀ ਸੈਟਲ ਹੁੰਦੇ ਹਾਂ। ਅਤੇ ਮੈਂ ਉੱਥੋਂ ਕਿਸੇ ਬੰਦੇ ਨਾਲ ਗੱਲ ਕੀਤੀ ਏਜੰਟ ਨਾਲ। ਏਜੰਟ ਨੇ ਮੈਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਰ, ਤੂੰ ਇੱਥੋਂ ਬ੍ਰਾਜ਼ੀਲ ਦਾ ਤੇਰਾ ਵੀਜ਼ਾ ਲਗਵਾਉਣਾ ਵਾ ਅਤੇ ਤੂੰ ਬ੍ਰਾਜ਼ੀਲ ਆ ਜਾ, ਅਤੇ ਇੱਥੋਂ ਬਾਈ ਰੋਡ 8-9 ਕੰਟਰੀ ਨੂੰ ਦੱਸ, ਅਤੇ ਤੂੰ ਕ੍ਰਾਸ ਕਰੀ, ਤੂੰ ਅਮਰੀਕਾ ਪਹੁੰਚ ਜਾਏਗਾ ਈਜ਼ੀਲੀ, ਕੋਈ ਤੈਨੂੰ ਕੋਈ ਟੈਨਸ਼ਨ ਕੋਈ ਨਹੀਂ, ਰਾਹ 'ਚ ਆਉਣ ਲੱਗੀ ਜੇ ਉਹ। ਉਹਨੇ ਮੈਨੂੰ ਕਹਾਣੀ ਸੁਣਾਈ ਸਾਰੀ। ਮੈਂ ਉਹਦੀ ਗੱਲ 'ਚ ਆ ਗਿਆ। ਮੈਂ ਕਿਹਾ ਚਲੋ ਠੀਕ, ਕਿਉਂਕਿ ਮੈਨੂੰ ਅਮਰੀਕਾ ਦਾ ਕਰੇਜ਼ ਸੀ, ਇੱਕ ਉੱਥੇ ਜਾਣਾ ਚਾਹੁੰਦਾ ਹਾਂ, ਅਮਰੀਕਾ ਦੇ ਵਿੱਚ ਸੈਟਲ ਹੋਣਾ ਚਾਹੁੰਦਾ ਹਾਂ। ਅਤੇ ਮੈਂ ਉੱਥੇ ਚੱਲ ਗਿਆ। ਮੈਨੂੰ ਫੈਮਿਲੀ ਮੇਰੇ ਨੇ ਡੱਕਿਆ ਵੀ ਕਿ ਤੂੰ ਮਤਲਬ ਕਿ ਨਾ ਜਾ, ਦਫਾ ਕਰ ਪਰਾਂ, ਤੂੰ ਇੱਥੇ ਥੋੜ੍ਹੇ ਬਹੁਤ ਕਮਾਲਾ, ਇੱਥੇ ਰਹਿ ਪੈ। ਮੈਂ ਕਿਹਾ ਕਿ ਨਹੀਂ, ਮੈਂ ਅਮਰੀਕਾ ਹੀ ਜਾਣਾ ਵੇ। ਇੱਕ ਕਰੇਜ਼ ਸੀ ਇੱਕ ਦੇ ਅੰਦਰ ਦੇ ਇਨਸਾਨ ਦੇ, ਜਿਵੇਂ ਹੁੰਦਾ ਮੇਰੇ ਅੰਦਰ ਕਰੇਜ਼ ਸੀ ਬਹੁਤ ਜ਼ਿਆਦਾ। ਮੈਂ ਚੱਲ ਗਿਆ ਉੱਥੇ ਅਮਰੀਕਾ, ਬ੍ਰਾਜ਼ੀਲ ਚੱਲ ਗਿਆ। ਬ੍ਰਾਜ਼ੀਲ ਦਾ ਉਹਨੇ ਮੈਨੂੰ ਵੀਜ਼ਾ ਲਗਵਾ ਕੇ ਦਿੱਤਾ 5 ਸਾਲ ਦਾ ਮਲਟੀਪਲ। ਮੈਂ ਬ੍ਰਾਜ਼ੀਲ ਚੱਲ ਗਿਆ। ਉੱਥੇ ਇੱਕ ਵੀਕ ਮੈਂ ਰੁਕਿਆ ਉਹਦੇ ਕੋਲ ਹੋਟਲ ਦੇ ਵਿੱਚ। ਉੱਥੇ ਇੱਕ ਵੀਕ ਤੋਂ ਰੁਕਣੇ ਤੋਂ ਬਾਅਦ ਮੈਂ ਤੱਕ ਥੋੜ੍ਹੀ ਤਬੀਅਤ ਖਰਾਬ ਹੋ ਗਈ, ਸਹੀ ਹੋਇਆ, ਫਿਰ ਦਵਾਈ ਮੈਡੀਸਨ ਵਗੈਰਾ ਲਈ। ਉੱਥੋਂ ਮੈਂ ਫਿਰ ਇੱਕ ਵੀਕ ਬਾਅਦ ਠੀਕ ਹੋ ਕੇ, ਮੈਂ ਫਿਰ ਨਿਕਲਿਆ ਉੱਥੋਂ ਬਾਈ ਰੋਡ। ਉਹਨੇ ਮੈਨੂੰ ਕੱਢਿਆ ਬ੍ਰਾਜ਼ੀਲ ਤੋਂ। ਮੈਂ ਸਾਓ ਪੋਲੋ ਰੁਕਿਆ ਹਾਂ, ਬ੍ਰਾਜ਼ੀਲ ਦਾ ਇੱਕ ਸ਼ਹਿਰ ਸਾਓ ਪੋਲੋ। ਸਾਓ ਪੋਲੋ ਤੋਂ ਫਿਰ ਉਹਨੇ ਮੈਨੂੰ ਟਿਕਟ ਲੈ ਕੇ ਦਿੱਤੀ ਬਾਏ ਏਅਰ ਰੀਓ ਬ੍ਰਿੰਕੋ ਦੀ, ਜਿਹੜਾ ਕਿ ਪੀਰੂ ਦੇ ਬਾਰਡਰ ਨਾਲ ਪੈਂਦਾ ਵੇ ਜਾ ਕੇ। ਨਿੱਕਾ ਜਿਹਾ ਇੱਕ ਸ਼ਹਿਰ ਹੈ ਬ੍ਰਾਜ਼ੀਲ ਦਾ, ਰੀਓ ਬ੍ਰਿੰਕੋ। ਰੀਓ ਬ੍ਰਿੰਕੋ ਜਾ ਕੇ ਰਾਤ ਉਤਰਿਆ। ਸਾਨੂੰ ਉੱਥੇ ਨਾਲ ਏਅਰਪੋਰਟ 'ਤੇ ਫੜ ਲਿਆ। ਮੇਰੇ ਨਾਲ ਕੋਈ ਬੰਗਾਲੀ ਵੀ ਉਸ ਫਲਾਈਟ ਵਿੱਚ ਕਾਫੀ ਜ਼ਿਆਦਾ ਹਨ, ਕੋਈ ਕੁੜੀਆਂ ਸਨ, ਕੋਈ ਮੁੰਡੇ ਹਨ, ਕੋਈ ਕਿਊਬਾ ਦੇ। ਉਹਨਾਂ ਨੇ ਸਾਰਿਆਂ ਨੂੰ ਫੜ ਲਿਆ ਉੱਥੇ। ਜਿਹੜਾ ਉੱਥੇ ਬ੍ਰਾਜ਼ੀਲ ਜਿਹੜੇ ਰਹਿਣ ਵਾਲੇ ਸਨ ਲੋਕ, ਉਹਨਾਂ ਨੂੰ ਛੱਡ ਦਿੱਤਾ ਉਹਨਾਂ ਨੇ। ਸਾਨੂੰ ਇੱਕ ਰੂਮ 'ਚ ਲੈ ਗਏ, ਉੱਥੇ ਉਹਨਾਂ ਨੇ ਬੰਦ ਕਰ ਦਿੱਤਾ। ਫਿਰ ਸਾਡਾ ਉਹਨਾਂ ਨੇ ਪਾਸਪੋਰਟ ਚੈੱਕ ਕੀਤਾ, ਪਿਕਚਰਾਂ ਵਗੈਰਾ ਲਈਆਂ, ਸਮਾਨ ਦੀਆਂ ਪਿਕਚਰਾਂ ਲਈਆਂ, ਮਤਲਬ ਕਿ ਕਾਫੀ ਉਹਨਾਂ ਨੂੰ ਤੰਗ ਕਰਕੇ ਘੰਟੇ ਕੁ ਬਾਅਦ ਸਾਨੂੰ ਉਹਨਾਂ ਨੇ ਛੱਡ ਦਿੱਤਾ। ਅਤੇ ਉਸ ਤੋਂ ਬਾਅਦ ਅਸੀਂ ਉੱਥੋਂ ਬਾਹਰ ਨਿਕਲੇ ਹਾਂ। ਫਿਰ ਅਸੀਂ ਹੋਟਲ 'ਚ ਰੁਕੇ ਹਾਂ ਇੱਕ ਰਾਤ। ਠੀਕ ਹੈ, ਅਗਲੇ ਦਿਨ ਸੁਬਾਹ ਉੱਠੇ ਹਾਂ ਅਸੀਂ। ਉੱਥੋਂ ਜਿਹੜਾ ਨਾ ਰੀਓ ਬ੍ਰਿੰਕੋ ਤੋਂ ਬਾਰਡਰ ਕ੍ਰਾਸ ਕੀਤਾ ਪੀਰੂ ਦਾ, ਉੱਥੋਂ ਟੈਕਸੀ ਲਈ ਅਸਾਂ। ਅਤੇ ਫਿਰ ਏਜੰਟ ਨਾਲ ਜਿਹੜਾ ਕੰਟੈਕਟ ਹੈ ਉਹ ਖ਼ਤਮ ਹੋ ਗਿਆ, ਉਹਨੇ ਕੰਟੈਕਟ ਨਹੀਂ ਉਸ ਤੋਂ ਬਾਅਦ ਕੀਤਾ। ਅਸੀਂ ਫਿਰ ਆਪਣੇ ਘਰੋਂ ਪੈਸੇ ਮੰਗਵਾਉਂਦੇ ਰਹੇ ਅਤੇ ਅਗਾਂਹ ਜਾਂਦੇ ਰਹੇ। ਜਦੋਂ ਅਸੀਂ, ਕਿਉਂਕਿ ਬਹੁਤ ਸਾਰੀ ਦੁਨੀਆ ਜਾ ਰਹੀ ਸੀ, ਅਸੀਂ ਉਹਨਾਂ ਨੂੰ ਫਾਲੋ ਕਰਦੇ ਰਹੇ, ਅਸੀਂ ਵੀ ਟੁਰੇ ਰਹੇ ਚੁੱਪ ਕਰਕੇ। ਅਸੀਂ ਪੁੱਛੀਏ ਜਿਹਨੂੰ, ਉਹਨੇ ਆਖਿਆ ਮੈਂ ਅਮਰੀਕਾ ਜਾ ਰਿਹਾ, ਜਿਹਨੂੰ ਪੁੱਛੀਏ ਅਮਰੀਕਾ ਜਾ ਰਿਹਾ। ਕਾਲੇ ਵੀ ਸਨ, ਕਿਊਬਾ ਦੇ ਲੋਕ ਸਨ ਬਹੁਤ ਜ਼ਿਆਦਾ, ਇੰਡੀਅਨ ਸਨ, ਬੰਗਾਲੀ ਸਨ, ਕੁੜੀਆਂ ਸਨ ਵਿੱਚ, ਮੁੰਡੇ ਸਨ ਬਹੁਤ ਜ਼ਿਆਦਾ। ਪਾਕਿਸਤਾਨੀ ਵਿੱਚ ਹੈ ਹੀ ਕੋਈ ਨਹੀਂ ਸਨ ਏਡੇ, ਅਤੇ 2-4 ਹੈ ਸਨ ਬਸ। ਅਤੇ ਅਸੀਂ ਉੱਥੋਂ ਜਨਾਬ ਪੀਰੂ ਦਾ ਬਾਰਡਰ ਕ੍ਰਾਸ ਕੀਤਾ। ਸਾਨੂੰ ਹੁਣ ਪੀਰੂ ਵਾਲੇ ਬਾਰਡਰ 'ਤੇ ਫੜਿਆ। ਉੱਥੇ ਉਹਨਾਂ ਸਾਡੇ ਕੋਲ ਪੈਸੇ ਪੂਸੇ ਲੈ ਕੇ ਸਾਨੂੰ ਛੱਡ ਦਿੱਤਾ। 20-25 ਮਿੰਟ ਬਾਅਦ ਅਸੀਂ ਉੱਥੋਂ ਫਿਰ ਟੈਕਸੀ ਲਈ ਅਤੇ ਅਸੀਂ ਟੁਰ ਗਏ ਬੱਸ ਟਰਮੀਨਲ 'ਤੇ, ਪੀਰੂ ਦੇ ਜਿਹੜਾ ਪਹਿਲਾ ਸ਼ਹਿਰ ਹੁੰਦਾ ਵੇ ਇੱਕ। ਉੱਥੋਂ ਅਸੀਂ ਪੋਰਤੋ ਲੀਮਾ ਇਸ ਤਰ੍ਹਾਂ ਕਰਕੇ ਨਾਂ ਉਹਦਾ, ਪੋਰਤੋ ਲੀਮਾ। ਉੱਥੋਂ ਅਸੀਂ ਬੱਸ ਲਈ। ਬੱਸ ਲਾ ਕੇ ਅਸੀਂ ਜਨਾਬ ਉੱਥੇ ਗਏ ਕਿਊਸਕੋ। 24-25 ਘੰਟੇ ਦਾ ਸਫ਼ਰ ਕਰਕੇ ਕਿਊਸਕੋ ਗਏ। ਕਿਊਸਕੋ ਤੋਂ ਫਿਰ ਬੱਸ ਲਈ ਸੀ ਲੀਮਾ ਦੀ। ਲੀਮਾ ਜੀ ਸਟੇਟ ਹੈ ਪੀਰੂ ਦੀ ਨਾ, ਜਿਸ ਤਰ੍ਹਾਂ ਮਤਲਬ ਕਿ ਪਾਕਿਸਤਾਨ ਦੀ ਇਸਲਾਮਾਬਾਦ ਹੈ ਕੈਪੀਟਲ, ਇਸ ਤਰ੍ਹਾਂ ਉਹਦੀ ਮਤਲਬ ਪੀਰੂ ਦੀ ਜਿਹੜੀ ਨਾ ਉਹ ਲੀਮਾ ਹੈ ਕੈਪੀਟਲ। ਉੱਥੇ ਗਏ ਅਸੀਂ। ਉੱਥੇ ਆ ਕੇ ਹੋਟਲ ਲਿਆ ਸੀ, ਰੁਕੇ ਉੱਥੇ ਇੱਕ ਰਾਤ, ਫਰੈਸ਼ ਹੋਏ, ਖਾਣਾ ਵਗੈਰਾ ਖਾਧਾ, ਵਾਲ ਵੂਲ ਕਟਵਾਏ। ਫਿਰ ਅਸੀਂ ਨਿਕਲੇ ਉੱਥੋਂ ਬੱਸ 'ਤੇ। ਫਿਰ ਲੀਮਾ ਤੋਂ ਬੈਠੇ, ਫਿਰ ਅਸੀਂ ਪਹੁੰਚ ਗਏ ਟੁੰਬਸ। ਟੁੰਬਸ ਦੀ ਬੱਸ ਲਈ 24-25 ਘੰਟੇ ਦਾ ਉਹਦਾ ਸਫ਼ਰ ਕੀਤਾ। ਫਿਰ ਟੁੰਬਸ ਪਹੁੰਚੇ। ਟੁੰਬਸ ਨੂੰ ਪੈਂਦਾ ਬਾਰਡਰ ਆਪਣਾ ਇਹਦਾ ਪੀਰੂ ਤੋਂ ਅੱਗੇ ਆਉਂਦਾ ਵੇ ਇਕਵਾਡੋਰ ਦਾ ਬਾਰਡਰ ਪੈਂਦਾ ਵੇ। ਠੀਕ ਹੈ, ਰਾਹ 'ਚ ਇਮੀਗ੍ਰੇਸ਼ਨ ਆਈ। ਉੱਥੇ ਉਹਨਾਂ ਨੇ ਪਾਸਪੋਰਟ ਚੈੱਕ ਕੀਤੇ। ਸਾਨੂੰ ਬੰਦਿਆਂ ਨੇ ਆਖਿਆ ਕਿ ਤੁਸੀਂ ਪਾਸਪੋਰਟ ਦੇ ਵਿੱਚ ਰਹਿਣਾ, ਪੈਸੇ ਰੱਖ ਕੇ $20 ਦਿਓ ਉਹਨਾਂ ਦੇ ਅੱਗੇ, ਉਹ ਪੈਸੇ ਕੱਢ ਲੈਣਗੇ ਡਾਲਰ, ਤੁਹਾਨੂੰ ਛੱਡ ਦੇਣਗੇ ਉਹ। ਅਸੀਂ ਕਿਹਾ ਠੀਕ ਹੈ ਜੀ। ਅਸੀਂ ਉਹਨਾਂ ਦੀ ਗੱਲ ਮੰਨੀ। ਕੁਛ ਮੁੰਡੇ ਉਹਨਾਂ ਨੇ ਛੱਡ ਦਿੱਤੇ ਅਤੇ ਸਾਨੂੰ, ਮੈਂ ਵੀ ਫੜ ਕਰਤਾ। ਹੋਰ ਅਸੀਂ, ਮੇਰੇ ਨਾਲ ਕੁੜੀਆਂ ਹਾਂ, ਕਿਉਂਕਿ ਕਿਊਬਾ ਦੀਆਂ, ਮੁੰਡੇ ਸਨ ਇੰਡੀਆ ਦੇ, ਕੋਈ 2-3 ਮੈਂ ਵੀ ਹਾਂ, ਨਾਲ ਸਰਗੋਜਾ ਦਾ ਇੱਕ ਮੁੰਡਾ ਸੀ। ਅਸੀਂ ਫੜ ਕਰਦੇ ਉੱਥੇ ਜਨਾਬ। ਅਸੀਂ ਸਾਡੇ ਨੂੰ ਉੱਥੇ ਫੜੇ ਗਏ ਅਤੇ ਸਾਡੇ ਕੋਲ ਉਹਨਾਂ ਨੇ ਸਾਨੂੰ 2-3 ਘੰਟੇ ਨਾਲ ਬਿਠਾਈ ਰੱਖਿਆ ਅਤੇ ਸਾਡੇ ਫਿੰਗਰਪ੍ਰਿੰਟ ਕੀਤੇ, ਆਈ ਸਕੈਨ ਕੀਤੀਆਂ। ਸਾਨੂੰ ਉਹਨਾਂ ਨੇ ਕਾਫੀ ਜਲੀਲ ਕੀਤਾ, ਨਾ ਪਾਣੀ ਦੇਣ, ਨਾ ਗੱਲ, ਨਾ ਬਾਤ। ਬੜਾ ਅਸੀਂ ਜਲੀਲ ਹੋਏ 3-4 ਘੰਟੇ। ਅਖੀਰ ਸਾਡੇ ਕੋਲ ਉਹਨਾਂ ਨੇ $50 ਲਏ, ਸਾਨੂੰ ਉਹਨਾਂ ਨੇ ਛੱਡ ਦਿੱਤਾ। ਅਸੀਂ ਜਾ ਕੇ ਇਕਵਾਡੋਰ ਦੇ ਬਾਰਡਰ 'ਤੇ ਗਏ ਅਤੇ ਅੱਗੋਂ ਉੱਥੇ ਨਾ ਇਕਵਾਡੋਰ ਦਾ ਬਾਰਡਰ ਬੜਾ ਈਜ਼ੀ ਸੀ। ਇੱਕ ਮੇਨ ਬਾਜ਼ਾਰ ਸੀ। ਮੇਨ ਬਾਜ਼ਾਰ ਜਿਹੜਾ ਨਾ ਇਸ ਤਰ੍ਹਾਂ ਹੀ ਸੀ ਜਿਵੇਂ
ਕੋਈ ਬਾਜ਼ਾਰ ਹੁੰਦਾ ਬਹੁਤ ਛੋਟਾ ਜਿਹਾ, ਜਿਵੇਂ ਨਾਰਕਲੀ ਬਾਜ਼ਾਰ ਕੋ ਹੁੰਦਾ ਵੇ, ਰਸ਼ ਬਹੁਤ ਜ਼ਿਆਦਾ ਹੁੰਦਾ ਵੇ, ਇਸ ਤਰ੍ਹਾਂ ਬਾਜ਼ਾਰ ਸੀ ਉਹ। ਦੁਨੀਆ ਜਾ ਰਹੀ ਸੀ, ਆ ਰਹੀ ਸੀ, ਸਾਈਡ 'ਤੇ ਪੁਲਿਸ ਵਾਲੇ, ਉੱਧਰ ਵੀ ਕੁੜੀਆਂ ਬੈਠੀਆਂ ਹਨ, ਕੋਈ ਇੱਧਰ ਮੁੰਡੇ 2-3 ਬੈਠੇ ਹਨ ਪੁਲਿਸ ਵਾਲੇ, ਸਿਕਿਉਰਿਟੀ ਹੋਮਲੈਂਡ ਵਾਲੇ, ਬਾਰਡਰ ਵਾਲੇ। ਉਹਨਾਂ ਨੇ ਪੁੱਛੇ, ਉਹ ਕਿਸੇ ਨੂੰ ਪੁੱਛਦੇ ਨਹੀਂ ਸਨ ਪਏ, ਦੁਨੀਆ ਆ ਜਾ ਰਹੀ ਸੀ ਇੱਕ ਦੂਸਰੇ ਦੇ ਮੁਲਕ 'ਚ, ਨਾ ਕੋਈ ਇਮੀਗ੍ਰੇਸ਼ਨ ਕਰਦੇ ਪਏ ਸਨ। ਅਸੀਂ ਵੀ ਚੁੱਪ ਕਰਕੇ ਆਪਣਾ ਮੂੰਹ ਥੱਲੇ ਕਰਕੇ ਅਸੀਂ ਵੀ ਲੰਘ ਲੂੰਗੇ ਦੁਨੀਆ ਦੇ ਵਿੱਚ ਕੁੜੀਆਂ ਮੁੰਡਿਆਂ 'ਚ। ਅਸੀਂ ਲੰਘੇ, ਇੱਕ ਲੋਕਾਂ ਜਾ ਕੇ ਪੁੱਛਿਆ ਵੀ ਇੱਥੇ ਕਿੱਥੇ ਕੋਈ ਬੱਸ ਬੁਸ ਅੱਡਾ। ਸਾਨੂੰ ਉਹਨਾਂ ਨੇ ਦੱਸਿਆ ਕਿ ਫਲਾਣੀ ਜਗ੍ਹਾ 'ਤੇ ਬੱਸ ਟਰਮੀਨਲ ਹੈ ਅਤੇ ਤੁਸੀਂ ਉੱਥੇ ਤੁਰ ਜਾਓ। ਅਸੀਂ ਪੈਦਲ ਹੀ ਉੱਥੇ ਅੱਪੜ ਗਏ ਬੱਸ ਟਰਮੀਨਲ 'ਤੇ। ਉੱਥੋਂ ਅਸੀਂ ਜਨਾਬ ਜਿਹੜੀ ਨਾ ਬੱਸ ਅਸੀਂ ਲਈ ਇਕਵਾਡੋਰ ਦੇ ਆਪਣਾ ਬਾਰਡਰ ਤੋਂ ਬੱਸ ਲਈ। ਅਸੀਂ ਕੁਇਟੋ ਸ਼ਹਿਰ ਹੈ ਇਕਵਾਡੋਰ ਦਾ, ਜਿਵੇਂ ਆਪਣਾ ਉਹਦਾ ਕੈਪੀਟਲ ਹੈ ਇਕਵਾਡੋਰ ਦਾ। ਅਸੀਂ ਉੱਥੇ ਟੁਰ ਗਏ ਅਤੇ ਕੁਇਟੋ ਜਾ ਕੇ ਅਸੀਂ ਦੋਸਤ ਸੀ ਇੱਕ ਸਰਗੋਧੇ ਦੇ ਮੁੰਡੇ, ਉਹਨਾਂ ਨਾਲ ਰਾਬਤਾ ਵਗੈਰਾ ਹੋਇਆ। ਉਹਨਾਂ ਨੇ ਕਿਹਾ ਤੁਸੀਂ ਸਾਡੇ ਕੋਲ ਆ ਜਾਓ। ਉੱਥੇ ਅਸੀਂ ਰੁਕੇ ਜਾ ਕੇ, ਨਾਸ਼ਤਾ ਨੁਸ਼ਤਾ ਸਾਨੂੰ ਸੁਬਾਹ ਅਸੀਂ ਪਹੁੰਚੇ ਉੱਥੇ, ਨਾਸ਼ਤਾ ਕਰਵਾਇਆ ਸਾਨੂੰ ਉਹਨਾਂ ਨੇ, ਨਹਾਤੇ ਨੁੱਤੇ ਸੀ, ਫਰੈਸ਼ ਹੋਏ, ਕੱਪੜੇ ਕੁਪੜੇ ਉੱਥੇ ਆ ਖਰੀਦੇ ਅਸੀਂ ਉੱਥੋਂ ਫਿਰ ਬੱਸ 'ਤੇ ਫਿਰ ਬੈਠੇ। ਅਸੀਂ ਇੱਕ ਇਹਦਾ ਆ ਗਿਆ, ਫਿਰ ਬਾਰਡਰ ਪੈਂਦਾ ਤੁਲਕਾਨ ਕੁਇਟੋ ਦਾ। ਅਸੀਂ ਤੁਲਕਾਨ ਦੀ ਬੱਸ ਲਈ, ਅਸੀਂ ਉੱਥੋਂ ਕੁਇਟੋ ਤੋਂ ਫਿਰ ਤੁਲਕਾਨ ਟੁਰ ਗਏ 5-6 ਘੰਟੇ ਦਾ ਸਫ਼ਰ ਕਰਕੇ। ਜਦੋਂ ਤੁਲਕਾਨ ਪਹੁੰਚੇ ਅਤੇ ਉੱਥੇ ਇੱਕ ਫਿਰ ਅਸੀਂ ਫੜਕ 'ਤੇ, ਫਿਰ ਸਾਡੇ ਕੋਲ ਉਹਨਾਂ ਨੇ ਪੈਸੇ ਪੂਸੇ ਲਈ, ਇਮੀਗ੍ਰੇਸ਼ਨ ਵਾਲਿਆਂ ਨੇ ਛੱਡ ਦਿੱਤਾ। ਅਸੀਂ ਹੈਗਾ ਬਾਰਡਰ 'ਤੇ ਗਏ। ਜਦੋਂ ਬਾਰਡਰ 'ਤੇ ਗਏ ਤਾਂ ਕੋਲੰਬੀਆ ਦਾ ਅਤੇ ਇਕਵਾਡੋਰ ਦੇ ਦਰਮਿਆਨ ਬਾਰਡਰ ਸੀ, ਉੱਥੇ ਵੀ ਰਸ਼ ਕਾਫੀ ਜ਼ਿਆਦਾ ਸੀ ਬਾਰਡਰ 'ਤੇ। ਉੱਥੇ ਲੋਕ ਪੈਦਲ ਆ ਜਾ ਰਹੇ ਸਨ, ਕੋਈ ਲੋਕ ਇਮੀਗ੍ਰੇਸ਼ਨ ਕਰ ਰਹੇ ਸਨ, ਕੋਈ ਬਗੈਰ ਇਮੀਗ੍ਰੇਸ਼ਨ ਤੋਂ ਆ ਜਾ ਰਹੇ ਸਨ ਲੋਕ ਉੱਧਰ ਦੇ। ਅਸੀਂ ਲੰਘਣ ਦੀ ਕੋਸ਼ਿਸ਼ ਕੀਤੀ, ਲੰਘ ਗਏ। ਜਦੋਂ ਗਏ ਅਸੀਂ ਬੱਸ ਟਰਮੀਨਲ 'ਤੇ, ਅਸੀਂ ਉਹਨਾਂ ਕੋਲ ਟਿਕਟਾਂ ਮੰਗੀਆਂ ਅਗਾਂਹ ਜਾਣ ਵਾਸਤੇ। ਉਹਨਾਂ ਨੇ ਆਖਿਆ ਜੀ ਤੁਹਾਡੇ ਪਾਸਪੋਰਟ 'ਤੇ ਸਟੈਂਪਾਂ ਕੋਈ ਨਹੀਂ ਲੱਗੀਆਂ ਸਾਡੇ ਮੁਲਕ ਦੀਆਂ, ਤੁਹਾਨੂੰ ਟਿਕਟਾਂ ਨਹੀਂ ਦੇਣੀਆਂ। ਅਸੀਂ ਫਿਰ ਚੁੱਪ ਕਰਕੇ ਅਸੀਂ ਵਾਪਸ ਪੈਦਲ ਹੀ ਫਿਰ ਬਾਰਡਰ 'ਤੇ ਆ ਗਏ ਸੀ। 3 ਕਿਲੋਮੀਟਰ ਹੈ ਸਫ਼ਰ ਬਾਰਡਰ ਦਾ। ਅਸੀਂ ਫਿਰ ਪੈਦਲ ਹੀ ਬਾਰਡਰ 'ਤੇ ਆ ਗਏ, ਫਿਰ ਕੋਲੰਬੀਆ ਦੇ 'ਤੇ। ਉੱਥੇ ਆ ਕੇ ਅਸੀਂ ਲਾਈਨ 'ਚ ਲੱਗੇ। ਅਸੀਂ ਜਦੋਂ ਲਾਈਨ 'ਚ ਲਾ ਕੇ ਅਤੇ ਅਸੀਂ ਜਦੋਂ ਇਮੀਗ੍ਰੇਸ਼ਨ ਸਾਡੀ ਵਾਰੀ ਆਈ ਕਾਊਂਟਰ 'ਤੇ, ਅਸੀਂ ਆਖਿਆ ਕਿ ਸਾਨੂੰ ਜਿਹੜਾ ਨਾ ਸਿਆਸੀ ਪਨਾਹ ਚਾਹੀਦੀ ਤੁਹਾਡੇ ਮੁਲਕ ਵਿੱਚ, ਸਾਨੂੰ ਦੇਵੋ, ਕੰਟਰੀ ਆਊਟ ਸਾਨੂੰ ਜਾਂ ਦੇ ਦਿਓ। ਉਹਨਾਂ ਨੇ ਕਿਹਾ ਜੀ ਕਿ ਉਹਦੇ ਵਾਸਤੇ ਤੁਹਾਨੂੰ ਬਗੋਟਾ ਜਾਣਾ ਪੈਣਾ ਵੇ, ਕੋਲੰਬੀਆ ਦਾ ਸ਼ਹਿਰ ਇੱਕ ਬਗੋਟਾ। ਅਸੀਂ ਕਿਹਾ ਕਿ ਸਾਨੂੰ ਤਾਂ ਬੱਸ ਦੀ ਟਿਕਟਾਂ ਨਹੀਂ ਦੇਣ ਦਿੱਤੀ, ਬਗੋਟਾ ਕਿਵੇਂ ਜਾਈਏ ਬਹਿ ਕੇ ਉੱਥੇ। ਖੈਰ ਉਹਨਾਂ ਨੇ ਕੋਈ ਨਾ ਦਿੱਤੀ। ਉਹਨਾਂ ਨੇ ਗੱਲਬਾਤਾਂ ਹੋਈਆਂ ਉੱਥੇ ਏਜੰਟ ਫਿਰਦੇ ਹਨ ਇਮੀਗ੍ਰੇਸ਼ਨ ਵਾਲੇ ਵਿੱਚ ਹੀ, ਉਹਨਾਂ ਨਾਲ ਗੱਲਬਾਤ ਹੋਈ। ਉਹਨਾਂ ਨੇ ਜਨਾਬ $250-250 ਲਿਆ ਅਤੇ ਇੱਕ ਪਾਸਪੋਰਟ ਦਾ ਸਟੈਂਪ ਕਰ ਦਿੱਤੀ 90 ਦਿਨ ਦੀ ਇਮੀਗ੍ਰੇਸ਼ਨ ਵਾਲਿਆਂ ਨੇ। ਅਤੇ ਪੈਸਾ ਚੱਲ ਰਿਹਾ ਹਰ ਜਗ੍ਹਾ 'ਤੇ। ਅਤੇ ਨਾਲੇ ਇਹ ਲੋਕ ਡਾਲਰ ਦੇ ਬਹੁਤ ਪਿਆਰੇ ਹੁੰਦੇ ਨੇ, ਡਾਲਰ ਵੈਸੇ ਬਹੁਤ ਤਗੜਾ ਵੇ। ਅਸੀਂ ਜਨਾਬ ਉੱਥੋਂ ਚੁੱਪ ਕਰਕੇ ਅਤੇ ਬੱਸ 'ਤੇ ਬੈਠੇ, ਜਾ ਕੇ ਮੋਹਰਾਂ ਲਵਾਈਆਂ ਉੱਥੋਂ ਇਮੀਗ੍ਰੇਸ਼ਨ ਵਾਲਿਆਂ ਕੋਲੋਂ, ਜਾ ਕੇ ਬੱਸ 'ਤੇ ਗਏ। ਬੱਸ ਦੀ ਟਿਕਟ ਲਈ ਅਸੀਂ ਅਤੇ ਮੈਡੀਗਿਨ ਦੀ, ਇਹਦਾ ਕੋਲੰਬੀਆ ਦਾ ਸ਼ਹਿਰ ਇੱਕ ਮੈਡੀਗਿਨ, ਉਹਨੂੰ ਕਈ ਲੋਕ ਤਾਂ ਮੈਡਲਿਨ ਆਉਂਦੇ ਨੇ, ਕਈ ਜਿਹੜਾ ਅਸਲ ਲਫ਼ਜ਼ ਮੈਡੀਗਿਨ ਹੈ। ਮੈਡੀਗਿਨ ਗਏ ਅਸੀਂ, ਉੱਥੇ ਰਾਤ ਜਾ ਕੇ ਹੋਸਟਲ ਦੇ ਵਿੱਚ ਰੁਕੇ। ਹੋਸਟਲ ਲਿਆ ਇੱਕ ਸਸਤਾ ਜਿਹਾ, ਖਾਣਾ ਵਗੈਰਾ ਖਾਧਾ, ਰਾਤ ਰੁਕੇ। ਅਗਲੇ ਦਿਨ ਸਵੇਰੇ ਪੈਸੇ ਘਰੋਂ ਮੰਗਾਏ ਆਪਣੇ ਵੈਸਟਰਨ ਯੂਨੀਅਨ ਦੇ ਜ਼ਰੀਏ। ਲੋਕਾਂ ਨੇ ਆਪਣਾ ਆਈਡੀਆਂ ਅਤੇ ਕੁਛ ATM ਕਾਰਡ ਸੀ ਕੋਲ, ਕੋਈ ATM ਕਾਰਡ 'ਤੇ ਪੈਸੇ ਮੰਗਾਈਏ। ਅਸੀਂ ਖੱਜਲ ਖਰਾਬ ਹੋ ਕੇ ਜਨਾਬ ਅਸੀਂ ਜਿਹੜਾ ਨਾ ਉੱਥੋਂ ਨਿਕਲੇ। ਅਸੀਂ ਨਿਕਲ ਕੇ ਅਤੇ ਮੈਡੀਗਿਨ ਤੋਂ ਅਤੇ ਮੈਡੀਗਿਨ ਨਿਕਲੇ। ਮੈਡੀਗਿਨ ਦੀ ਅੱਗੋਂ ਬੱਸ ਲਈ ਜਿਹੜਾ ਨਾ ਟੁਰਬੋ ਦੀ। ਅਸੀਂ ਜਨਾਬ ਕਰਦੇ ਕਰਾਂਦੇ ਖੱਜਲ ਖਰਾਬ ਹੁੰਦੇ ਅਸੀਂ ਟੁਰਬੋ ਪਹੁੰਚ ਗਏ ਰਾਤ। ਸਾਰਾ ਦਿਨ ਸਫ਼ਰ ਕੀਤਾ, ਰਾਤ ਦੇ ਕੋਈ 10-11 ਦਾ ਟਾਈਮ ਹੋਣਾ, ਟੁਰਬੋ ਪਹੁੰਚ ਗਏ। ਟੁਰਬੋ ਕਿਤੇ ਸਾਰੇ ਹੀ ਵੇਖੇ ਅਤੇ ਕਾਲੇ ਹੀ ਉੱਥੇ ਕਾਲੇ ਭੱਜੇ ਫਿਰਨ, ਬੜਾ ਡਰ ਲੱਗੇ ਰਾਤ। ਨਾ ਕੋਈ ਅੱਗੇ 'ਚ ਸਮਝ ਆਏ, ਨਾ ਕੋਈ ਪਿੱਛੇ 'ਚ ਸਮਝ ਆਏ। ਕੋਈ ਸਾਨੂੰ ਨਾ ਉੱਥੇ ਕੋਈ ਇੰਡੀਅਨ ਕੋ ਟੱਕਰੇ। ਸਾਨੂੰ ਸੁਣਨ 'ਚ ਆਇਆ ਕਿ ਉੱਥੇ ਇੰਡੀਅਨ ਬਹੁਤ ਹੁੰਦੇ ਨੇ, ਉੱਥੇ ਬੰਗਾਲੀ ਬਹੁਤ ਹੁੰਦੇ ਨੇ। ਕੋਈ ਸਾਨੂੰ ਉੱਥੇ ਜਨਾਬ ਕੋਈ ਬੰਦਾ ਨਾ ਮਿਲੇ। ਅਸੀਂ ਉੱਥੇ ਫਿਰ ਆਪਣੇ ਏਜੰਟ ਨੂੰ ਵੀ ਗਾਲਾਂ ਗੂਲਾਂ ਕੱਢੀਆਂ ਖਲੋ ਕੇ, ਅਤੇ ਅਸੀਂ ਫਿਰ ਕਿੰਨਾ ਚਿਰ ਦਲੀਲ ਹੋ ਆ ਕੇ ਅਤੇ ਅਸੀਂ ਉੱਥੋਂ ਰਾਬਤੇ ਕਰੀਏ ਕਿ ਸਾਡਾ ਕਿਸੇ ਨਾਲ ਰਾਬਤਾ ਵੀ ਕੋਈ ਨਾ ਹੋਵੇ। ਕਿਉਂਕਿ ਦਿਨ ਰਾਤ ਦਾ ਫਰਕ, ਉੱਥੇ ਰਾਤ ਹੁੰਦੀ ਹੈ, ਇੱਥੇ ਦਿਨ ਹੁੰਦਾ ਵੇ। ਇੱਥੇ ਦਿਨ ਹੁੰਦਾ ਤਾਂ ਉੱਥੇ ਰਾਤ ਹੁੰਦੀ ਹੈ। 24 ਘੰਟੇ ਦਾ ਫਰਕ ਟਾਈਮ ਦਾ, ਵੈਸੇ 12 ਘੰਟੇ ਦਾ। ਅਸੀਂ ਜਨਾਬ ਉੱਥੇ ਫਿਰ ਹੋਟਲ ਲਿਆ, ਰਾਤ ਹੋਟਲ 'ਚ ਰੁਕ ਗਏ। ਉਹਨਾਂ ਨੇ ਪਾਸਪੋਰਟ ਮੰਗੇ, ਉਹਨਾਂ ਨੇ ਪਾਸਪੋਰਟ ਦਿੱਤੇ, ਉਹਨਾਂ ਨੇ ਹੋਟਲ ਦਾ ਰੂਮ ਦੇ ਦਿੱਤਾ। ਹੋਟਲ 'ਚ ਰਹੇ ਅਸੀਂ ਰਾਤ। ਗਰਮੀ ਬੜੀ ਸੀ, ਬਾਹਰ ਭੁੱਖ ਲੱਗੀ ਸੀ, ਬਾਹਰ ਨਿਕਲੇ ਡਰਦੇ। ਕੋਈ ਇੱਕ ਹੋਟਲ ਲੈ ਗਏ, ਨਾ ਸਾਨੂੰ ਉਹਨਾਂ ਨੂੰ ਸਮਝ ਆਏ, ਨਾ ਉਹਨਾਂ ਨੂੰ ਸਾਡੀ ਆਏ। ਉਹਨਾਂ ਕੋਲ ਅਸੀਂ ਆਪੀ ਪਲੇਟਾਂ ਫੜ ਕੇ ਆਪੀ ਸਮਾਨ ਅਸੀਂ ਪਾਇਆ ਵਿੱਚ, ਅਸੀਂ ਖਾਣ ਲੱਗ ਪਏ। ਉਹਨਾਂ ਨੂੰ ਪੈਸੇ ਪੁੱਛੇ, ਉਹਨਾਂ ਸਾਨੂੰ ਮੋਬਾਈਲ 'ਤੇ ਲੈ ਕੇ ਆਏ ਵੀ ਇੰਨੇ ਪੈਸੇ। ਅਸੀਂ ਉਹ ਫੜਾਏ, ਅਸੀਂ ਫੜਾ ਕੇ ਚੁੱਪ ਕਰਕੇ ਅਸੀਂ ਰਾਤ ਨੂੰ ਘਰ ਆ ਗਏ ਆਪਣੇ ਹੋਟਲ ਦੇ ਵਿੱਚ। ਹੋਟਲ 'ਤੇ ਅਸੀਂ ਰਾਤ ਸੁੱਤੇ। ਸਵੇਰੇ ਉੱਠ ਪਏ, ਫਿਰ ਅਸੀਂ 6 ਵਜੇ। ਨੀਂਦਰ ਤਾਂ ਆਉਂਦੀ ਕੋਈ ਨਹੀਂ ਟੈਨਸ਼ਨ ਨਾਲ।
ਸਵੇਰੇ ਅਸੀਂ ਲੋਕਾਂ ਨੂੰ ਪੁੱਛੀਏ ਉੱਥੇ ਖਲੋ ਕੇ ਵੀ ਹਾਂ ਵੀ ਅੱਗੋਂ ਕਿੱਧਰ ਨੂੰ ਜਾਣਾ ਵੇ, ਸਾਨੂੰ ਕੋਈ ਜਨਾਬ ਰਾਹ ਨਾ ਦੱਸੇ। ਅਸੀਂ ਖੱਜਲ ਖਰਾਬ ਹੁੰਦੇ ਹਾਂ, ਕੋਈ ਮੈਪ ਓਪਨ ਕੀਤਾ ਇੰਟਰਨੈਟ ਖੋਲ੍ਹ ਕੇ, ਖੱਜਲ ਖਰਾਬ ਹੁੰਦੇ ਹਾਂ ਅਸੀਂ। ਉੱਥੋਂ ਸਾਨੂੰ ਕਿਸੇ ਦੱਸਿਆ ਕਿ ਇੱਥੋਂ ਬਹਿ ਕੇ ਨਾ ਤੁਹਾਨੂੰ ਬੋਟ ਲੈਣੀ ਪੈਣੀ ਟੁਰਬੋ ਤੋਂ ਕਿਸ਼ਤੀ, ਬੋਟ ਲੈ ਕੇ ਤੁਹਾਨੂੰ ਜਾਣਾ ਪੈਣਾ ਕਪੂਰਗਾਨਾ ਜਨਾਬ, ਤੁਹਾਨੂੰ ਜਾਣਾ ਪੈਣਾ। ਅਤੇ ਉੱਥੋਂ ਜਾ ਕੇ ਤੁਸੀਂ ਫਿਰ ਪਨਾਮਾ ਜਾਣਾ ਪੈਣਾ, ਅਤੇ ਪੈਸੇ ਨਾਲ ਬਹੁਤੇ ਨਾਲ ਲੈ ਕੇ ਜਾਇਓ, ਲੋਕ ਖੋਹ ਲੈਂਦੇ ਨੇ। ਅਸੀਂ ਡਰ ਗਏ ਸੀ ਕਿ ਚਲੋ ਠੀਕ ਹੈ। ਅਸੀਂ ਜਦੋਂ ਗਏ ਉੱਥੇ ਤੁਰਬੋ ਗਏ ਆਪਣਾ ਪੋਰਟ ਦੇ ਉੱਤੇ, ਉੱਥੋਂ ਸਾਡੀ ਟਿਕਟਾਂ ਲਈਆਂ $27 ਰੁਪਏ ਦੀਆਂ, ਇੱਕ ਟਿਕਟ ਸਾਨੂੰ ਮਿਲੀ $27 ਦੀ। ਉਹ ਅਸੀਂ ਲਈਆਂ ਟਿਕਟਾਂ। ਅਸੀਂ 2 ਬੰਦੇ ਸਨ ਨਾਲ, 1-2 ਗੋਰੀ ਸੀ ਉੱਥੋਂ ਦੀ, ਸਹੀ ਹੈ। ਉਹਨਾਂ ਨੇ ਉੱਥੇ ਕਪੂਰਗਾਨਾ ਬੀਚ ਵਗੈਰਾ ਨੇ, ਬੜੀ ਖੂਬਸੂਰਤ ਜਗ੍ਹਾ ਵੇ। ਉਹ ਤੁਰਬੋ ਤੋਂ ਕਪੂਰਗਾਨਾ ਦਾ ਸਫ਼ਰ ਹੈ ਬੋਟ ਦਾ, ਵੱਡੀ ਬੋਟ ਦਾ, ਤਕਰੀਬਨ 3 ਘੰਟੇ ਦਾ, 2.5 ਤੋਂ 3 ਘੰਟੇ ਦਾ। ਉਹ ਸਫ਼ਰ ਕੀਤਾ। ਰਾਹ 'ਚ ਬਾਰਿਸ਼ ਆ ਗਈ, ਤੂਫਾਨ ਆ ਗਿਆ, ਡਰ ਗਏ, ਬਿਜਲੀਆਂ ਖੜਕਣ, ਬੜਾ ਕੁਛ ਹੋਵੇ, ਡਰ ਡੁਰ ਗਏ, ਕੱਪੜੇ ਭਿੱਜ ਗਏ, ਬੈਗ ਸਾਰੇ ਭਿੱਜ ਭੁੱਜ ਗਏ, ਬੜੇ ਪਰੇਸ਼ਾਨ। ਖੈਰ ਪਹੁੰਚੇ, ਔਖੇ ਸੌਖੇ ਹੋ ਕੇ ਉਤਰੇ। ਜਿਵੇਂ ਪੋਰਟ 'ਤੇ ਉਤਰੇ, ਉੱਥੇ ਇਮੀਗ੍ਰੇਸ਼ਨ ਵਾਲੇ ਸਨ, ਉਹਨਾਂ ਸਾਨੂੰ ਫੜ ਲਿਆ। ਉਹਨਾਂ ਨੇ ਪਾਸਪੋਰਟ ਚੈੱਕ ਕੀਤੇ, ਪਾਸਪੋਰਟਾਂ 'ਤੇ ਸਟੈਂਪਾਂ ਲੱਗੀਆਂ ਹਨ, ਅੱਗੇ ਇੱਕ ਆਪਣਾ ਇਮੀਗ੍ਰੇਸ਼ਨ ਦੀਆਂ ਪੈਸੇ ਦੇ ਕੇ ਲਵਾਈਆਂ ਸਨ। ਉਹਨਾਂ ਨੇ ਆਖਿਆ ਕਿ ਇਹ ਸਟੈਂਪਾਂ 2 ਨੰਬਰ ਨੇ। ਅਸੀਂ ਆਖਿਆ ਨਹੀਂ, ਤੁਹਾਡੀ ਇਮੀਗ੍ਰੇਸ਼ਨ ਨੇ ਲਾਈਆਂ ਨੇ, ਇਹ ਸਹੀ ਨੇ। ਵਿੱਚੋਂ ਇੱਕ ਦਿਨ ਇੰਗਲਿਸ਼ ਵੀ ਆਉਂਦੀ ਸੀ ਥੋੜ੍ਹੀ ਬਹੁਤੀ। ਉਹਨਾਂ ਨੇ ਆਖਿਆ ਕਿ ਪੈਸੇ ਤੋਂ ਤੁਹਾਨੂੰ ਜਾਂ ਛੱਡਣਾ। ਉੱਥੇ ਉਹਨਾਂ ਨੂੰ ਅਸੀਂ $20 ਦਿੱਤੇ, ਸਾਨੂੰ ਉਹਨਾਂ ਨੇ ਛੱਡ ਦਿੱਤਾ। ਅਸੀਂ ਉੱਥੇ ਖੱਜਲ ਖਰਾਬ ਹੁੰਦੇ ਰਹੇ ਕਿੰਨਾ ਚਿਰ, ਨਾ ਆਉਣ ਦੀ ਕੋਈ ਸਮਝ ਆਇਆ। ਉੱਥੇ ਜਿੱਧਰ ਨੂੰ ਜਾਈਏ ਅੱਗੇ ਸਮੁੰਦਰ ਆਈਏ, ਜਿੱਧਰ ਨੂੰ ਜਾਈਏ ਅੱਗੇ ਸਮੁੰਦਰ। ਇੱਕ ਨਿੱਕਾ ਜਿਹਾ ਮਹੱਲਾ ਸੀ, ਕਸਬਾ ਸੀ ਨਿੱਕਾ ਜਿਹਾ, ਜਜ਼ੀਰਾ ਸੀ ਇੱਕ ਭੈਣ 'ਚ ਸਮੁੰਦਰ ਵਿੱਚ ਬਣਿਆ ਸੀ। ਉਹ ਇੱਧਰ ਨੂੰ ਨਿਕਲੀਏ ਤਾਂ ਸਮੁੰਦਰ ਦੇ, ਪਿੱਛੇ ਨੂੰ ਨਿਕਲੀਏ ਜੰਗਲ ਆ ਜੇ, ਜੇ ਇੱਧਰ ਨੂੰ ਨਿਕਲੀਏ ਤਾਂ ਸਮੁੰਦਰ ਆ ਜੇ। ਭੈਣ 'ਚ ਕੋਈ ਸਮਝ ਨਾ ਆਵੇ। ਉੱਥੇ ਜਿੱਧਰ ਨੂੰ ਜਾਈਏ ਕਲੱਬ ਬਣੇ, ਉੱਥੇ ਲੋਕ ਸ਼ਰਾਬਾਂ ਪੀਣ, ਗੋਰੇ ਭੈਣ 'ਚ ਸ਼ਰਾਬਾਂ ਪੀਣ ਦੇ, ਉੱਥੇ ਬਹਿ ਕੇ ਬੜੇ ਪਰੇਸ਼ਾਨ ਅਤੇ ਬੜੇ ਸੀ। ਕੋਈ ਸਮਝ ਨਾ ਆਵੇ, ਨਾ ਖਾਣਾ ਮਿਲੇ ਸੋ ਸਵਾਦ ਦਾ ਖਾਣ ਵਾਸਤੇ। ਸਾਨੂੰ ਇੱਕ ਮਾਈ ਟੱਕਰੀ ਉੱਥੇ। ਅਸੀਂ ਇੱਕ ਮਾਈ ਨਾਲ ਆਪਣਾ ਦੁੱਖ ਸੁੱਖ ਸ਼ੇਅਰ ਕੀਤਾ, ਉਹਨੂੰ ਇੰਗਲਿਸ਼ ਆਉਂਦੀ ਸੀ। ਉਹ ਸਾਨੂੰ ਆਪਣੇ ਘਰ ਲੈ ਗਈ। ਉਹਨੇ ਆਖਿਆ ਕਿ ਮੇਰੇ ਮੁੰਡੇ ਕੰਮ ਕਰਦੇ ਨੇ, ਉਹ ਤੁਹਾਨੂੰ ਭਰਾਵਾਂ ਪਹੁੰਚਾਉਣਗੇ ਜੰਗਲ ਦੇ ਵਿੱਚ ਆਪਣੀ ਕਿਸ਼ਤੀ ਵਿੱਚ। ਉਹਨੇ ਸਾਡੇ ਕੋਲ ਮੰਗਿਆ $400। ਪਹਿਲਾਂ ਉਹਨੇ 500 ਮੰਗਿਆ, ਫਿਰ 400 'ਤੇ ਆ ਗਿਆ। ਉਹਦਾ ਮੁੰਡਾ, ਉਹਦਾ ਨਾਂ ਸੀ ਨਿਕੋਲਾ, ਉਸ ਮੁੰਡੇ ਦਾ ਨਾਂ। ਉਹ ਨਿਕੋਲਾ ਵਾਲਾ ਨਾ, ਉਹ ਜਿਹੜਾ ਚੰਗਾ ਨਹੀਂ ਸੀ, ਬਹੁਤ ਬੁਰਾ ਇਨਸਾਨ ਸੀ। ਉਹ ਕਿਸੇ ਦਾ ਰਹਿਮ ਨਹੀਂ ਸੀ ਕਰਦਾ। ਅਤੇ ਉਹਨੇ ਨਾ ਕਿਹਾ ਕਿ ਤੁਹਾਨੂੰ ਮੈਂ ਲੈ ਜਾਂਦਾ ਵਾ, ਅਤੇ ਤੁਸੀਂ ਨਾ ਮੈਨੂੰ $400 ਦੇਵੋ। ਅਸੀਂ ਆਖਿਆ ਸਾਡੇ ਕੋਲ ਤਾਂ ਪੈਸੇ ਕੋਈ ਨਹੀਂ ਆਇਆ ਇੰਨੇ। ਫਿਰ ਜਨਾਬ ਉੱਥੇ ਸੀ ਜਿਹੜੇ ਕੋਲ ਪੈਸੇ ਆਏ ਹਨ, ਜਿਹੜੇ ਸਾਨੂੰ ਕਿਸੇ ਨੇ ਆਖਿਆ ਕਿ ਪੈਸੇ ਦਾ ਬਹੁਤ ਲੈ ਕੇ ਜਾਓ। ਅਸੀਂ ਇਸ ਹਿਸਾਬ ਨਾਲ ਨਿਕਲ ਗਏ ਸਾਂ, ਪੈਸੇ ਥੋੜ੍ਹੇ ਜਿਹੇ ਲੈ ਕੇ ਨਾਲ, ਕੋਈ 50-50, $60-60। ਉੱਥੇ ਜਾ ਕੇ ਅਸੀਂ ਫਿਰ ਉੱਥੇ ਨਾ ਕੋਈ ਜਨਾਬ ਕੋਈ ਵੈਸਟਰਨ ਯੂਨੀਅਨ ਸੀ, ਨਾ ਕੋਈ ਉੱਥੇ ਬੈਂਕ ਸੀ, ਨਾ ਕੋਈ ATM ਕਾਰਡ ਸੀ, ਨਾ ਕੋਈ ਗੱਲ, ਨਾ ਕੋਈ ਬਾਤ। ਉੱਥੇ ਤੇ ਬਿਜਲੀ ਵੀ ਕੋਈ ਨਹੀਂ ਸੀ ਆਇਆ ਉਹ ਜਜ਼ੀਰੇ ਦੇ ਵਿੱਚ। ਲੋਕ ਇੰਝ ਉੱਥੇ ਰਹਿਣ ਦੇ ਸਨ, ਆਹ ਸੋਲਰ ਪਲੇਟਾਂ ਉੱਤੇ ਲੋਕ ਰਹਿਣ ਦੇ ਸਨ। ਉੱਥੇ ਜਨਰੇਟਰ ਰੱਖੇ ਹਨ ਲੋਕਾਂ ਨੇ, ਰਾਤ ਨੂੰ ਡਿਸਕੋ ਵਿੱਚ ਉਹ ਵੀ ਚੱਲਦੇ ਹਨ, ਜਨਰੇਟਰ ਦੀ ਚਰਚਾ ਚੱਲਦੀ ਸੀ। ਅਸੀਂ ਉੱਥੇ ਜਨਾਬ ਰਹੇ, ਅਤੇ ਜਾ ਕੇ ਅਤੇ ਅਸੀਂ ਫਿਰ ਸਾਨੂੰ ਉਹਨਾਂ ਨੇ ਖਾਣਾ ਦਿੱਤਾ, ਖਵਾਇਆ ਮਾਈ ਨੇ ਬਣਾ ਕੇ, ਚਾਵਲ ਚੂਵਲ ਦਿੱਤੇ ਸਾਨੂੰ ਬਣਾ ਕੇ, ਉਹਨਾਂ ਨੇ ਨਾਲ ਚਿਕਨ ਵਗੈਰਾ ਮੀਟ ਦਿੱਤਾ। ਅਸੀਂ ਉਹ ਖਾਧਾ, ਖਾ ਕੇ ਅੱਲਾ ਦਾ ਸ਼ੁਕਰ ਅਦਾ ਕੀਤਾ। ਅਸੀਂ ਬੜੇ ਖੁਸ਼। ਉਹ ਜਿਹੜਾ ਨਿਕੋਲਾ ਵੇ, ਉਹ ਨਿਕੋਲਾ ਘੜੀ ਮੁੜੀ ਆਵੇ ਅਤੇ ਪੈਸੇ ਮੰਗੇ, ਪੈਸੇ ਦੇਵੋ। ਘੜੀ ਮੁੜੀ ਆਵੇ, ਕਦੀ ਆਪਣੇ ਭਰਾ ਨੂੰ ਘੱਲ, ਕਦੀ ਆਪਣੀ ਭੈਣ ਨੂੰ ਘੱਲ ਕੇ ਪੈਸੇ ਲੈ ਕੇ ਆਓ ਇਹਨਾਂ ਕੋਲ। ਅਸੀਂ ਜਿਹੜੇ ਕੋਲ ਆਏ ਹਨ $60 ਉਹਨਾਂ ਨੂੰ 50-50 ਦੇ ਦਿੱਤੇ। ਅਸੀਂ ਬਾਕੀ 10 ਜੇਬ 'ਚ ਰੱਖ ਲਏ ਵੀ ਚਲੋ ਕੁਛ ਤਾਂ ਇਹਨਾਂ ਦਾ ਮੂੰਹ ਬੰਦ ਹੋਵੇ। ਉਹ ਦੇਤੇ ਸੀ, ਅਤੇ ਅਸੀਂ ਤਾਂ ਬਿਲਕੁਲ ਭੁੱਖੇ ਹੋ ਗਏ। ਫਿਰ ਪਿੱਛਾ ਉੱਥੇ ਕੋਈ ਇੰਟਰਨੈਟ ਵੀ ਕੋਈ ਨਾ ਚੱਲੇ। ਫਿਰ ਲੋਕਾਂ ਦੇ ਮੋਬਾਇਲ ਲੱਭ ਲੁੱਭ ਕੇ ਅਸੀਂ ਰਾਬਤਾ ਕੀਤਾ ਘਰ ਪਿੱਛਾ ਆਪਣੇ ਘਰ। ਫਿਰ ਸਾਨੂੰ ਮਾਂ ਪਿਓ ਨੇ ਕਿਸੇ ਦੀਆਂ ਆਈਡੀਆਂ ਦੇ ਪੈਸੇ ਪੂਸੇ ਪਾਏ। ਸਾਨੂੰ ਉੱਥੋਂ ਜਿਹੜਾ ਬੰਦਾ ਸਾਨੂੰ ਜਿਹੜੇ ਬੰਦੇ ਦੀ ਆਈਡੀ 'ਚ ਘੱਲੇ ਵਿੱਚ $100 ਉਹਨੇ ਰੱਖਿਆ। ਬਾਕੀ ਸਾਨੂੰ ਉਹ ਪੈਸੇ ਦੇ ਗਿਆ $500 ਉੱਥੇ ਆ ਕੇ। $100 ਉਹ ਖਾ ਗਿਆ ਵਿੱਚੋਂ। ਉਹਦੀ ਮਿਹਰਬਾਨੀ 'ਚੋਂ ਸਾਨੂੰ 500 ਵੀ ਦੇ ਗਿਆ। ਅਸੀਂ ਤਾਂ ਸ਼ੁਕਰੀਆ ਅਦਾ ਨਹੀਂ ਕਰ ਸਕਦੇ ਸਾਰੀ ਜ਼ਿੰਦਗੀ। ਅਸੀਂ ਉੱਥੋਂ ਗਏ, ਅਸੀਂ ਉਹਨੂੰ ਆਪਣਾ ਪੈਸੇ ਦੇ ਦਿੱਤੇ ਜਨਾਬ। ਦੇ ਕੇ ਸਾਨੂੰ ਆਂਦਾ ਕਿ ਅੱਜ ਰਾਤ ਨਿਕਲਣਾ ਵੇ। ਅਸੀਂ ਕਿਹਾ ਚਲੋ ਠੀਕ ਹੈ। ਰਾਤ ਨੂੰ ਜਦੋਂ 7 ਵਜੇ ਅਸੀਂ ਏਡੇ ਵੱਡੇ ਜਨਾਬ ਬੂਟ ਲੈ ਲਏ, ਇੱਥੋਂ ਤੱਕ ਸ਼ਰਟਾਂ ਲੈ ਲਈਆਂ, ਟਰੋਜ਼ਰ ਸਾਨੂੰ ਲੈ ਦਿੱਤੇ ਉਹਨਾਂ ਨੇ, ਆਪਣਾ ਛਤਰੀਆਂ ਲੈ ਦਿੱਤੀਆਂ, ਲਾਈਟਾਂ ਅਤੇ ਤਲਵਾਰਾਂ ਅਤੇ ਸੋਟੇ ਅਤੇ ਖਾਣ ਪੀਣ ਦਾ ਸਮਾਨ, ਰਾਸ਼ਨ ਪਾਣੀ ਪੂਰਾ ਬੈਗ ਭਰ ਲਿਆ। ਰੈੱਡ ਬੁੱਲਾਂ ਅਤੇ ਇਹ ਅਤੇ ਉਹ ਐਨਰਜੀ ਡਰਿੰਕਾਂ, ਬਿਸਕੁਟ, ਕੇਕ, ਸੁੱਕੇ ਦੁੱਧ ਦੇ ਪੈਕਟ, ਜਿਹੜੇ ਪਾਊਡਰ ਹੁੰਦਾ ਪਾਊਡਰ ਮਿਲਕ, ਨਾਲ ਚੀਨੀ ਦੇ ਸ਼ੂਗਰ ਦੇ ਪੈਕਟ, ਨਾਲ ਖਾਲੀ ਬੋਤਲਾਂ, ਕੋਈ ਪਾਣੀ ਦੇ ਪੈਕਟ ਲੈ ਲਏ, ਥੈਲੀਆਂ ਐਡੀਆਂ। ਵਜ਼ਨ ਕਾਫੀ ਜ਼ਿਆਦਾ ਕੋਲ ਹੋ ਗਿਆ। ਕੱਪੜੇ ਆਇਆ ਕੋਈ ਨਹੀਂ ਕੋਲ ਐਡੇ, ਇੱਕ ਦੋ ਸ਼ਰਟਾਂ ਨੇ, ਇੱਕ ਦੋ ਟਰੋਜ਼ਰ ਸੀ। ਨਿਕਲ ਗਏ ਅਸੀਂ।
ਰਾਤ ਨੂੰ 7 ਵਜੇ ਤੇ ਸਾਨੂੰ ਉਹਨੇ ਆਖਿਆ ਜੀ ਭੱਜੋ ਭੱਜੋ, ਬਸ ਉਹ ਬੋਰਡ 'ਚ ਸਾਨੂੰ ਉਹਨੇ ਹੋਟਲ 'ਚ ਪਹੁੰਚਾਇਆ, ਆਪਣੇ ਘਰੋਂ ਹੋਟਲ ਉਹਨਾਂ ਨੇ ਘਰ ਵਿੱਚ ਬਣਾਇਆ ਸੀ ਉਤਲੀ ਮੰਜ਼ਿਲ 'ਤੇ। ਹੋਰ ਵੀ ਕੁੜੀਆਂ ਹਨ, ਕੋਈ ਮੁੰਡੇ ਹਨ ਕਿਊਬਾ ਦੇ, ਇੰਡੀਅਨ 2 ਮੁੰਡੇ ਹਨ ਬਸ ਸਾਡੇ ਨਾਲ, ਅਸੀਂ 2 ਹੀ ਪਾਕਿਸਤਾਨੀ ਸਾਂ 3। ਅਸੀਂ ਉੱਥੇ ਜਨਾਬ ਬੋਟ ਪੈ ਗਈ, ਬੋਟ ਸੀ 12-13 ਬੰਦਿਆਂ ਦੀ, ਉਹਨਾਂ ਦੇ ਵਿੱਚ ਵਾਰਲੇ 18-19 ਬੰਦੇ। ਉਹ ਪੈਰ ਆਵੇ ਤੇ ਪਾਣੀ ਵਿੱਚ ਵੜੇ। ਅਸੀਂ ਰਾਤ 3-4 ਦਿਨ ਦਾ ਸਫ਼ਰ ਸੀ, ਅਸੀਂ ਜਨਾਬ ਬੁੱਕਾਂ ਨਾਲ ਪਾਣੀ ਬਾਹਰ ਕੱਢੀਏ, ਨਾਲ ਅਸੀਂ ਗਾਲਾਂ ਕੱਢੀਏ ਉੱਚੀ ਉੱਚੀ, ਅੱਲਾ ਨੂੰ ਵੀ ਯਾਦ ਕਰੀਏ, ਪਾ ਚੜਿਆ ਸਾਨੂੰ। ਅਸੀਂ ਜਨਾਬ ਬੜੇ ਔਖੇ ਨਾਲ ਉੱਥੇ ਪਹੁੰਚੇ ਪਨਾਮਾ। ਜਦੋਂ ਪਨਾਮਾ ਅਤੇ ਕੋਲੰਬੀਆ ਦੇ ਜਦੋਂ ਬਾਰਡਰ ਦੇ ਦਰਮਿਆਨ ਗਏ ਅਸੀਂ ਰਾਤ, 1.5 ਘੰਟੇ ਦਾ ਸਫ਼ਰ ਕਰਕੇ, ਅਤੇ ਇੱਕ ਵੇਖਿਆ ਤੇ ਇੱਕ ਦੂਰੋਂ ਚੰਗੀ ਵੱਡੀ ਬੋਟ ਆਵੇ। ਸਾਨੂੰ ਇਹ ਕੋਈ ਸ਼ਿਪ ਸ਼ੁਪ ਆਉਂਦੇ ਆ, ਕੋਈ ਸਮਾਨ ਸਮੂਨ ਵਾਲਾ ਜਾਂ ਪਤਾ ਨਹੀਂ ਕੀ ਹੈ। ਉਹ ਜਦੋਂ ਉਹਨਾਂ ਨੇ ਸਾਡੇ 'ਤੇ ਲਾਈਟਾਂ ਮਾਰੀਆਂ, ਜਦੋਂ ਉਹਨਾਂ ਨੇ ਲਾਈਟਾਂ ਮਾਰੀਆਂ ਤੇ ਅਸੀਂ ਆਖਿਆ ਵੀ ਚਲੋ ਘੋਰੇ ਸਮਾਨ ਵਾਲੇ ਨੇ ਕੋਈ ਬੋਟ ਆ ਰਹੀ, ਕੋਈ ਸਮਾਨ ਸਮੂਨ ਦੀ, ਇੱਕ ਪੋਰਟ ਚਲੋ ਕੋਈ ਸਮਾਨ ਆ ਰਿਹਾ ਹੋਣਾ ਇੱਥੇ ਲੋਕਾਂ ਦਾ। ਅਸੀਂ ਡਰ ਗਏ, ਡਰੇ ਵੀ ਤਾਂ ਨਾ ਵੀ ਡਰੇ। ਉਹ ਮਿੰਟ 5 ਕੁ ਲੰਘੇ ਤੇ ਫਾਇਰ ਹੋਣ ਲੱਗ ਪਏ। ਉਹ ਸਾਰੇ ਕੋਈ ਇੱਕ ਦੂਸਰੇ ਜਾਂ ਕੋਈ ਲੱਤਾਂ ਨੂੰ ਕੋਈ ਸਿਰ ਦਵੇ, ਕੋਈ ਬੈਗ ਉੱਤੇ ਰੱਖ ਲਏ, ਕੋਈ ਮਤਲਬ ਜਿਵੇਂ ਕਿਸੇ ਨੂੰ ਕੋਈ ਜਿੱਥੇ ਜੇ ਲੁਕਿਆ ਗਿਆ, ਕੋਈ ਲੁਕਿਆ, ਕੋਈ ਸੀਟਾਂ ਥੱਲੇ ਵੜ ਗਿਆ, ਉਹ ਥੱਲੇ ਬਹਿ ਗਿਆ, ਇੱਕ ਦੂਸਰੇ ਉੱਤੇ ਸਾਰੇ ਚੜ੍ਹ ਚੁੜ ਗਏ, ਚੀਕਾਂ ਪੈਣ ਲੱਗ ਪਈਆਂ। ਉਹ ਸੀ ਪਨਾਮਾ ਵਾਲੇ ਮਿਲਟਰੀ ਵਾਲੇ ਸਨ, ਫੌਜ ਵਾਲੇ, ਉਹ ਸਾਨੂੰ ਪੈ ਗਏ ਸਨ। ਅਸੀਂ ਉੱਥੇ ਜਨਾਬ ਘੁਮਾਇਆ ਸਪੀਡ ਨਾਲ, ਸਾਡੀ ਬੋਟ ਵਾਲੇ ਨੇ ਬੋਟ ਘੁਮਾਈ ਪਿਛਾਂ, ਬਹੁਤ ਤੇਜ਼ ਸੀ ਸਾਡਾ ਜਿਹੜਾ ਸਾਡਾ ਆਪਣਾ ਬੋਟ ਚਲਾ ਰਿਹਾ ਸੀ, ਡਰਾਈਵਰ ਸੀ ਬੋਟ ਦਾ, ਬਹੁਤ ਤੇਜ਼ ਬੰਦਾ ਸੀ। ਉਹਨੇ ਬੋਟ ਘੁਮਾਈ ਪਿਛਾਂ ਸਪੀਡ ਨਾਲ, ਉਹਨੇ ਭਜਾ ਰੱਖੀ। ਉਹਨੇ ਕਿਨਾਰੇ ਤੋਂ ਹਲੇ ਨਾ ਕੋਈ 20 ਕੁ ਫੁੱਟ ਦੂਰ ਸਾਂ, 20-25 ਫੁੱਟ, ਅਤੇ ਉਹਨੇ ਆਖਿਆ ਵੀ ਛਾਲਾ ਮਾਰੋ। ਉਹਨਾਂ ਨੂੰ ਸਪੈਨਿਸ਼ 'ਚ ਆਖਿਆ ਬਾਮੋਸ, ਵੀ ਭੱਜੋ ਛਾਲਾ ਮਾਰੋ ਇੱਥੇ ਚਲੋ। ਅਤੇ ਜਨਾਬ ਅਸੀਂ ਛਾਲਾਂ ਮਾਰ ਦਿੱਤੀਆਂ, ਛਾਲਾਂ ਤਾਂ ਮਾਰੀਆਂ ਵੀ ਚੱਲ ਕਿਨਾਰੇ ਲੱਗ ਗਏ, ਕਿਹੜਾ ਪਾਣੀ ਹੋਣਾ ਐਡਾ। ਉਹ ਛਾਲਾਂ ਮਾਰੀਆਂ ਥੱਲੇ ਲੰਘ ਗਏ ਸੀ ਪਾਣੀ ਵਿੱਚ ਹੀ, ਕੋਈ ਹਿਸਾਬ ਕਿਤਾਬ। ਲੋਕਾਂ ਦੇ ਬੈਗ ਵੀ ਪਾਣੀ ਡਿੱਗ ਡੁੱਗ ਪਏ ਸਮੁੰਦਰ ਦੇ ਵਿੱਚ, ਕਿਸੇ ਦੀ ਕੋਈ ਸ਼ੈ ਨਾ ਲੱਭੀ, ਮੋਬਾਇਲ ਵੀ ਗਵਾਚ ਗਏ, ਕੋਈ ਸ਼ੈ ਨਾ ਲਾਰੀ ਕੋਲ। ਖੈਰ ਬੜੇ ਤੰਗ ਹੋਏ ਅਸੀਂ, ਕੋਈ ਲਹਿਰ ਆਈ, ਅੱਲਾ ਨੇ ਕੋਈ ਲਹਿਰ ਪਿੱਛੇ ਚੰਗੀ ਤਗੜੀ ਭੇਜੀ ਸਾਨੂੰ, ਜਨਾਬ ਲਹਿਰ ਨੇ ਕੱਢ ਕੇ ਸਾਨੂੰ ਬਾਹਰ ਸੁੱਟਿਆ। ਜਦੋਂ ਬਾਹਰ ਡਿੱਗੇ ਹਲੇ ਉੱਠਣ ਹੀ ਦੇ ਸਕੇ, 15-20 ਫੌਜੀ ਆ ਗਏ, ਬੰਦੂਕਾਂ ਸਿੱਧੀਆਂ, ਡਰ ਗਏ, ਲਲਕਰੇ ਵੱਜਣ ਲੱਗ ਪਏ, ਫੌਜੀ ਮਾਰਨ ਲੱਗ ਪਏ ਆਵਾਜ਼ਾਂ, ਕਮ ਔਨ ਕਮ ਔਨ ਕਮ ਔਨ। ਜਿਹੜੀਆਂ ਕੁੜੀਆਂ ਹਨ, ਕੋਈ ਮੁੰਡੇ ਹਨ, ਕੋਈ ਸਾਰੇ ਭੱਜ ਭੁੱਜ ਪਏ। ਨਾਲ ਦੇ ਜੰਗਲ ਸੀ, ਜੰਗਲ 'ਚ ਵੜ ਵੁੜ ਕੇ, ਕੋਈ ਦਰਖਤ 'ਤੇ ਚੜ੍ਹ ਗਿਆ, ਕੋਈ ਦਰਖਤ ਦੇ ਉਹਲੇ ਲੁਕ ਗਿਆ। ਡਰ ਗਏ ਉਹਨਾਂ ਨੂੰ, ਇਹ ਸਾਨੂੰ ਇਹ ਵੀ ਸਾਨੂੰ ਉਹਨਾਂ ਨੇ ਮਾਰ ਦੇਣਾ ਨੇ। ਪਰ ਉਹ ਤਾਂ ਵੈਸੇ ਸਾਨੂੰ ਲੈਣ ਆਏ ਸਨ, ਕੋਈ ਕੋਲੰਬੀਆ, ਉਹ ਕੋਲੰਬੀਆ ਦੀ ਫੌਜ ਸੀ। ਅਸੀਂ ਖੈਰ ਨਾਲ ਲਾਟਾਂ ਲੂਟਾਂ ਮਾਰ ਕੇ ਸਾਨੂੰ ਫੜ ਲਿਆ ਸਾਰਿਆਂ ਨੂੰ। ਅਸੀਂ ਸਾਰੇ ਡਰੇ, ਸਾਹ ਸੁੱਕੇ ਵੀ ਅੱਜ ਸਾਨੂੰ ਇਹਨਾਂ ਨੇ ਸ਼ੂਟ ਕਰ ਦੇਣਾ ਰਾਤ। ਅਸੀਂ ਉੱਥੋਂ ਰੱਬ ਦਾ ਨਾਂ ਲਿਆ, ਲੈ ਕੇ ਤੇ ਅਸੀਂ ਜਨਾਬ ਉਹਨਾਂ ਨੇ ਪਿੱਛੇ ਪਿੱਛੇ ਨਾਲ ਟੁਰ ਪਏ, ਅੱਗੇ ਲੱਗ ਕੇ, ਕੋਈ ਅੱਗੇ ਕੋਈ ਪਿੱਛੇ ਫੌਜ ਵਾਲਿਆਂ ਦੇ। ਸਾਨੂੰ ਇੱਕ ਚੌਕੀ 'ਚ ਲੈ ਗਏ ਆਪਣੀ, ਜੋ ਰਾਤ ਸਾਨੂੰ ਉਹਨਾਂ ਨੇ ਉੱਥੇ ਸਵਾਦ ਅੰਦਰ ਬੰਦ ਕਰਕੇ ਰੂਮ ਦੇ ਵਿੱਚ, ਨਾ ਕੋਈ ਪੱਖਾ ਨਾ ਗੱਲ ਨਾ ਬਾਤ, ਗਰਮੀ ਵੀ ਬੜੀ। ਰਾਤ ਬੈਠੇ ਬੁੱਠੇ ਰਹੇ, ਵਿੱਚ ਕੋਈ ਅੱਧੇ ਮੁੰਡੇ ਆ ਗਏ ਸਨ, ਅੱਧੇ ਹਲੇ ਜੰਗਲ 'ਚ ਸਨ, ਉਹ ਲੱਭੇ ਨਹੀਂ ਸਨ ਉਹਨਾਂ ਨੂੰ, ਉਹ ਲੁਕ ਗਏ ਸਨ ਕਿਤੇ, ਲੰਮੇ ਨਿਕਲ ਗਏ ਸਨ ਅਗਾਂਹ ਜੰਗਲ ਦੇ ਵਿੱਚ। ਉਹਨਾਂ 'ਚ ਇੱਕ ਮੁੰਡਾ ਸਰਗੋਧੇ ਦਾ ਸੀ, ਇੱਕ ਮੁੰਡਾ ਲਾਹੌਰ ਦਾ ਸੀ, ਨਾਲ ਕਿਊਬਾ ਦੇ 2 ਮੁੰਡੇ, ਇੱਕ ਕੁੜੀ ਸੀ ਕਿਊਬਾ ਦੀ, ਨਾਲ ਕੋਈ ਇੱਕ ਮੁੰਡਾ ਇੰਡੀਅਨ ਸੀ ਹਰਿਆਣੇ ਦਾ। ਅਸੀਂ ਜਨਾਬ ਉੱਥੋਂ ਸਾਰੇ ਭਰਾ ਜਿਹੜੇ ਨਾਲ ਰਲ ਕੇ ਅਸੀਂ ਚੌਕੀ 'ਚ ਗਈ। ਅੱਗੋਂ ਦਿਨ ਚੜ੍ਹਿਆ, ਉਹ ਫਿਰ ਫੌਜ ਵਾਲਿਆਂ ਨੇ ਪੁੱਛਿਆ ਵੀ ਤੁਸੀਂ ਕਿੰਨੇ ਬੰਦੇ ਹੋ? ਅਸੀਂ ਦੱਸਿਆ ਵੀ ਅਸੀਂ 19 ਬੰਦੇ ਸਾਂ। ਉਹਨਾਂ ਨੇ ਆਖਿਆ ਕਿ ਵਿੱਚ 6-7 ਬੰਦੇ ਮਿਸ ਨੇ, ਇਹਨਾਂ ਨੂੰ ਲੱਭੋ। ਉਹ ਫਿਰ ਜੰਗਲ 'ਚ ਚਲੇ ਗਏ, ਉਹਨਾਂ ਨੇ ਬੰਦੇ ਲੱਭ ਕੇ ਲੈਣ ਦੇ, ਅੱਗੋਂ ਦਿਨੇ 8-9 ਵਜੇ ਬੰਦੇ ਲੈ ਕੇ ਆ ਗਏ। ਉਹ ਜਦੋਂ ਅਸੀਂ ਇੱਕ ਦੂਸਰੇ ਨੂੰ ਵੇਖਿਆ, ਅਸੀਂ ਖੁਸ਼ ਹੋ ਗਏ ਵੀ ਚਲੋ ਇਕੱਠੇ ਤੇ ਹੋ ਗਏ ਨਾ। ਸਾਨੂੰ ਉਹਨਾਂ ਨੇ ਸੁਰੱਖਿਅਤ ਰੱਖਿਆ। ਮੈਨੂੰ ਉਹਨਾਂ ਨੇ ਕਿਹਾ, ਅਸੀਂ ਜਿਹੜੇ ਪਾਕਿਸਤਾਨੀ ਸਨ 3, ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਵਾਂਟਡ ਹੋ ਇੰਡੀਆ ਦੇ। ਬਾਕੀ ਉਹਨਾਂ ਨੇ ਛੱਡ ਦਿੱਤਾ, ਪੈਸੇ ਲੈ ਕੇ, ਕਿਸੇ ਕੋਲ $5 ਲਏ, ਕਿਸੇ ਕੋਲ $10 ਲਏ, ਉਹਨਾਂ ਨੇ ਲੈ ਕੇ ਜਨਾਬ ਛੱਡ ਦਿੱਤਾ। ਅਸੀਂ ਬੜੇ ਜ਼ਲੀਲ ਹੋਏ, ਸਾਨੂੰ ਆਖਣ ਤੁਸੀਂ ਵਾਂਟਡ ਹੋ। ਅਸੀਂ ਆਖਿਆ ਵੀ ਲੈ ਵੀ ਅਸੀਂ ਤਾਂ ਕਦੀ ਪਾਕਿਸਤਾਨ 'ਚੋਂ ਕਦੀ ਬਾਹਰ ਨਹੀਂ ਨਿਕਲੇ, ਨਾ ਕਦੀ ਲੜਾਈ, ਨਾ ਚੰਗੀ ਨਾ ਮਾੜੀ ਕਦੀ ਕਿਸੇ ਨਾਲ। ਸਾਡੇ ਸਾਹ ਸੁੱਕੇ ਵੀ ਇਹਨਾਂ ਨੂੰ ਪਤਾ ਨਹੀਂ ਕਿਹਨੂੰ ਦੇ ਦੇਣਾ ਸਾਨੂੰ। ਅਤੇ ਫਿਰ ਪਤਾ ਲੱਗਾ ਜੀ ਅਸੀਂ ਇੰਡੀਆ ਦੇ ਵਾਂਟਡ ਹਾਂ। ਅਸੀਂ ਆਖਿਆ ਵੀ ਜੇ ਇਹਨਾਂ ਇੰਡੀਆ ਨੂੰ ਦੇ ਦਿੱਤਾ, ਸਾਨੂੰ ਤਾਂ ਉਹਨਾਂ ਨੇ ਜਾਨੂ ਮਾਰ ਦੇਣਾ ਵੇ। ਅਸੀਂ ਡਰੇ ਬੜੇ, ਸਾਡੇ ਸਾਹ ਸੁੱਕੇ ਸਾਰਿਆਂ ਦੇ। ਅਤੇ ਉਹਨਾਂ ਨੇ ਆਖਿਆ ਜੀ ਤੁਹਾਡੇ ਫਿੰਗਰਪ੍ਰਿੰਟ ਹੋਣਗੇ, ਫਿੰਗਰਪ੍ਰਿੰਟ ਹੋ ਕੇ ਤੁਹਾਡੇ ਇੰਡੀਆ ਨੂੰ ਭੇਜੇ ਜਾਣਗੇ, ਜਦੋਂ ਅਸੀਂ ਵਾਂਟਡ ਹੋਏ ਫਿਰ ਤੁਹਾਨੂੰ ਉਹਨਾਂ ਨੂੰ ਦਿੱਤਾ ਜਾਏਗਾ। ਅਸੀਂ ਜਨਾਬ ਰੋਏ ਬਹਿ ਕੇ ਅੱਲਾ ਨੂੰ ਯਾਦ ਕਰੀਏ,
ਬੜਾ ਕੁਛ ਮਤਲਬ ਕਿ ਦਿਲ ਦੇ ਵਿੱਚ ਬੜੀ ਬੜੀ ਦਲੀਲ ਆਵੇ ਕਿ ਕੀ ਬਣੇਗਾ ਹੁਣ, ਪਤਾ ਨਹੀਂ ਵਾਪਸ ਜਿੰਨਾ ਘਰ ਜਾਣਾ ਵੀ ਹੈ ਕਿ ਨਹੀਂ। ਅਮਰੀਕਾ ਦਾ ਤਾਂ ਭੁੱਲ ਹੀ ਗਿਆ ਨਾ ਕਿ ਅਮਰੀਕਾ ਵੀ ਜਾਣਾ ਹੁਣ ਅਸੀਂ। ਅਮਰੀਕਾ ਦਾ ਦਿਨ ਤੋਂ ਖਿਆਲ ਹੀ ਨਿਕਲ ਗਿਆ ਸੀ ਦਿਮਾਗ ਵਿੱਚੋਂ। ਅਸੀਂ ਉੱਥੋਂ 2 ਘੰਟੇ ਲੱਗੇ ਤੇ ਇੱਕ ਮੁੰਡਾ ਆਇਆ ਖੂਬਸੂਰਤ ਜਿਹਾ, ਉਹਨੇ ਬੈਗ ਮੋਢੇ ਤੇ ਪਾਇਆ, ਨਿੱਕਰ ਸ਼ਰਟ ਉਹਨੇ ਪਾਈ, ਕੈਪ ਉਹਨੇ ਪਾਈ, ਬਲੈਕ ਚਸ਼ਮਾ ਲਗਾਇਆ ਉਹਨੇ, ਗਲਾਸਿਸ। ਆ ਗਏ ਉਹ ਆ ਕੇ ਤੇ ਉਹਨੇ ਆਪਣੀ ਜ਼ੁਬਾਨ ਤੋਂ ਸਾਨੂੰ ਸਲਾਮ ਲਈ, ਉਹਨੇ ਬੋਂਦੀਸ ਕਿਹਾ ਸਪੈਨਿਸ਼ 'ਚ। ਬਹਿ ਗਿਆ ਉਹ ਸਾਡੇ ਕੋਲ ਟੇਬਲ 'ਤੇ। ਉਹਨੇ ਆਪਣਾ ਕੰਪਿਊਟਰ ਵਗੈਰਾ ਕੱਢ ਲਿਆ, ਲੈਪਟੋਪ, ਕੋਈ ਆਈ ਸਕੈਨਰ ਕੱਢ ਲਿਆ, ਕੋਈ ਫਿੰਗਰ ਸਕੈਨ ਕੱਢ ਲਿਆ, ਉਹਨੇ ਸਾਰਾ ਕੁਛ ਸਮਾਨ ਆਪਣਾ ਕੱਢ ਕੇ ਉਹਨੂੰ ਸੈਟਲਮੈਂਟ ਕਰ ਲਿਆ, ਚਲਾ ਲਿਆ ਉਹਨੇ। ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਮੇਰੇ ਲਏ, ਫਿਰ ਉਹਨਾਂ ਦੇ ਇੱਕ ਮੁੰਡਾ ਫਰਕੋਦੇ ਦਾ ਸੀ ਉਹਦੇ ਲਏ, ਫਿਰ ਇੱਕ ਮੁੰਡਾ ਲਾਹੌਰ ਦਾ ਸੀ ਕਾਸ਼ਫ, ਉਹਦੇ ਲਏ ਉਹਨਾਂ ਨੇ। ਲੈ ਕੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਈਮੇਲ ਕਰ ਰਹੇ ਹਾਂ ਅਤੇ ਇਹਦਾ ਜਵਾਬ 1-2 ਘੰਟੇ ਤੱਕ ਆ ਜਾਣਾ ਅਤੇ ਫਿਰ ਤੁਹਾਨੂੰ ਦੱਸਾਂਗੇ ਤੁਸੀਂ ਛੁੱਟਣਾ ਕਿ ਤੁਹਾਨੂੰ ਵਾਪਸ ਭੇਜਣਾ ਇੰਡੀਆ ਲੈਣ ਦੇਣਾ ਹੈ। ਅਸੀਂ ਕਿਹਾ ਕਿ ਚਲੋ ਠੀਕ ਹੈ, ਕੋਈ ਕੋ ਰਹਿਮ ਕਰਿਓ ਸਾਡੇ 'ਤੇ। ਅਸੀਂ ਉਹਨਾਂ ਨੂੰ ਸਮਝਾਇਆ ਕੋਈ ਥੋੜ੍ਹੀ ਬਹੁਤ ਉਸ ਮੁੰਡੇ ਨੂੰ ਇੰਗਲਿਸ਼ ਵੀ ਆਉਂਦੀ ਸੀ। ਉਹਨੇ ਸਾਨੂੰ ਕਿਹਾ ਕਿ ਤੁਹਾਨੂੰ ਘੰਟੇ ਦੇਰ ਤੱਕ ਦੱਸਦੇ ਹਾਂ। ਅਸੀਂ ਵੇਟ ਕਰਦੇ ਰਹੇ, ਘੰਟਾ ਲੰਘ, 2 ਲੰਘ, ਸ਼ਾਮ ਪੈ ਗਈ, ਰਾਤ ਪੈ ਗਈ। ਸਭ ਭੁੱਖੇ ਹੀ, ਤਾਂ ਕੋਈ ਸਾਨੂੰ ਖਾਣ ਨੂੰ ਸ਼ਾਇਦ ਦੇਣ। ਇੱਕ ਉਹਨਾਂ ਦਾ ਕੋਈ ਅਫਸਰ ਆਇਆ, ਉਹ ਸਾਨੂੰ ਮਿਲਿਆ, ਉਹਨੇ ਆ ਸਾਨੂੰ ਆਖਿਆ ਵੀ ਹਾਂ ਕੁਛ ਸ਼ਾਇਦ ਖਾਧੀ, ਜਿਸ 'ਚ ਸਾਨੂੰ ਕੋਈ ਸ਼ਾਇਦ ਨਹੀਂ ਦਿੱਤੀ ਇਹਨਾਂ ਨੇ। ਉਹਨੇ ਫਿਰ ਸਪੈਨਿਸ਼ 'ਚ ਉਹਨਾਂ ਨੂੰ ਕਿਤੇ ਗਾਲਾਂ ਗੂਲਾਂ ਕੱਢੀਆਂ, ਗੁੱਸੇ ਗੱਸੇ ਹੋਇਆ ਬਾਬਾ ਸਾਰਾ, ਲਲਕਰੇ ਉਹਨੇ ਮਾਰੇ ਚੰਗੇ ਉੱਚੀ 'ਚ ਖਲੋ ਕੇ ਚੌਂਕੀ 'ਚ। ਸਾਨੂੰ ਫਿਰ ਉਹਨਾਂ ਨੇ ਉਬਲੇ ਚੌਲ ਦਿੱਤੇ ਅਤੇ ਨਾਲ ਸਾਨੂੰ ਆਖਣ ਇੰਝ ਖਾ ਲਓ। ਅਸੀਂ ਸਾਨੂੰ ਥੋੜ੍ਹੀ ਚੀਨੀ ਦੇ ਦਿਓ। ਇਹ ਚੌਲਾਂ 'ਤੇ ਚੀਨੀ ਪਾ ਕੇ ਅਸੀਂ ਉਹ ਚੌਲ ਖਾਧੇ, ਗੁਜ਼ਾਰਾ ਕੀਤਾ, ਕੋਈ ਪਾਣੀ ਸ਼ਾਣੀ ਪੀਤਾ, ਤੋਂ ਰਾਤੀ ਕੇ ਸੀ। ਫਿਰ ਅਗਲਾ ਦਿਨ ਰਾਤ ਪੈ ਗਈ, ਦਿਨ ਚੜ੍ਹ ਗਿਆ, ਰਾਤ ਸਾਰੀ ਜਾਗਦਾ ਲੰਘ ਗਈ ਟੈਨਸ਼ਨ ਦੇ ਵਿੱਚ, ਨੀਂਦ ਪੈਂਦੀ ਕੋਈ ਨਹੀਂ ਸੀ। ਦਿਨ ਚੜ੍ਹਿਆ ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਸਕਦੇ ਹੋ, ਤੁਸੀਂ ਨਹੀਂ ਆ ਵਾਂਟਡ। ਸਾਡੇ ਕੋਲ ਸਾਹ 'ਚ ਸਾਹ ਆਇਆ, ਅਸੀਂ ਬੜੇ ਖੁਸ਼। ਅਸੀਂ ਰੱਬ ਦਾ ਸ਼ੁਕਰਦਾਰ ਕਰੀਏ ਕਿ ਵੀ ਰੱਬਾ ਤੂੰ ਹੀ ਹੈ, ਸਾਨੂੰ ਬਚਾ ਲਿਆ ਇਹਨਾਂ ਲੋਕਾਂ ਕੋਲੋਂ। ਅਸੀਂ ਉੱਥੋਂ ਬੜੇ ਜਿਹੜੇ ਨਾ ਮੁਸ਼ਕਿਲਾਤਾਂ ਦੇ ਨਾਲ ਜਨਾਬ ਅਸੀਂ ਨਿਕਲੇ। ਉੱਥੋਂ ਨਿਕਲ ਕੇ ਤੇ ਅਸੀਂ ਫਿਰ ਵਾਪਸ ਕਪੂਰਥਲਾ ਆ ਗਏ, ਬੋਰਡ 'ਤੇ ਬਹਿ ਗਏ ਉਸ ਚੌਕੀ 'ਚੋਂ। ਉੱਥੋਂ ਵੈਸੇ ਅੱਧੇ ਘੰਟੇ ਦਾ ਸਫ਼ਰ ਬੋਰਡ ਦਾ, $5 ਦੇ ਕੇ ਅਸੀਂ ਉੱਥੇ ਆ ਗਏ। ਉੱਥੇ ਅੱਗੋਂ ਉੱਥੇ ਉਤਰੇ, ਸਾਨੂੰ ਅੱਗੇ ਫੜ ਲਿਆ ਇਮੀਗ੍ਰੇਸ਼ਨ ਵਾਲੇ ਨੇ। ਫਿਰ ਉਹਨੇ ਸਾਨੂੰ ਕਿਹਾ ਕਿ ਮੈਂ ਤੁਹਾਨੂੰ ਉੱਧਰ ਵੀ ਆਖਿਆ ਸੀ ਇੱਥੋਂ ਚੱਲ ਜਾਓ, ਤੁਸੀਂ ਹਲੇ ਇੱਥੇ ਹੋ। ਫਿਰ ਆ ਗਏ। ਅਸੀਂ ਦੱਸਿਆ ਨੂੰ ਆਪਣੀ ਰਾਮ ਕਹਾਣੀ ਸਾਰੀ ਸੁਣਾਈ ਕਿ ਅਸੀਂ ਇਹਨੇ ਫੜ ਕੇ ਅਸੀਂ ਗਏ ਹੈ ਸਾਂ, ਅੱਗੋਂ ਪਨਾਮ ਵਾਲਿਆਂ ਫੈਰ ਫੂਰ ਮਾਰੇ, ਅਸੀਂ ਬਚ ਗਏ ਹਾਂ। ਫਿਰ ਸਾਨੂੰ ਉਹਨਾਂ ਨੇ ਬੰਬ ਬੁੰਬ ਵੀ ਮਾਰੇ, ਸਿੱਧੇ ਪਾਣੀ 'ਚ ਵੱਜ ਜਾਂਦੇ ਰਹੇ ਨੇ। ਅਸੀਂ ਮਰਨੋਂ ਮਸਾਂ ਬਚੇ ਹਾਂ ਅਤੇ ਅਸੀਂ ਫਿਰ ਚੱਲ ਜਾਂਗੇ ਸਾਨੂੰ ਇੱਕ ਦਿਨ ਦਾ ਟਾਈਮ 'ਤੇ। ਅਸੀਂ ਉਹ ਏਜੰਟ ਦੇ ਘਰ ਗਏ ਕਿ ਸਾਨੂੰ ਕੱਢ ਕਿਸੇ ਪਾਸੇ, ਫਿਰ ਉਹ ਅੱਗੋਂ ਆ ਕੇ ਫਿਰ ਪੈਸੇ ਦੇਵੋ। ਅਸੀਂ ਕਿਹਾ ਕਿ ਤੂੰ ਸਾਨੂੰ ਆਖਿਆ ਤੁਹਾਨੂੰ ਪਹੁੰਚਾ ਕੇ ਤੁਹਾਨੂੰ ਪੈਸੇ ਦੇਵਾਂਗੇ, ਤੂੰ ਸਾਨੂੰ ਪਹੁੰਚਾਇਆ ਵੀ ਨਹੀਂ ਅਤੇ ਤੂੰ ਪੈਸੇ ਵੀ ਫਿਰ ਮੰਗਣ ਦਿਆਂ ਹੋਵੇਂ। ਖੈਰ ਉਹਨੂੰ ਅਸੀਂ ਫਿਰ ਥੋੜ੍ਹੇ ਪੈਸੇ ਦਿੱਤੇ, ਨਾ ਮੰਨੇ। ਉਹਨੂੰ ਥੋੜ੍ਹੇ ਪੈਸੇ ਦੇ ਕੇ ਜਾਨ ਚੜ੍ਹਾਈ। ਫਿਰ ਸਾਨੂੰ ਆਖੇ ਜੀ ਅੱਜ ਜਾਣਾ ਤੁਸੀਂ ਕੱਲ੍ਹ ਜਾਣਾ, ਅੱਜ ਜਾਣਾ ਕੱਲ੍ਹ ਜਾਣਾ, ਅੱਜ ਜਾਣਾ ਸ਼ਾਮ ਨੂੰ ਤੁਸੀਂ ਸਵੇਰੇ ਜਾਣਾ। 9 ਦਿਨ ਅਸੀਂ ਦਲੀਲ ਹੁੰਦੇ ਰਹੇ ਉੱਥੇ। ਰਾਤ ਉਹਨਾਂ ਦੇ ਘਰ ਆ ਕੇ ਸੌਂ ਜਾਈਏ ਮੰਜੀਆਂ 'ਤੇ, ਦਿਨ ਚੜ੍ਹੇ ਅਤੇ ਸਾਨੂੰ ਭਜਾ ਦੇਣ ਘਰੋਂ ਵੀ ਇੱਥੇ ਪੁਲਿਸ ਪੈ ਜਾਣੀ ਹੈ ਅਤੇ ਤੁਸੀਂ ਬਾਹਰ ਜਾ ਕੇ ਸਾਈਡ 'ਤੇ ਬਵੋ ਕਿਤੇ। ਅਸੀਂ ਸਾਰੀ ਦਿਹਾੜੀ ਭੁੱਖੇ ਜਾ ਕੇ ਤੇ ਪੱਥਰਾਂ 'ਤੇ ਬਹਿ ਰਹੀਏ ਸਮੁੰਦਰ ਦੇ ਕਿਨਾਰੇ, ਕਦੀ ਉੱਥੇ ਧੁੱਪ ਆ ਜਾਏ, ਕਦੀ ਛਾਂ ਆ ਜਾਏ, ਕਦੀ ਉੱਥੇ ਸਮੁੰਦਰ 'ਤੇ ਨਹਾਉਂਦੇ ਰਹੀਏ, ਨਹਾ ਨੂੰ ਕੇ ਫਿਰ ਉੱਥੇ ਬਹਿ ਜਾਈਏ। ਕਦੀ ਉੱਥੇ ਲੋਕਾਂ ਦੇ ਨਾਰੀਅਲ ਚੋਰੀ ਤੋੜ ਕੇ ਭੁੱਖ ਮਾਰਦੇ ਹਾਂ। ਲੋਕਾਂ ਦੇ ਚੋਰੀ ਨਾਰੀਅਲ ਤੋੜੇ ਅਸੀਂ, ਕਿਸੇ ਕੋਲ ਗਾਲਾਂ ਖਾਧੀਆਂ, ਕਿਸੇ ਕੋਲ ਪੱਥਰ ਖਾਧੇ ਅਸੀਂ, ਉਹ ਅਸੀਂ ਪੀਤੇ, ਕੋਈ ਗੁਜ਼ਾਰਾ ਕਰ ਲਿਆ ਕਰੀਏ। ਅਸੀਂ ਉੱਥੇ ਬਹਿ ਰਹਿਣਾ ਕਰਨਾ ਸਾਰੀ ਦਿਹਾੜੀ, ਮੌਜ ਕਰਨੀ ਬਹਿ ਕੇ। ਕਦੀ ਫਿਰਦੇ ਤਾਂ ਹੈ ਕੋਈ ਨਹੀਂ ਹੈਗਾ, ਕੋਈ ਡਰ ਸੀ ਕਿਤੇ ਇਮੀਗ੍ਰੇਸ਼ਨ ਵਾਲਾ ਫਿਰ ਨਾ ਫੜ ਲਏ, ਫਿਰ ਸਾਨੂੰ ਰਿਪੋਰਟ ਕਰ ਦੇਣਾ ਸੀ, ਉੱਥੇ ਫੜ ਕੇ ਕੋਲੰਬੀਆ 'ਚੋਂ। ਡਰਦੇ ਸੀ, ਫਿਰਦੇ ਵੀ ਨਹੀਂ ਆਇਆ। 9ਵਾਂ ਦਿਨ ਆਇਆ ਅਤੇ ਜੁੰਮੇ ਦਾ ਦਿਨ ਸੀ ਅਤੇ ਇੱਕ ਮੁੰਡਾ ਇੰਡੀਅਨ ਆ ਗਿਆ ਸਾਡੇ ਕੋਲ। ਉਹ ਵੀ ਖੱਜਲ ਖਰਾਬ ਹੋਣ ਦਿਆ ਸੀ, ਉਹ ਵੀ ਇਸੇ ਜਣਾ ਦਾ ਬੰਦਾ ਹੀ ਸੀ ਜਿਹਨੇ ਸਾਨੂੰ ਛੱਡ ਕੇ ਆਉਣਾ ਸੀ ਪਨਾਮਾ 'ਚ। ਉਹਨੇ ਸਾਨੂੰ ਪੁੱਛਿਆ ਵੀ ਹਾਂ ਵੀ ਹਰਿਆਣੇ ਦਾ ਮੁੰਡਾ ਸੀ ਉਹ। ਉਹਨੇ ਪੁੱਛਿਆ ਕਿ ਹਾਂ ਵੀ ਕਿੱਦਾਂ। ਅਸੀਂ ਦੱਸਿਆ ਵੀ ਇੱਦਾਂ ਨਾਲ ਵੀਰੇ ਗੱਲ ਆ ਅਤੇ ਇੱਦਾਂ ਜ਼ਲੀਲ ਹੋਣ ਦਿਆ। ਉਹਨੇ ਆਖਿਆ ਮੈਂ ਵੀ ਜ਼ਲੀਲ ਹੋਣ ਦਿਆ, ਮੈਨੂੰ ਵੀ ਨਹੀਂ ਭੇਜਣ ਦਿਆ, ਉਹ ਪੈਸੇ ਲੈ ਜਾਂਦੇ ਮੇਰੇ ਕੋਲ ਵੀ। ਅਸੀਂ ਉੱਥੋਂ ਚੁੱਪ ਕਰਕੇ ਅਸੀਂ ਗੱਪਾਂ ਛੱਪਾਂ ਮਾਰਦੇ ਰਹੇ। ਅਸੀਂ ਉੱਠੇ ਫਿਰ ਉੱਥੋਂ, ਜੁੰਮੇ ਦਾ ਦਿਨ ਸੀ ਅਤੇ ਆਖਿਆ ਸੋਚਿਆ ਵੀ ਚਲੋ ਕੋਈ ਰੱਬ ਨੂੰ ਯਾਦ ਕਰਦੇ ਹਾਂ ਇੱਥੇ ਬਹਿ ਕੇ। ਅਸੀਂ ਵਜ਼ੂ ਕੀਤਾ ਸੀ ਸਮੁੰਦਰ ਦੇ ਵਿੱਚ, ਉੱਥੇ ਕਿਨਾਰੇ 'ਤੇ
ਅਸੀਂ ਜਿੱਥੇ 3 ਮੁਸਲਮਾਨ ਸਾਂ, ਇੱਕ ਇੰਡੀਅਨ ਸੀ। ਇੰਡੀਅਨ ਨੇ ਆਖਿਆ ਮੈਂ ਵੀ ਚਲੋ ਤੁਹਾਡੇ ਨਾਲ ਨਮਾਜ਼ ਪੜ੍ਹਦਾ ਵਾਂ। ਅੱਜ ਜੁਮੇ ਦਾ ਦਿਨ ਸੀ, ਅਸੀਂ ਉੱਥੇ ਜੁਮੇ ਦੀ ਨਮਾਜ਼ ਪੜ੍ਹੀ। ਪੜ੍ਹ ਕੇ ਤੇ ਸਾਨੂੰ ਰਾਤ ਨੂੰ ਅੱਲਾ ਨੇ ਸਾਨੂੰ ਸੁਣ ਲਈ ਸਾਡੀ ਰਾਤ, ਸਾਨੂੰ ਰਾਤ ਉਹਨੇ ਕੱਢ ਦਿੱਤਾ। ਉਹਨੇ ਆਖਿਆ ਰਾਤ ਨੂੰ ਜਦੋਂ 6 ਵਜੇ ਨਾ 6:30, ਉਹਨੇ ਆਖਿਆ ਅੱਜ ਤੁਸੀਂ ਤਿਆਰ ਹੋ, ਅੱਜ ਜਾਣਾ ਹੈ। ਅਸੀਂ ਫਿਰ ਖਾਣ ਪੀਣ ਦਾ ਸਮਾਨ ਲੈ ਲਿਆ, ਜਿਹੜੇ ਕੋਲ ਪੈਸੇ ਆਏ ਸਨ। ਅਗਲਾ ਤਾਂ ਬੈਗ ਬੂਗ ਡਿੱਗ ਪਏ ਹਨ, ਮੋਬਾਈਲ ਗਵਾਚ ਗਏ ਸਨ। ਕੋਈ ਘਰਦਿਆਂ ਨਾਲ ਰਾਬਤਾ ਵੀ ਕੋਈ ਨਾ ਉਹਨਾਂ ਨੂੰ ਇਹ ਵੀ ਮਰ ਮੁਰ ਗਏ ਨੇ ਕਿਤੇ ਵੀ, ਸਾਨੂੰ ਉਹਨਾਂ ਦਾ ਪਤਾ ਕੋਈ ਨਾ, ਉਹਨਾਂ ਨੂੰ ਸਾਡਾ ਕੋਈ ਨਹੀਂ ਸੀ ਪਤਾ। ਅਸੀਂ ਫਿਰ ਉੱਥੇ ਰਾਤ ਫਿਰ ਬੋਟ 'ਚ ਬੈਠੇ, ਸਾਨੂੰ ਲੈ ਗਏ ਰਾਤ ਉਹ ਪਨਾਮਾ 'ਚ। ਜਦੋਂ ਪਨਾਮਾ 'ਚ ਅਸੀਂ ਗਏ ਹਾਂ ਅਤੇ ਪਨਾਮਾ ਵਿੱਚ ਜਨਾਬ ਜਾ ਕੇ ਉਹਨੂੰ ਸਾਨੂੰ ਜੰਗਲ ਦੇ ਕਿਨਾਰੇ ਲਾ ਦਿੱਤਾ ਇੱਕ। ਅੱਗੋਂ ਜਦੋਂ ਉੱਥੇ ਉਤਰੇ ਅਤੇ ਵੇਖਿਆ ਉੱਥੇ ਕਿਊਬਾ ਦੀਆਂ ਕੁੜੀਆਂ ਕੋਈ 20 ਕੋਈ ਅਫਰੀਕਾ ਦੀਆਂ, ਕੋਈ ਕਾਲੇ ਸਨ ਅਫਰੀਕਾ ਦੇ, ਕੋਈ ਕਿਊਬਾ ਦੇ ਮੁੰਡੇ ਸਨ, ਕੋਈ ਇੰਡੀਅਨ ਸਨ ਵਿੱਚ, ਕੋਈ 7-8, ਕੋਈ ਬੰਗਾਲੀ ਸਨ 2-3, ਪਾਕਿਸਤਾਨੀ ਸੀ 3-4। ਮਤਲਬ ਕਿ ਗਰੁੱਪ ਚੰਗਾ ਉੱਥੇ ਇਕੱਠਾ ਹੋ ਗਿਆ, ਕੋਈ 64-65 ਕੁੜੀਆਂ ਮੁੰਡਿਆਂ ਦਾ ਗਰੁੱਪ ਇਕੱਠਾ ਹੋ ਗਿਆ। 64-65 ਮਤਲਬ ਕਿ ਲੋਕ ਹੋ ਗਏ ਉੱਥੇ, ਚੰਗਾ ਵੱਡਾ ਗਰੁੱਪ ਬਣ ਗਿਆ। ਉਹ ਬੰਦੇ ਨੇ ਏਜੰਟ ਨੇ ਕਿਹਾ ਕਿ ਤੁਹਾਨੂੰ ਇਹ ਆਹ ਬੰਦਾ ਉਹ ਖੜੇਗਾ, ਤੁਹਾਨੂੰ 2 ਬੰਦੇ ਸਾਨੂੰ ਖਲੋਤੇ ਏਜੰਟ ਜਿਹਨਾਂ ਜੰਗਲ ਕ੍ਰਾਸ ਕਰਾਉਣਾ ਸੀ। ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਲੈ ਕੇ ਜਾਵਾਂਗੇ ਪਨਾਮਾ, ਜੰਗਲ ਕ੍ਰਾਸ ਕਰਾਵਾਂਗੇ। ਅਸੀਂ ਕਿਹਾ ਕਿੰਨੇ ਦਿਨ ਦਾ, ਕਿੰਨੇ ਦਿਨ ਤੋਂ ਸਫ਼ਰ ਕਰਾਂਗੇ। ਉਹਨਾਂ ਕਿਹਾ ਇੱਕ ਰਾਤ ਬਸ ਟੁਰਨਾ ਅਤੇ ਕ੍ਰਾਸ ਹੋ ਜਾਣਾ। ਤੁਸੀਂ ਕਹਿੰਦੇ ਇਹ ਤਾਂ ਗੱਲ ਹੀ ਕੋਈ ਨਹੀਂ, ਇੱਕ ਰਾਤ ਦੀ ਕਿਹੜੀ ਗੱਲ ਹੈ, ਜੰਗਲ ਕ੍ਰਾਸ ਹੋ ਜਾਣਾ। ਐਵੇਂ ਲੋਕ ਝੂਠ ਮਾਰਦੇ ਹਨ, ਹਫ਼ਤਾ ਲੱਗਦਾ ਜੰਗਲ ਦੇ ਵਿੱਚ। ਉਹਨੇ ਆਖਿਆ ਮੈਂ ਤੁਹਾਨੂੰ ਸ਼ਾਰਟਕੱਟ ਰਾਹ ਖੜਾਂਗਾ ਤਾਂ ਮੈਨੂੰ 50-50 ਡਾਲਰ ਦੇਵੋ। ਅਸੀਂ ਆਖਿਆ ਪੈਸਿਆਂ ਜਾਣ ਨਾਲ ਕਿਹੜੀ ਚੀਜ਼, ਜਾਣ ਨਾਲ ਕਿਤੇ ਪੈਸੇ ਪਿਆਰੇ ਨੇ, ਪੈਸੇ ਦੇਵੋ ਇਹਨੂੰ, ਇੱਕ ਰਾਤ ਸਫ਼ਰ ਆਪਣਾ ਮੁੱਕ ਜਾਏਗਾ ਸਾਡਾ। ਅਸੀਂ ਇਹਨੂੰ 50-50 ਡਾਲਰ ਦੇ ਦਿੱਤੇ ਇਸੇ ਖੁਸ਼ੀ ਵਿੱਚ ਹੀ ਸਾਰਿਆਂ ਨੇ। ਉਹ ਸਾਨੂੰ ਟੁਰ ਪਿਆ ਲੈ ਪਏ। ਰਾਤ ਸਾਰੀ ਸਾਨੂੰ ਟੋਰਿਆ ਨੇ। ਜਦੋਂ ਰਾਤ ਦੇ ਵੱਜੇ 3, ਖੁੱਲੀ ਜਿਹੀ ਜਗ੍ਹਾ ਆਈ, ਕਿਤੇ ਪਹਾੜ ਚੜ੍ਹ ਜਾਈਏ, ਕਿਤੇ ਲੈ ਜਾਈਏ, ਬੱਸ ਹੋਈ ਸਾਰਿਆਂ ਦੀ। ਉਹਨੇ ਉੱਥੇ ਬਿਠਾ ਦਿੱਤਾ ਖੁੱਲੀ ਜਗ੍ਹਾ ਵਿੱਚ, ਨਦੀ ਵੀ ਸੀ ਨਾਲ। ਕੋਈ ਨਦੀ 'ਤੇ ਨਹਾਉਣ ਲੱਗ ਪਿਆ ਰਾਤ, ਕੋਈ ਪਾਣੀ ਪੀਣ ਲੱਗ ਪਿਆ, ਕੋਈ ਪਿਸ਼ਾਬ ਸ਼ੁਬ ਲੱਗ ਪਿਆ ਕਰਨ ਉੱਥੇ ਸਾਈਡ 'ਤੇ। ਉਹ ਖਾ ਪੀ ਰਿਹਾ ਉੱਥੇ। ਉੱਥੋਂ ਉੱਠ ਕੇ ਟੁਰ ਪਏ ਸਾਰੇ ਹੀ। ਜਦੋਂ ਉੱਠ ਕੇ ਟੁਰੇ ਅਤੇ 1.5 ਘੰਟਾ ਟੁਰੇ, ਇੱਕ ਨਾ ਪਹਾੜ ਸ਼ੁਰੂ ਹੋ ਗਿਆ ਸੋ ਇੰਝ ਕਰਕੇ ਨਾ ਚਾਹੁੰਦੇ ਕਿ ਯਕਦਮ ਇੰਝ ਪਹਾੜ ਸੀ, ਜੰਗਲ ਹੀ ਜੰਗਲ ਸੀ, ਚੰਗਾ ਘਣਾ ਉੱਥੇ ਬਹੁਤ ਜ਼ਿਆਦਾ। ਉੱਥੇ ਸਾਨੂੰ ਉਹਨੇ ਬਿਠਾ ਦਿੱਤਾ ਉਹਨੇ, ਪਰ ਥੋੜ੍ਹਾ ਹਨੇਰਾ ਸੀ। ਜਦੋਂ ਦਿਨ ਚੜ੍ਹ ਗਿਆ ਚੰਗਾ, ਉਹਨੇ ਕਿਹਾ ਜੀ ਉਹ ਏਜੰਟ ਸਾਨੂੰ ਲੈ ਗਿਆ ਸੀ, ਉਹ ਭੱਜ ਗਿਆ ਛੱਡ ਕੇ ਉੱਥੇ। ਅੱਗੋਂ ਉੱਥੇ ਕੋਈ ਹੋਰ 2 ਮੁੰਡੇ ਬੈਠੇ ਹਨ, 3। ਸਾਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਭੱਜ ਗਿਆ ਛੱਡ ਕੇ ਸਾਨੂੰ ਉੱਥੇ। ਉਹ ਮੁੰਡਿਆਂ ਨੇ ਸਾਨੂੰ ਕਿਹਾ ਕਿ ਉਹਨਾਂ ਨੂੰ ਇੰਗਲਿਸ਼ ਆਉਂਦੀ ਸੀ ਮੁੰਡਿਆਂ ਨੂੰ, ਉਹ ਏਜੰਟਾਂ ਨੂੰ। ਉਹਨਾਂ ਨੇ ਕਿਹਾ ਕਿ ਜਿਹਨੇ ਇੱਥੋਂ ਜੰਗਲ ਕ੍ਰਾਸ ਕਰਨਾ ਹੈ ਨਾ, ਸਾਨੂੰ 40-40 ਡਾਲਰ ਦੇਵੇ, ਉਹਨੂੰ ਜੰਗਲ ਕ੍ਰਾਸ ਕਰਾਵਾਂਗੇ। ਅਸੀਂ ਆਖਿਆ ਵੀ ਜੰਗਲ ਮੁੱਕਾ ਹੀ ਨਹੀਂ। ਉਹਨਾਂ ਨੇ ਆਖਿਆ 3 ਦਿਨ ਲੱਗਣੇ ਨੇ। ਅਸੀਂ ਆਖਿਆ ਲੈ ਵੀ ਮਰ ਥਾਂ ਗਏ। ਅਸੀਂ ਪਾਣੀ ਪੂਣੀ ਕੀਤਾ, ਕੋਈ ਲੰਮੇ ਸਾਹ ਲਏ ਅਸੀਂ ਆਖਿਆ ਵੀ ਚਲੋ ਕੋਈ ਨਹੀਂ। ਅਸੀਂ ਏਜੰਟ ਨੂੰ ਗਾਲਾਂ ਕੱਢੀਆਂ ਦਿਲ ਦੇ ਵਿੱਚ ਬੜੀਆਂ ਵੀ ਯਾਰ ਆਹ ਤਾਂ ਨਜ਼ਾਤੀ ਕੀਤੀ, ਬਹੁਤ ਜ਼ਿਆਦਾ ਪੈਸੇ ਵੀ ਲੈ ਗਿਆ। ਚਲੋ ਖੈਰ ਉੱਥੇ ਬੈਠੇ ਰਹੇ ਸੀ, 1.5 ਘੰਟਾ ਬੈਠੇ, ਸਾਹ ਸੂ ਲਿਆ। ਉਹਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਅੱਧਿਆਂ ਕੋਲ ਦਿੱਤੇ, ਅੱਧਿਆਂ ਲੋਕਾਂ ਨੇ ਕਿਹਾ ਕਿ ਤੈਨੂੰ ਅਸੀਂ ਪਹੁੰਚ ਕੇ ਦੇਣੇ ਨੇ ਹੁਣ, ਜੋ ਸਾਨੂੰ ਪਹੁੰਚਾਏਗਾ ਸਾਡੀ ਮੰਜ਼ਿਲ 'ਤੇ। ਉਹ ਮੰਨ ਗਿਆ। ਉਹ ਏਜੰਟ ਚੰਗਾ ਸੀ, ਉਹਨੇ ਕਿਹਾ ਕਿ ਚਲੋ ਠੀਕ ਹੈ। ਉਹ ਏਜੰਟ ਨੇ ਉਹਨੂੰ ਜੰਗਲ ਕ੍ਰਾਸ ਕਰਾਉਣਾ, ਉਹਨੂੰ ਡੰਕਰ ਲੋਕੀ ਆਉਂਦੇ ਨੇ। ਉਹ ਡੰਕਰ ਬਹੁਤ ਅੱਛਾ ਸੀਗਾ, ਉਹਦੀ ਮਿਹਰਬਾਨੀ ਸਾਨੂੰ ਉਹਨੇ ਲੈ ਗਿਆ। ਸਾਨੂੰ ਰਾਤ ਜਿੱਥੇ ਪਈ ਉਹਨੇ ਮੱਛੀਆਂ ਫੜੀਆਂ, ਮੱਛੀਆਂ ਫੜ ਕੇ ਰਾਤ ਉਹਨੇ ਚੌਲ ਉਹਦੇ ਕੋਲ ਸਨ, ਉਹਨੇ ਚੌਲ ਬਾਲੇ ਉੱਥੇ ਜੰਗਲ 'ਚ ਰਾਤ। ਸਾਨੂੰ ਸਾਰਿਆਂ ਨੂੰ ਇੰਨੇ ਚੌਲ ਵੀ ਦਿੱਤੇ। ਚਲੋ ਕੋਈ ਢਿੱਡ 'ਚ ਕੋਈ ਆਸਰਾ ਹੋਇਆ। ਨਾਲ ਉਹਨੇ ਨਿੱਕੀ ਮੱਛੀਆਂ ਜਿਹੜੀਆਂ ਉਹ ਇੱਕ ਦਿੱਤੀ ਸਾਰਿਆਂ ਨੂੰ, ਲੂਣ 'ਚ ਤਲ ਕੇ ਤੇ ਘਿਓ ਦੇ ਵਿੱਚ। ਆਪਣੇ ਵਾਸਤੇ ਉਹਨੇ ਸੱਪ ਪਕਾਇਆ ਸੀ, ਉਹਨੇ ਸੱਪ ਖਾਧਾ ਆਪ ਚੌਲਾਂ 'ਤੇ ਪਾ ਕੇ। ਸਾਨੂੰ ਆਂਦਾ ਸੀ ਖਾ ਲਓ। ਜ਼ੁਲਮ ਬਹੁਤ ਲੋਕ ਕਰਦੇ ਨਾਲੇ ਰਾਹ 'ਚ, ਹਰਾਮ ਖਾਂਦੇ ਨੇ ਉਹ ਆਪ ਦੀ। ਕਿਹੜਾ ਮੁਸਲਮਾਨ ਹੁੰਦੇ ਨੇ, ਉਹ ਤਾਂ ਗੈਰ ਮਜ਼ਹਬ ਹੁੰਦੇ ਨੇ। ਅਤੇ ਉੱਥੋਂ ਅਸੀਂ ਰਾਤ ਕੱਢੀ, ਰਾਤ ਸੁੱਤੇ ਰਹੇ। ਇੱਕ ਅਫਰੀਕਾ ਦਾ ਮੁੰਡਾ ਸੀ, ਉਹ ਪਰਲੀ ਨੁੱਕਰ 'ਤੇ ਪਿਆ ਸੀ, ਅਸੀਂ ਉਰਲੀ ਸਾਈਡ 'ਤੇ ਲੰਮੇ ਪਏ ਹਾਂ ਵਿਚਕਾਰ। ਉੱਧਰ ਵੀ ਕੁੜੀਆਂ ਮੁੰਡੇ ਸਨ, ਉੱਧਰ ਵੀ ਕੁੜੀਆਂ ਮੁੰਡੇ ਸਨ। ਮੇਰੇ ਨਾਲ 2 ਕਿਊਬਾ ਦੀਆਂ ਕੁੜੀਆਂ ਸਨ, ਉਹਨਾਂ ਦਾ ਕੋਈ ਭੈਣ ਭਰਾ ਕੋਈ ਨਹੀਂ ਸੀ ਨਾਲ, ਉਹ ਇਕੱਲੀਆਂ ਹੀ ਸਨ। ਉਹ ਵੀ ਨਾ ਉਹਨਾਂ ਦਾ ਕੋਈ ਬੰਦਾ ਹੀ ਸੀ। ਉਹ ਉਹਨਾਂ ਨੇ ਮੇਰਾ ਸਾਥ ਫੜਿਆ ਕਿ ਚਲੋ ਤੂੰ ਸਾਨੂੰ ਨਾਲ ਲਈ ਜਾ। ਕਿਉਂਕਿ ਮੇਰੇ ਕੋਲ ਬੈਗ ਬੂਗ ਤਾਂ ਹੈ ਕੋਈ ਨਹੀਂ, ਮੈਂ ਸੁੱਟ ਦਿੱਤਾ ਸੀ।
ਚਲੋ ਖੈਰ ਉਹਨਾਂ ਨੇ ਬਾਹਾਂ ਬੂਹਾਂ ਫੜ ਕੇ ਜਿੱਥੇ ਕਿਤੇ ਖਲੋ ਜਾਣਾ ਉਹਨਾਂ ਨੂੰ ਧਿੱਕ ਧੁੱਕ ਇਹਨਾਂ ਨੂੰ ਖਿੱਚ ਖੁੱਚ ਕੇ ਟੋਰ ਲੈਣਾ ਕਰਨਾ। ਤੇ ਉੱਥੋਂ ਜਨਾਬ ਅਸੀਂ ਟੁਰਦੇ ਰਹੇ ਜਦੋਂ ਰਾਤ ਪਈ, ਰਾਤ ਜਗ੍ਹਾ 'ਤੇ ਕਿਤੇ ਸੌਂ ਗਏ। ਅਫਰੀਕਾ ਦਾ ਇੱਕ ਬੰਦਾ ਸਾਈਡ 'ਤੇ ਸੁੱਤਾ ਸੀ। ਜਦੋਂ ਰਾਤ ਦੇ ਕੋਈ 2:30 ਦਾ ਟਾਈਮ ਸੀ ਤਾਂ ਉਹਨੇ ਇੱਕੋ ਵਾਰੀ ਚੀਕਾਂ ਮਾਰਨੀ ਸ਼ੁਰੂ ਕਰ ਦਿੱਤੀਆਂ, ਹਾਲ ਮਰ ਗਿਆ ਮਰ ਗਿਆ ਮਰ ਗਿਆ। ਤੈਨੂੰ ਕੀ ਹੋਇਆ? ਸਾਰੇ ਕੋਈ ਤਲਵਾਰ ਚੁੱਕ ਕੇ ਭੱਜਾ ਫਿਰੇ, ਕੋਈ ਉੱਥੋਂ ਸੋਟਾ ਚੁੱਕ ਕੇ ਭੱਜਾ ਫਿਰੇ, ਕੋਈ ਲਾਟਾਂ ਬਾਲਦਾ ਫਿਰੇ। ਉਹ ਕੀ ਬਣਿਆ ਜੀ? ਉਹਨੂੰ ਪੁੱਛਿਆ ਕੀ? ਉਹਨੇ ਆਖਿਆ ਮੈਂ ਸ਼ੇਰ ਵੇਖਿਆ, ਸ਼ੇਰ ਆਇਆ, ਸ਼ੇਰ ਮੇਰਾ ਪੈਰ ਮੂੰਹ 'ਚ ਪਾਉਣ ਲੱਗਾ ਸੀ। ਉਹ ਪਤਾ ਨਹੀਂ ਉਹਨੇ ਡਰੀਮ ਵੇਖਿਆ, ਖਾਬ ਵੇਖਿਆ ਜਾਂ ਉਂਝ ਪਤਾ ਨਹੀਂ ਝੂਠ ਮਾਰਨ ਦਿਆ ਸੀ। ਉਹ ਰੱਬ ਬਿਹਤਰ ਜਾਣਦਾ। ਅਸੀਂ ਉੱਥੇ ਰਾਤ ਸਾਰੀ ਬਹਿ ਕੱਢੀ, ਫਿਰ ਨੀਂਦ ਵੀ ਖਰਾਬ ਹੋ ਗਈ। ਨੀਂਦ ਬੜੇ ਸਕੂਨ ਦੀ, ਪੱਥਰਾਂ 'ਤੇ ਸੁੱਤੇ ਹਾਂ ਅਤੇ ਬੜੇ ਸਕੂਨ ਦੀ ਨੀਂਦ ਆਈ ਸੀ ਉੱਥੇ ਰਾਤ ਜੰਗਲ ਦੇ ਵਿੱਚ ਪੱਥਰਾਂ 'ਤੇ। ਅਸੀਂ ਸੁੱਤੇ, ਉੱਠ ਪਏ, ਫਿਰ ਅਸੀਂ ਰੌਲਾ ਸੁਣ ਕੇ ਸਾਰੀ ਰਾਤ ਬਹਿ ਕੱਢੀ। ਦਿਨ ਚੜ੍ਹਿਆ, ਫਿਰ ਟੁਰ ਪਏ ਉੱਥੋਂ। ਟੁਰਦੇ ਰਹੇ। ਉਹਨੂੰ ਪੁੱਛੀਏ ਵੀ ਹਾਂ ਬਈ ਕਿੰਨਾ ਕੁ ਸਫ਼ਰ ਆ ਗਿਆ? ਉਹਨੇ ਆਖਿਆ ਹਾਲੇ ਬਸ 3-4 ਘੰਟੇ ਟੁਰਨਾ ਵੇ। ਉਹ 3-4 ਘੰਟੇ ਵੀ ਲੰਘ ਗਏ, 5 ਘੰਟੇ ਲੰਘ ਗਏ। ਪਿਛਲਾ ਟਾਈਮ ਹੋਣ ਲੱਗ ਪਿਆ। ਜਦੋਂ ਪਿਛਲਾ ਟਾਈਮ ਹੋਇਆ, 3-4 ਦਾ ਟਾਈਮ ਵੱਜਾ, ਅਸੀਂ ਆਖਿਆ ਵੀ ਹੁਣ ਆਂਦਾ 2-3 ਘੰਟੇ ਟੁਰੋ, ਫਿਰ ਇੱਕ ਜਗ੍ਹਾ ਆਉਣੀ, ਉੱਥੇ ਫਿਰ ਸਟੇ ਕਰਾਂਗੇ ਅਤੇ ਰਾਤ ਉੱਥੇ ਸੋਵਾਂਗੇ, ਅਤੇ ਅਗਲੇ ਦਿਨ ਫਿਰ ਤੁਹਾਡੀ ਜਗ੍ਹਾ ਉੱਥੇ ਆ ਜਾਣੀ ਘੰਟਾ ਕੁ ਟੁਰ ਕੇ। ਅਸੀਂ ਕਿਹਾ ਕਿ ਚਲੋ ਕੋਈ ਨਹੀਂ, ਅਸੀਂ ਚੁੱਪ ਕਰ ਰਹੇ। ਅਸੀਂ ਕਿਹਾ ਜੇ ਨਾਲ ਔਖੇ ਹੋਏ ਕਿਤੇ ਛੱਡ ਕੇ ਨਾ ਭੱਜੇ ਵੀ ਸਾਨੂੰ ਰਹੇ ਹੁੰਦੇ ਤਾਂ ਨਾਲ ਅਸੀਂ ਉਹਨੂੰ ਛੱਡੀਏ ਨਾ ਵੀ ਕਿਤੇ ਭੱਜ ਨਾ ਜਾਵੇ, ਕਿਉਂਕਿ ਜੰਗਲ 'ਚ ਜਿਹਨੇ ਸਫ਼ਰ ਕਰਨਾ ਨਾ ਉਹ ਪਿੱਛੋਂ ਆਪਣਾ ਤਿਆਰ ਹੋ ਕੇ ਜਾਵੇ, ਆਪਣੀ ਖੁਰਾਕ ਖਰੂਕ ਸੈੱਟ ਕਰੇ, ਜਿਮ ਜੁਮ ਲਾਵੇ, ਰਨਿੰਗ ਕਰੇ 4 ਦਿਨ ਚੰਗੀ। ਸਹੀ ਹੈ। ਨਹੀਂ ਤਾਂ ਜੰਗਲ ਦੇ ਜਨਾਬ ਜਿਹੜੀਆਂ ਇਹ ਜਗ੍ਹਾ ਨੇ ਨਾ, ਇਹ ਖਤਮ ਹੋ ਜਾਂਦੀਆਂ ਬੰਦੇ ਦੀਆਂ ਟੁਰ ਕੇ, ਖੱਲੀਆਂ ਪੈ ਜਾਂਦੀਆਂ ਨੇ। ਇੱਕ ਕਦਮ ਟੁੱਟਣ ਲੱਗਿਆ ਵੀ ਜਿਹੜਾ ਨਾ ਮਤਲਬ ਕਿ ਬੰਦੇ ਨੂੰ ਮੌਤ ਯਾਦ ਹੁੰਦੀ ਹੈ। ਇਹ ਹਾਲਾਤ ਪੇਸ਼ ਆ ਜਾਂਦੇ ਲੋਕਾਂ ਨੂੰ। ਅਤੇ ਅਸੀਂ ਉੱਥੇ ਫਿਰ ਟੁਰਦੇ ਗਏ। ਅਸੀਂ ਰਾਤ ਪੈ ਗਈ, ਇੱਕ ਜਗ੍ਹਾ 'ਤੇ ਬਹਿ ਗਏ। ਰਾਤ ਭੁੱਖੇ ਸੌਂ ਸਾਂਗੇ। ਉੱਥੇ ਕੋਈ ਨਾਰੀਅਲ ਸਾਨੂੰ ਲੱਭੇ 2-3, ਉਹ ਕੋਈ ਘੁੱਟ ਸਾਰਿਆਂ ਨੇ ਭਰਿਆ, ਕੋਈ ਜਿਨ੍ਹਾਂ ਨੇ ਪੀਤਾ ਉਹ ਵਿੱਚ ਰਹਿ ਰੂ ਗਏ। ਅਸੀਂ ਸੌਂ ਗਏ। ਫਿਰ ਇਵੇਂ ਦਿਨ ਚੜ੍ਹਿਆ। ਉਹਨੇ ਐਲਾਨ ਕੀਤਾ, ਉਹਨੇ ਡੰਗਰ ਨੇ, ਉਹਨੇ ਕਿਹਾ ਕਿ ਇੱਥੋਂ ਹੁਣ ਨਦੀ ਡੂੰਘੀ ਹੋ ਗਈ ਹੈ। ਉੱਥੋਂ ਜਦੋਂ ਵੱਡੀ ਪਹਾੜੀ ਸੀ ਨਾ, ਵੱਡੀ ਪਹਾੜੀ ਲਾ ਕੇ ਥੱਲੇ ਉਤਰੇ, 7 ਘੰਟਿਆਂ 'ਚ ਵੱਡੀ ਪਹਾੜੀ ਅਸੀਂ ਲੱਥੇ ਸਾਂ, ਇੱਕ ਜਿਹੜੀ ਸਭ ਤੋਂ ਖਤਰਨਾਕ ਉਹ ਪਹਾੜੀ ਹੈ। ਉਹ ਜਦੋਂ ਲੈ ਕੇ ਥੱਲੇ ਉਤਰੇ, ਉੱਥੇ ਇੱਕ ਨਦੀ ਸ਼ੁਰੂ ਹੋ ਜਾਂਦੀ ਹੈ। ਉਹ ਨਦੀ ਜਾਂਦੀ ਫਿਰ ਤੋੜ ਪਨਾਮਾ ਤੇ ਕੈਂਪ 'ਤੇ ਅੱਗੇ ਲੈ ਕੇ, ਜਿੱਥੇ ਕੈਂਪ ਇਮੀਗ੍ਰੇਸ਼ਨ ਦਾ ਲੱਗਾ ਨਾ ਪਨਾਮਾ ਵਾਲਿਆਂ ਦਾ, ਉਹ ਨਦੀ ਸਿੱਧੀ ਉੱਥੇ ਲੈ ਕੇ ਜਾਂਦੀ ਕੈਂਪ ਦੇ ਅੱਗੇ। ਉਹ ਨਦੀ ਨਹੀਂ ਛੱਡਣੀ ਕਿਤੇ ਵੀ। ਰਾਹ 'ਚ ਇੱਕ ਜਗ੍ਹਾ 'ਤੇ ਦੋ ਦਾ ਮੂੰਹ ਨਦੀ ਇੱਕ ਹੀ ਜਾਂਦੀ, ਪਿੱਛੋਂ ਅੱਗੂ ਜਾ ਕੇ 2 ਹੋ ਜਾਂਦੀਆਂ ਨੇ, ਲੇਕਿਨ 2 ਅੱਗੂ ਫਿਰ ਜਾ ਕੇ ਮਿਲ ਕੇ ਇੱਕ ਹੀ ਹੋ ਜਾਂਦੀ ਹੈ। ਉਹ ਇੰਝ ਹੋ ਜਾਏ ਨਦੀ ਇੱਕ ਹੀ ਫਿਰ ਉਹ ਨਹੀਂ ਕਿ ਉਹ ਨਦੀ ਨਹੀਂ ਛੱਡਣੀ ਤੁਸੀਂ। ਉਹ ਨਦੀ ਸਿੱਧੀ ਪਨਾਮਾ ਐਂਡ 'ਤੇ ਜਾ ਕੇ ਉਹ ਪਾਣੀ ਡੂੰਘਾ ਹੁੰਦਾ 20 ਫੁੱਟ ਪਾਣੀ ਡੂੰਘਾ ਹੋ ਜਾਂਦਾ ਵਾ ਜਾ ਕੇ। ਫਿਰ ਦਰਿਆ ਬਣ ਜਾਂਦਾ ਅੱਗੋਂ ਆਸਤਾ ਉਹ ਨਦੀਆਂ ਤੋਂ। ਉਹ ਪਹਾੜਾਂ ਨੂੰ ਚਸ਼ਮੇ ਬਹੁਤ ਜ਼ਿਆਦਾ ਚੱਲਦੇ ਨੇ ਉੱਥੇ। ਫਿਰ ਟੁਰਦੇ ਗਏ, ਰਾਤ ਪੈ ਗਈ। ਰਾਤ ਸੁੱਤੇ ਸਕੂਨ ਨਾਲ, ਸਵੇਰੇ ਉੱਠੇ। ਉਹਨੇ ਕਿਹਾ ਕਿ ਇੰਨੇ ਪੈਸੇ ਦਿਓ, ਅਗਰ ਨਦੀ ਡੂੰਘੀ ਹੋ ਗਈ ਤੁਹਾਨੂੰ ਕਿਸ਼ਤੀਆਂ 'ਤੇ ਘੱਲਦੇ ਹਾਂ, ਸੌਖੇ ਰਹੋਗੇ, $25 ਦੇਵੋ। ਅਸੀਂ ਕਿਹਾ ਕਿੰਨੀ ਦੇਰ ਦਾ ਸਫ਼ਰ ਹੈ ਬੋਟ ਦਾ? ਉਹਨੇ ਆਖਿਆ ਜੀ 3 ਘੰਟਿਆਂ ਦਾ। ਅੱਛਾ ਕਿ ਵੀ ਜੇ ਬੋਟ ਦਾ 3 ਘੰਟਿਆਂ ਦਾ ਅਤੇ ਫਿਰ ਇਹਦਾ ਮਤਲਬ ਕਿ ਜੇ ਟੁਰੀਏ ਤਾਂ ਫਿਰ 2 ਦਿਨ ਲੱਗ ਸਕਦੇ ਨੇ ਹੋਰ। ਅਸੀਂ ਸੋਚਿਆ ਸੀ ਕਿ ਚਲੋ $25 ਬਹੁਤੇ ਨਹੀਂ, ਅਸੀਂ 20 ਰੁਪਏ ਦੀ ਗੱਲ ਮੁਕਾਈ ਉਹਦੇ ਨਾਲ ਅਸੀਂ। ਪਰ ਕੋਈ ਨਾ, ਉਹਨੇ 25 ਲਏ ਉਹਨੇ ਐਂਡ 'ਤੇ ਜਾ ਕੇ ਪਹੁੰਚ ਕੇ। ਪਰ ਲਏ ਉਹਨੇ ਐਂਡ 'ਤੇ ਜਾ ਕੇ, ਉਹਨੇ ਆਖਿਆ ਮੈਂ ਲੈ ਆਵਾਂਗਾ ਉਦੋਂ ਜੀ ਤੁਸੀਂ ਪਹੁੰਚ ਗਏ। ਅਸੀਂ ਕਿਹਾ ਠੀਕ ਹੈ। ਅਸੀਂ ਉਸ ਤੱਕ ਮੈਨੂੰ ਇੱਕ ਵਾਰ ਸ਼ੋਅ ਕਰਾ ਦਿਓ ਤੁਹਾਡੇ ਕੋਲ ਹੈ ਸਹੀ ਨੇ। ਸ਼ੋਅ ਕਰਾਏ ਉਹਨੂੰ। ਉਹਨੇ ਕਿਹਾ ਠੀਕ ਹੈ ਜੀ, ਤੁਸੀਂ ਅੱਜ ਜਾ ਸਕਦੇ ਹੋ। ਮੈਂ ਕਿਹਾ ਉਹਦੇ ਨਾਲ ਤੇ ਬੋਟ ਕਾਹਦੀ ਸੀ, ਉਹਦੇ ਵਿੱਚ ਅਸੀਂ ਇੱਦਾਂ ਕਰਕੇ ਨਾ ਭਾਈ ਜਾਣ, ਇੰਝ ਕਰਕੇ ਅਸੀਂ ਬਹਿ ਗਏ, ਇੰਝ ਕਰਕੇ ਉਹ ਐਡੀ ਕੋਈ ਚੌੜੀ ਸੀ, ਉਹ ਤਾਂ ਹੈ ਸੀ ਕੋਈ 7-8 ਫੁੱਟ ਲੰਮੀ। ਇੰਝ ਲੈਨ 'ਚ ਜਿਵੇਂ ਬਿਠਾਏ ਹੁੰਦੇ ਆਪਣਾ ਕੋਈ ਮੁਲਜ਼ਮ, ਇੰਝ ਲੈਨ ਸਾਨੂੰ ਉਹਨਾਂ ਨੇ ਬਿਠਾਇਆ ਵਿੱਚ। ਉਹਦੇ ਥੱਲੇ ਪੈਰ ਲੱਤਾਂ ਦੁਖਣ ਬੜੀਆਂ। ਚੋਕੜੀ ਮਾਰੀ ਕੋਈ ਨਾ, ਜੇ ਚੋਕੜੀ ਮਾਰੀ ਤਾਂ ਥੱਲੇ ਬੋਟ 'ਚ ਪਾਣੀ ਪੈਂਦਾ ਸੀ, ਥੱਲੇ ਮੋਰੀਆਂ ਹੋਈਆਂ ਹਨ, ਉਹ ਕੋਈ ਚਿੱਕੜ ਦੀ ਭਰੀ, ਥੱਲੇ ਕੱਪੜੇ ਖਰਾਬ ਹੁੰਦੇ ਸਨ। ਖੈਰ ਆਹ ਫਿਰ ਮਾਰ ਲਏ ਸੀਗਾ ਵੀ ਹੁਣ ਔਖੇ ਹੋਣ ਨੇ, ਚੋਕੜੀ ਵਿੱਚ ਚੋਕੜੇ ਮਾਰ ਲਈਏ। ਅਸੀਂ ਚੋਕੜੇ ਵਿੱਚ ਮਾਰ ਲਏ। ਉਹ ਸਾਨੂੰ ਜਿਹੜਾ ਬੋਟ ਦਾ ਡਰਾਈਵਰ ਸੀ ਨਾ, ਉਹ ਸਾਨੂੰ ਆਖੇ ਵਿੱਚ ਪਾਣੀ ਕੱਢੋ। ਉਹ ਜਦੋਂ ਕੁਛ ਹੱਲ ਆਵੇ ਨਾ ਜਾਂ ਇੰਝ ਹੋਵੇ ਜਦੋਂ ਬੋਟ ਪਾਣੀ 'ਚ, ਉਹ ਵਿੱਚ ਪਾਣੀ ਭੈਣ 'ਚ ਵੜੇ ਭੁੜਕ ਕੇ। ਉਹ ਸਾਡੇ ਕੋਲ ਬੂਟ ਸਨ ਲੰਮੇ। ਅਸੀਂ ਤਲਵਾਰ ਨਾਲ ਉਹ ਕੱਟੇ 2 ਬੂਟ। ਉਹ ਮੁੰਡਿਆਂ ਨੇ ਆਪਣੇ ਕੋਲ ਜਰਾਬਾਂ ਲਾਈਆਂ, ਉਹ ਜਰਾਬਾਂ ਭੇਜ ਕੇ ਬਾਹਰ ਨਿਚੋੜਨ, ਕੋਈ ਬੂਟਾਂ ਨਾਲ ਬਾਹਰ ਪਾਣੀ ਕੱਢੇ, ਕੋਈ ਹੱਥਾਂ ਨਾਲ ਪਾਣੀ ਬਾਹਰ ਕੱਢੇ। ਉਹ ਅਸੀਂ ਬੜੇ ਔਖੇ ਉੱਥੇ ਪੜ ਗਏ ਮਿਲਟਰੀ ਵਾਲੇ ਕੈਂਪ 'ਚ, ਕੋਈ 4 ਘੰਟੇ ਦਾ ਸਫ਼ਰ ਕਰਕੇ ਬੋਟ ਦਾ, ਬੜੇ ਤੰਗ। ਜਦੋਂ ਉੱਥੇ ਪਹੁੰਚੇ ਤੇ ਅਸੀਂ ਆਖਿਆ ਵੀ
ਜੇ ਇਹਨਾਂ ਨੇ ਕਿ ਸਿੱਧੇ ਹੋ ਕੇ ਟੁਰੇ ਨਾ ਤੇ ਇਹ ਆਖਣਗੇ ਕਿ ਇਹ ਤਾਂ ਬੜੇ ਸਿੱਧੇ ਤੋਂ ਸਦਾ ਸੁਦਾ ਸੰਦੇ ਨੇ, ਡਰੇ ਸਾਂ ਸੀ। ਅੱਗੇ ਫੌਜ ਵੇਖੀ, ਫੌਜ ਜੀ ਖਲੋਤੇ ਸਾਨੂੰ ਵੇਖਣ ਦੇ, ਖਲੋ ਕੇ ਮੁਲਜ਼ਮ ਆ ਰਹੇ ਨੇ। ਅਸੀਂ ਸਾਰੇ ਲੰਗਾਣ, ਕੋਈ ਲੱਤ ਨੂੰ ਲੰਗਾ ਕੇ ਟੁਰ ਲਾ ਪਿਆ, ਕੋਈ ਕਿਸੇ ਨੇ ਬਾਂਹ ਫੜ ਲਈ, ਕੋਈ ਗੋਡੇ ਨੂੰ ਹੱਥ ਲਾ ਲਿਆ ਕਿਸੇ ਨੇ, ਕੋਈ ਬਹਿ ਗਿਆ ਥੱਲੇ, ਕੋਈ ਹਾਏ ਹਾਏ ਲਾ ਪਿਆ ਕਰਨ ਝੂਠੀ। ਯਾਰ ਅਸੀਂ ਬਹਾਨੇ ਬੁੰਨੇ ਲਾ ਕੇ ਨਾ ਉਹ ਸਾਨੂੰ ਆਪੀ ਬਾਂਹ ਫੜ ਕੇ ਸਾਨੂੰ ਲੈ ਗਏ ਆਪਣੇ ਕੋਲ ਉੱਥੇ ਚੌਕੀ 'ਚ, ਖੈਮਿਆਂ 'ਚ। ਜਦੋਂ ਖੈਮਿਆਂ 'ਚ ਲੈ ਕੇ ਸਾਨੂੰ ਉਹਨਾਂ ਨੇ ਦਵਾਈ ਸ਼ਵਾਈ ਦਿੱਤੀ, ਕੋਈ ਸਾਨੂੰ ਉਹਨਾਂ ਨੇ ਖਾਣ ਪੀਣ ਦਾ ਸਮਾਨ ਦਿੱਤਾ, ਚੌਲਾਂ ਦੀਆਂ ਥੈਲੀਆਂ ਦਿੱਤੀਆਂ ਐਡੀਆਂ ਐਡੀਆਂ, ਕੁਛ ਸਬਜ਼ੀਆਂ ਦਿੱਤੀਆਂ, ਹਰੀਆਂ ਮਿਰਚਾਂ, ਟਮਾਟਰ, ਆਇਲ ਸ਼ਾਇਲ ਦਿੱਤਾ, ਉਹਨਾਂ ਨੇ ਕਿਹਾ ਬਣਾਓ ਅਤੇ ਖਾਓ, ਮੌਜਾਂ ਮਾਰੋ। ਅਸੀਂ ਬੜੇ ਰਾਜੀ ਅਸੀਂ ਆਖਿਆ ਵੀ ਲੈ ਵੀ ਅੱਜ ਤੋਂ ਰੱਜ ਕੇ ਖਾਵਾਂਗੇ ਰੋਟੀ ਬਣਾ ਕੇ। ਸਾਨੂੰ ਉਹਨਾਂ ਆਟਾ ਵੀ ਦਿੱਤਾ ਨਾਲ। ਆਟਾ ਤਾਂ ਰੋਟੀਆਂ ਤਾਂ ਕਿਸੇ ਨੂੰ ਬਣਾਉਣੇ ਨਾ, ਤਵਾ ਤਾਂ ਹੈ ਕੋਈ ਨਹੀਂ ਸੀ ਉੱਤੇ। ਖੈਰ ਅਸੀਂ ਚੌਲ ਛੋਲ ਬਣਾਏ ਜਨਾਬ, ਅਸੀਂ ਰਾਤ ਸਾਰੀ ਖਾਂਦੇ ਰਹੇ। ਆਟਾ ਟਿਕਲਾ ਪਤੀਲਾ ਵੱਡਾ ਦਿੱਤਾ ਸਾਨੂੰ ਏਡਾ ਸਾਰਾ, ਅਸੀਂ ਚੌਲ ਬਣਾਏ। 5-6 ਜਣੇ ਆਏ ਸਾਂ। ਬਾਕੀ ਜਿਹੜੇ ਸਨ ਸਾਰੇ ਨਾਲ ਦੇ ਉਹਨਾਂ ਨੇ ਆਖਿਆ ਅਸੀਂ ਟੁਰ ਜਾਣਾ, ਸਾਡੇ ਕੋਲ ਪੈਸੇ ਨਹੀਂ ਆਏ ਨੇ, ਅਸੀਂ ਟੁਰ ਕੇ ਜਾਣਾ ਹੈ। ਸਾਡੇ ਕੋਲ ਆਇਆ ਅਸੀਂ ਬੋਟ 'ਚ ਬਹਿ ਕੇ ਛੇਤੀ ਆ ਗਏ। ਅਸੀਂ ਰਾਤ ਚੌਲ ਬਣਾਏ, ਰਾਤ ਸਾਰੀ ਅਸੀਂ ਖਾਂਦੇ ਰਹੇ। ਅੱਧਾ ਘੰਟਾ ਲੰਘੇ ਫਿਰ ਖਾਣ ਲੱਗ ਪਏ, ਅੱਧਾ ਘੰਟਾ ਲੰਘੀ ਫਿਰ ਹੀ ਖਾਣ ਲੱਗ ਪਏ। ਰਾਤ ਸਾਰੀ ਅਸੀਂ ਪਤੀਲਾ ਚੌਲਾਂ ਦਾ ਮਕਾਇਆ, ਬੜੇ ਔਖੇ ਹਾਂ। ਦਿਨ ਲੰਘਿਆ, ਫਿਰ ਸਾਨੂੰ ਉਹਨੇ ਸਮਾਨ ਸਮੂਨ ਤਾਂ ਨਾਂ ਨੂੰ ਲੈ, ਸਾਡੇ ਉਹਨਾਂ ਨੇ ਤਲਾਕ ਦਿੱਤੀ, ਵਾਇਰਲੈਸ ਕੀਤੀ ਕਿ ਇੰਨੇ ਮੁਲਜ਼ਮ ਇੱਥੇ ਆਏ ਨੇ। ਉਹ ਜਿਹੜੇ ਸਾਡੇ ਨਾਲ ਦੇ ਸਾਥੀ ਹਨ ਉਹ ਹਲੇ ਪਿੱਛੇ ਜੰਗਲ ਵਿੱਚ ਟੁਰ ਕੇ ਆਉਂਦੇ ਤੇ ਰਾਤ ਉਹਨਾਂ ਨੂੰ ਪੈ ਗਈ, ਰਾਤ ਕਿਤੇ ਰਾਹ 'ਚ ਰਹਿ ਪਏ ਕਿਤੇ। ਫਿਰ ਉਹਨਾਂ ਨੇ ਸਾਨੂੰ ਆਖਿਆ $20 ਲੱਗਣਗੇ ਬੋਰਡ ਦਾ ਕਿਰਾਇਆ, ਇੱਥੋਂ ਕੋਈ 4-5 ਘੰਟੇ ਦਾ ਸਫ਼ਰ ਹੈ ਬੋਰਡ ਦਾ, ਤੈਨੂੰ ਬੋਰਡ 'ਤੇ ਭੇਜਾਂਗੇ। ਅਸੀਂ ਕਿਹਾ ਚਲੋ ਠੀਕ ਹੈ। ਸਾਡੇ ਕੋਲ ਉਹਨਾਂ ਨੇ ਪੈਸੇ ਲੈ ਲਏ $20 ਫੌਜ ਵਾਲਿਆਂ ਨੇ। ਉੱਥੇ ਬੋਰਡ ਦਾ ਮਾਲਕ ਆ ਗਿਆ, ਉਹਨੂੰ ਬੋਰਡ ਮਾਲਕ ਨੂੰ ਪੈਸੇ ਦੇ ਦਿੱਤੇ ਉਹਨਾਂ ਨੇ। ਉਹ ਸਾਨੂੰ ਬੋਰਡ ਵਾਲੇ ਨਾਲ ਬਿਠਾਇਆ, ਨਾਲ ਇੱਕ ਉਹਦੀ ਬੀਵੀ ਸੀ ਬੋਟ ਵਾਲੇ ਦੀ। ਅਸੀਂ ਕੋਈ 7-8 ਜਣੇ ਆਏ ਸਾਂ। ਅਸੀਂ ਉੱਥੋਂ ਟੁਰੇ, ਬੋਟ 'ਚ ਜਾ ਕੇ ਬਹਿ ਗਏ ਨਦੀ ਵਿੱਚੋਂ। ਅਸੀਂ ਉੱਥੋਂ ਨਿਕਲ ਗਏ। ਜਦੋਂ ਅਸੀਂ ਨਿਕਲੇ ਆ, ਕਿਊਬਾ ਦੇ ਹਨ ਕੁੜੀਆਂ ਮੁੰਡੇ। ਕਿਊਬਾ ਵਾਲਿਆਂ ਨੂੰ ਸਖਤੀ ਬਹੁਤ ਪਨਾਮਾ ਦੇ ਵਿੱਚ। ਕਿਊਬਾ ਵਾਲਿਆਂ ਨੂੰ ਸ਼ੂਟ ਦਾ ਆਰਡਰ ਹੈ ਕਿ ਕਿਊਬਾ ਵਾਲਿਆਂ ਨੂੰ ਜਿੱਥੇ ਪਨਾਮਾ 'ਚ ਵੇਖਣਗੇ ਨਾ ਪਨਾਮਾ ਵਾਲੇ, ਉਹਨਾਂ ਨੂੰ ਆਰਡਰ ਕਿ ਇਹਨਾਂ ਨੂੰ ਕਿਊਬਾ ਵਾਲਿਆਂ ਨੂੰ ਕੁੜੀ ਹੋਵੇ ਮੁੰਡਾ ਹੋਵੇ, ਉਹਨਾਂ ਨੂੰ ਸ਼ੂਟ ਕਰ ਦਿਓ। ਕਿਊਬਾ ਵਾਲੇ ਫਿਰ ਇਸ ਵਾਸਤੇ ਸਾਰਾ ਜਿੰਨਾ ਵੀ ਪਨਾਮਾ ਮੁਲਕ ਸਾਰਾ ਪੈਦਲ ਕ੍ਰਾਸ ਕਰਦੇ ਨੇ ਉਹ। ਅਤੇ ਕਿਤੇ ਜੇ ਕੋਈ ਟੈਕਸੀ ਲੱਭ ਜਾਏ, ਟੈਕਸੀ ਵਾਲੇ ਨੂੰ ਕੋਈ ਪੈਸੇ ਥੋੜ੍ਹੇ ਬਹੁਤੇ ਦੇ ਕੇ ਅਤੇ ਉਹ ਫਿਰ ਅੰਦਰ ਥੋੜ੍ਹਾ ਬਹੁਤਾ ਸਫ਼ਰ ਕਰਦੇ ਨੇ। ਅਤੇ ਜਾਣੀ ਕਿ ਜਿੱਥੇ ਕੋਈ ਨਾਕਾ ਹੁੰਦਾ ਹੋਵੇ, ਨਾਕਾ ਆਉਣ ਤੋਂ ਪਹਿਲਾਂ ਹੀ ਉਤਰ ਜਾਂਦੇ ਆ, ਜਿੱਥੇ ਚੈਕਿੰਗ ਨਾ ਹੋਏ ਉਹਨਾਂ ਦੀ। ਇਸ ਤਰ੍ਹਾਂ ਕਰਕੇ ਲੰਘਦੇ ਆ। ਅਸੀਂ ਗਏ, ਸਾਨੂੰ ਉਹ ਰਾਹ 'ਚ ਲੈ ਗਏ। ਜਦੋਂ ਉਹ ਰਾਹ 'ਚ ਨਦੀ ਸੀ, ਉਹ ਨਦੀ ਕਿਤੇ ਪਾਣੀ ਇੰਝ ਆਵੇ, ਜਦੋਂ ਪਾਣੀ ਅਸਲੀ ਜਾਂਦੀ ਕਿਤੇ ਇੰਝ ਆਵੇ, ਕਿਤੇ ਇੰਝ ਹੋ ਜਾਏ ਪਾਣੀ, ਕਿਤੇ ਇੰਝ। ਇੱਕ ਵਾਰੀ ਰਾਹ 'ਚ ਇੱਦਾਂ ਹੋਇਆ ਕਿ ਜਦੋਂ ਨਦੀ 'ਚ ਇੰਝ ਆਉਂਦੇ ਸੀ ਬੋਟ ਨਦੀ ਵਿੱਚ, ਉਹ ਪਾਣੀ ਦੇ ਕੋਈ ਢਾਲ ਆਈ, ਇੰਝ ਨਹੀਂ ਹੋਣਾ ਸੀ। ਫਿਰ ਸਿੱਧਾ ਜਦੋਂ ਇੰਝ ਗਈ ਤਾਂ ਥੱਲੇ ਪਾਣੀ ਦੀ ਲੰਘ ਗਈ, ਉਹ ਥੱਲੇ ਲੰਘ ਗਈ ਅਤੇ ਅਸੀਂ ਉੱਤੇ ਤੁਰ ਕੇ ਸਾਈਡ 'ਤੇ ਨਿਕਲ ਆਏ। ਉਹ ਬੋਟ ਕਿੰਨੀ ਅੱਗੋਂ ਜਾ ਕੇ ਅਤੇ ਥੱਲੇ ਬਾਹਰ ਨਿਕਲੀ। ਫਿਰ ਉਹ ਸਾਰੇ ਬਾਹਰ ਨਿਕਲਣ ਕੋਲ ਆਏ ਤਰ ਕੇ ਸਾਈਡਾਂ ਨੂੰ। ਬੋਟ ਅੱਗੋਂ ਜਾ ਕੇ ਫੜੀ ਉਹਨਾਂ ਨੂੰ ਤੁਰ ਕੇ। ਫਿਰ ਜਿਹੜਾ ਜਿਹਦੀ ਹੈ ਸੀ ਮਾਲਕ ਦੀ, ਡਰਾਈਵਰ ਦੀ, ਉਹਨੇ ਫੜ ਕੇ ਫਿਰ ਉੱਥੋਂ ਡੱਕੀ ਸਾਈਡ 'ਤੇ ਲਾਈ ਉਹਨੇ ਖਿੱਚ ਖੁੱਚ ਕੇ। ਫਿਰ ਅਸੀਂ ਗਏ ਜਾ ਕੇ ਫਿਰ ਵਿੱਚ ਬਹਿ ਗਏ। ਫਿਰ ਟੁਰ ਪਏ, ਵਿੱਚ ਪਾਣੀ ਪੂਣੀ ਕੱਢਿਆ ਅਸੀਂ ਹੱਥਾਂ ਨਾਲ। ਫਿਰ ਟੁਰ ਕੇ ਕੋਈ 4-5 ਘੰਟੇ ਦਾ ਸਫ਼ਰ ਕੀਤਾ। ਫਿਰ ਅਸੀਂ ਪਨਾਮਾ ਕੈਂਪ 'ਚ ਅੱਪੜ ਗਏ, ਜਿੱਥੇ ਇਮੀਗ੍ਰੇਸ਼ਨ ਹੁੰਦੀ ਹੈ ਪਨਾਮਾ ਦੀ, ਉੱਥੇ ਅੱਪੜ ਗਏ ਅਸੀਂ। ਸਾਨੂੰ ਉਹਨਾਂ ਨੇ ਪਹਿਲਾਂ ਤਾਂ ਉੱਥੇ ਥੱਲੇ ਬਿਠਾ ਦਿੱਤਾ ਸਾਈਡ 'ਤੇ ਲੈਣ ਦੇ ਵਿੱਚ, ਬਹਿ ਜਾਓ ਇੱਥੇ। ਅਸੀਂ ਬੈਠੇ ਰਹੇ, ਜਿਉਂ ਬੈਠੇ ਸਾਡੇ ਕੋਲ ਨਾ ਕੋਈ ਪੁੱਛਣ ਵੀ ਹਾਂ ਵੀ ਕਿੱਧਰ ਆਏ ਹੋ, ਕੌਣ ਤੁਸੀਂ, ਕੀ ਲੈਣਾ ਹੈ, ਕਿੱਧਰ ਜਾ ਰਹੇ ਹੋ, ਕੋਈ ਨਾ ਕੋਈ ਗੱਲ ਨਾ ਕੋਈ ਬਾਤ। 1.5 ਘੰਟਾ ਲੰਘਿਆ ਸਾਨੂੰ ਉੱਥੇ ਬਹਿ ਕੇ। ਅਸੀਂ ਬੜੇ ਉੱਥੇ ਥੱਕੇ ਹਾਂ, ਅਸੀਂ ਅੱਗੇ ਭੁੱਖ ਦੇ ਜੱਬੇ ਸਾਂ। ਅਸੀਂ ਉੱਥੇ ਖਲੋ ਗਏ, ਬੈਠੇ ਰਹੇ। ਅਖੀਰ ਇੱਕ ਫੌਜੀ ਆਇਆ ਲਿਸਟ ਦੀ ਲੈ ਕੇ, ਉਹਨੇ ਆਖਿਆ ਆਪਣੇ ਨਾਂ ਲਿਖੋ ਸਾਰੇ। ਉਹ ਸਾਰੇ ਆਪਣੇ ਨਾਂ ਲਿਖੇ। ਨਾਂ ਲਿਖ ਕੇ ਤੇ ਉਹਨਾਂ ਨੇ ਕਿਹਾ ਕਿ ਹਾਂਜੀ ਕਿੱਧਰ ਜੀ, ਅਸੀਂ ਅਸੀਂ ਅਮਰੀਕਾ ਜਾ ਰਹੇ ਹਾਂ। ਉਹਨੇ ਕਿਹਾ ਠੀਕ ਹੈ। ਉਹਨਾਂ ਨੇ ਇਮੀਗ੍ਰੇਸ਼ਨ ਕੀਤੀ ਉੱਥੇ। ਇਮੀਗ੍ਰੇਸ਼ਨ ਕੀਤੀ ਅਤੇ ਮੇਰੇ ਆ ਖੱਬੇ ਹੱਥ 'ਚ ਕੰਡੇ ਵੱਜੇ ਸਨ ਜੰਗਲ ਦੇ ਵਿੱਚ ਨਾ। ਮੈਂ ਇੱਕ ਜਗ੍ਹਾ ਤੋਂ ਨਾ ਇੱਕ ਖਾਈ ਸੀ ਅਤੇ ਮੈਂ ਉੱਥੇ ਡਿੱਗਣ ਲੱਗਾ ਹਾਂ ਅਤੇ ਉਸ ਤੋਂ ਮੈਂ ਦਰਖਤ ਨੂੰ ਹੱਥ ਪਾਇਆ। ਦਰਖਤ 'ਚ ਕੰਡੇ ਵਾਲਾ ਮੇਰਾ ਸਾਰੇ ਹੱਥ 'ਚ ਕੰਡੇ ਵੱਜ ਗਏ, 9 ਕੰਡੇ ਵੱਜੇ ਹਨ। ਅਤੇ ਫਿਰ ਉਹ ਇਮੀਗ੍ਰੇਸ਼ਨ ਵਾਲੀ ਜਿਹੜੀ ਕੁੜੀ ਸੀ ਨਾ, ਲੇਡੀਜ਼, ਉਹ ਬਹੁਤ ਅੱਛੀ ਸੀ। ਉਹਨੇ ਫਿਰ ਮੈਨੂੰ ਸੂਈ ਨਾਲ ਮੇਰੇ ਕੰਡੇ ਕੱਢੇ ਹਨ ਉੱਥੇ। ਉਸ ਤੋਂ ਬਾਅਦ ਫਿਰ ਉਹਨੇ ਮੈਨੂੰ 2 ਦਿਨ ਉੱਥੇ ਆਪਣੇ ਕੋਲ ਰੱਖਿਆ। ਉਹਨੇ ਮੇਰੇ ਹੱਥ ਦਾ ਇਲਾਜ, ਦਵਾਈ ਦਿੱਤੀ ਉਹਨੇ ਮੈਨੂੰ ਲੈ ਕੇ ਉੱਥੋਂ। ਉਹਨੇ ਮੇਰਾ ਘਰ ਵੀ ਰਾਬਤਾ ਕਰਾਇਆ। ਉਸ ਤੋਂ ਬਾਅਦ ਅਸੀਂ ਉੱਥੋਂ ਫਿਰ 2 ਦਿਨ ਰੁਕੇ। ਫਿਰ ਉਹਨੇ ਸਾਡੀ ਇਮੀਗ੍ਰੇਸ਼ਨ ਕੀਤੀ, ਆਈ ਸਕੈਨ ਕੀਤੇ। ਉਹਨੇ ਕਿਹਾ ਕਿ ਤੁਸੀਂ ਕਲੀਅਰ ਹੁਣ ਜਾ ਸਕਦੇ ਹੋ। ਉਹਨਾਂ ਫਿਰ ਸਾਨੂੰ ਆਪਣੀ ਬੱਸ ਦਿੱਤੀ, $20 ਲਏ। $20 ਲੈ ਕੇ ਸਾਨੂੰ ਉਹਨੇ ਪਹੁੰਚਾਇਆ ਪਨਾਮਾ ਦੇ ਸਿਟੀ ਦੇ ਦਰਮਿਆਨ ਦੇ ਵਿੱਚ।
ਜਦੋਂ ਸਾਨੂੰ ਪਨਾਮਾ ਦੇ ਦਰਮਿਆਨ 'ਚ ਪਹੁੰਚਾਇਆ, ਅੱਗੋਂ ਉੱਥੇ ਇੱਕ ਬੱਸ ਸੀ, ਉਹਨਾਂ ਨੇ ਉੱਥੇ ਲਾਇਆ ਅਤੇ ਉਸ ਬੱਸ 'ਚ ਵਾੜ ਦਿੱਤਾ। ਹੈ ਗੌਰਮੈਂਟ ਦੀਆਂ ਬੱਸਾਂ ਸਨ। $20 ਫਿਰ ਉਹਨਾਂ ਨੇ ਲਏ, ਉਸ ਬੱਸ ਵਾਲੇ ਨੇ ਸਾਨੂੰ ਉਹਨੇ ਲਾਤਾ ਜਾ ਕੇ ਕੋਸਟਾਰੀਕਾ ਵਾਲੇ ਬਾਰਡਰ 'ਤੇ। ਪਨਾਮਾ ਤੋਂ ਅੱਗੇ ਮੁੜਕ ਪੈਂਦਾ ਕੋਸਟਾਰੀਕਾ। ਜਦੋਂ ਕੋਸਟਾਰੀਕਾ ਲਾਇਆ ਜਾ ਕੇ ਉਹਨਾਂ ਨੇ, ਅਤੇ ਕੋਸਟਾਰੀਕਾ ਅਸੀਂ ਉਤਰ ਕੇ ਅਤੇ ਅਸੀਂ ਜਿਹੜਾ ਨਾ ਰਾਤ ਦਾ ਟਾਈਮ ਸੀ, ਰਾਤ ਸਾਰੀ ਉੱਥੇ ਇੱਕ ਲੱਗਾ ਸੀ ਲੋਹੇ ਜਿਹਦਾ ਸ਼ੇਡ ਜਿਹਾ, ਉਹ ਥੱਲੇ ਰਾਤ ਸਾਰੀ ਇਹਨਾਂ ਨੇ ਬਿਠਾਈ ਰੱਖਿਆ। ਥੱਲੇ ਜ਼ਮੀਨ 'ਤੇ ਕੁਛ ਸੁੱਤੇ ਸਾਂ, ਕੁਝ ਜਾਗਣ ਦੇ ਸਾਂ, ਹਰ ਰੀਲ ਹੁੰਦੇ ਰਹੇ ਅਸੀਂ ਰਾਤ ਸਾਰੀ। ਉਹ ਇੱਕ ਉੱਥੇ ਆਇਆ ਫੌਜੀ ਨਿੱਕੇ ਕੱਦ ਦਾ ਬਾਂਦਰ ਜਿਹਾ, ਉਹ ਸਾਨੂੰ ਆਂਦਾ ਯੂ ਉਸਾਮਾ ਬਿਨ ਲਾਦਨ। ਜਿਹੜਾ ਉਹਨੂੰ ਪੁੱਛਿਆ ਕਿੱਥੋਂ ਦੇ, ਪਾਕਿਸਤਾਨ ਦੇ। ਨਾਲ ਨੇ ਪੁੱਛਿਆ ਕਿੱਥੋਂ ਦੇ, ਪਾਕਿਸਤਾਨ ਦੇ। ਉਹ ਜਿਹੜੇ ਪਾਕਿਸਤਾਨੀ ਸੀ ਸਾਨੂੰ ਤਿੰਨਾਂ ਨੂੰ ਆਖਿਆ ਤੁਸੀਂ ਉਸਾਮਾ ਬਿਨ ਲਾਦਨ ਹੋ। ਉਹ ਅਸੀਂ ਉਹਦੇ ਗਲ ਗੁਲ ਪਈਏ ਵੀ ਉਸਾਮਾ ਬਿਨ ਲਾਦਨ ਪਾਕਿਸਤਾਨ ਦਾ ਨਹੀਂ ਹੈ। ਖੈਰ ਕੋਈ ਜਾਨ ਜੂਨ ਚਲਾਈ ਬੜੀ ਔਖੀ, ਉਹਦੇ ਉੱਦਾਂ ਹੀ ਲੜ ਲੁੜ ਪਏ। ਸਾਨੂੰ ਉਹ ਵੀ ਗੁੱਸੇ ਹੋਇਆ, ਸਾਨੂੰ ਪਿਸਤੌਲ ਕੱਢ ਕੇ ਸਾਨੂੰ ਉਹਨੇ ਵਹਾਇਆ 2-3 ਵਾਰੀ ਕਿ ਚੁੱਪ ਕਰੋ। ਅਸੀਂ ਉੱਥੋਂ ਕੋਸਟਾਰੀਕਾ ਵਾਲੇ ਬਾਰਡਰ 'ਤੇ ਹਾਂ, ਫਿਰ ਪਨਾਮਾ ਵਾਲੇ ਸਾਨੂੰ ਦੇ ਦਿੱਤਾ ਕੋਸਟਾਰੀਕਾ ਵਾਲੀ ਫੌਜ ਨੂੰ। ਸਵੇਰ ਦੇ ਦਿਨ ਚੜ੍ਹਿਆ, ਜਦੋਂ ਉਹਨਾਂ ਨੂੰ ਦੇ ਦਿੱਤਾ, ਉੱਥੇ ਅਸੀਂ ਰਾਤ ਬੰਦੇ ਇਕੱਠੇ ਹੋ ਗਏ, 2 ਬੱਸਾਂ ਭਰੀਆਂ ਹਨ ਸਾਡੀਆਂ, ਕੋਈ 70-80 ਬੰਦੇ ਇਕੱਠੇ ਹੋ ਗਏ। ਬਹੁਤ ਹੀ ਸਨ, ਕੋਈ ਥੋੜ੍ਹੇ ਨਹੀਂ ਸਨ ਆਇਆ। ਕਮ ਸੇ ਕਮ 100-125 ਕੁੜੀਆਂ ਮੁੰਡੇ, ਕੋਈ ਅਫਰੀਕਾ ਦੇ ਹਨ, ਕੋਈ ਕਿਊਬਾ ਦੇ ਹਨ, ਸਾਰੇ ਉਰਾਂ ਪਰਾਂ ਰਲੇ ਮਿਕਸ ਸਨ। ਕੋਈ ਇੰਡੀਅਨ ਸਨ, ਕੋਈ ਪਾਕਿਸਤਾਨੀ, ਕੋਈ ਬੰਗਾਲੀ ਸਨ। ਉੱਥੇ ਜਦੋਂ ਅਸੀਂ ਗਏ, ਉਹਨਾਂ ਸਾਨੂੰ ਫੜ ਲਿਆ, ਸਾਨੂੰ ਉਹਨਾਂ ਨੇ ਆਪਣੇ ਨਾਲ ਲੈ ਕੇ ਪੈਦਲ ਹੀ ਵਾਕ ਕਰਵਾ ਕੇ ਉਹਨਾਂ ਰੋਡ ਬੰਦ ਕਰ ਦਿੱਤਾ ਦੋਵਾਂ ਸਾਈਡਾਂ ਤੋਂ। ਦਰਮਿਆਨ ਤੋਂ ਲਾਈਨ ਬਣਾਈ ਚੰਗੀ ਲੰਮੀ, ਅਤੇ ਉਹ ਸਾਨੂੰ ਲੈ ਗਏ। ਉਹ ਜਦੋਂ ਲੈ ਗਏ ਉਹ, ਅਤੇ ਸਾਨੂੰ ਉਹਨਾਂ ਨੇ ਇੱਕ ਬਰਾਂਡਾ ਚੰਗਾ ਲੰਮਾ ਜਿਹਾ, ਸਾਨੂੰ ਉਹਨੇ ਬਰਾਂਡੇ 'ਚ ਬਿਠਾ ਦਿੱਤਾ ਵੀ ਇੱਥੇ ਤੁਸੀਂ ਬਹਿ ਜਾਓ ਸਾਰੇ ਲਾਈਨ ਦੇ ਵਿੱਚ। ਸਾਨੂੰ ਉਹਨੇ ਪਾਣੀ ਪਿਆ ਪਹਿਲਾਂ, ਫਿਰ ਉਹਨਾਂ ਨੇ ਬਿਸਕਿਟ ਦਿੱਤੇ, ਕੁਕੀਜ਼ ਦਿੱਤੇ ਸੀ, ਉਹ ਖਾਧੀਆਂ ਉੱਥੇ ਬਹਿ ਕੇ। ਉਸ ਤੋਂ ਬਾਅਦ ਸਾਡੇ ਉਹਨਾਂ ਨੇ ਇੱਕ ਪੇਜ ਫੜਾ ਦਿੱਤਾ, ਇਹਨੂੰ ਫਿਲ ਕਰੋ, ਇੰਗਲਿਸ਼ ਵਿੱਚ ਸੀ ਉਹ। ਉੱਤੇ ਆਪਣਾ ਨਾਮ ਨੂਮ ਸੀ, ਮਦਰ ਨੇਮ, ਫਾਦਰ ਨੇਮ, ਨੈਸ਼ਨੈਲਿਟੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ, ਕਿੱਦਾਂ ਪਿੱਛੋਂ ਲੰਘ ਕੇ ਆਏ ਹੋ, ਕਿਹੜੇ ਮੁਲਕ 'ਚੋਂ, ਉਹ ਲੈਣਾ ਸੀ ਉਹਦੇ ਉੱਤੇ ਤੁਸੀਂ। ਉਹ ਲਿਖ ਕੇ ਫਾਰਮ ਫਿਲ ਕੀਤਾ ਸੀ, ਉਹਨਾਂ ਨੂੰ ਦੇ ਦਿੱਤਾ। ਉਹਨਾਂ ਸਾਡੇ ਫਿੰਗਰਪ੍ਰਿੰਟ ਕੀਤੇ, ਆਈ ਸਕੈਨ ਕੀਤੇ। ਸਾਨੂੰ ਉਹਨਾਂ ਨੇ ਆਪਣੀ ਗੱਡੀ 'ਚ ਬਿਠਾਇਆ, ਸਾਨੂੰ ਉਹਨਾਂ ਨੇ ਕੋਸਟਾਰੀਕਾ ਵਾਲਾ ਕੈਂਪ ਸੀ, ਸਾਨੂੰ ਉੱਥੇ ਉਹਨਾਂ ਨੇ ਭੇਜ ਦਿੱਤਾ ਕੈਂਪ ਦੇ ਵਿੱਚ। ਅਸੀਂ ਕੈਂਪ 'ਚ ਰਹੇ ਜਾ ਕੇ ਇੱਕ ਰਾਤ। ਸਾਨੂੰ ਉਹਨਾਂ ਨੇ ਉੱਥੇ ਖਾਣਾ ਅੱਛਾ ਦਿੱਤਾ, ਦਵਾਈਆਂ ਦਿੱਤੀਆਂ, ਮੈਡੀਸਨ ਦਿੱਤੀਆਂ। ਕਿਸੇ ਨੂੰ ਜ਼ਖਮ ਹੋਏ ਸਨ, ਕਿਸੇ ਨੂੰ ਕੋਈ ਪ੍ਰੋਬਲਮ ਸੀ, ਕਿਸੇ ਨੂੰ ਦਰਦ ਹੋ ਰਹੀ, ਕਿਸੇ ਪੈਰਾਂ ਨੂੰ ਜ਼ਖਮ ਸਨ, ਕਿਸੇ ਨੂੰ ਕੁਛ ਸੀ, ਕਿਸੇ ਨੂੰ ਕੁਛ ਸੀ। ਸਾਡੇ ਉਹਨਾਂ ਨੇ ਅੱਛੀ ਮਤਲਬ ਕਿ 2 ਦਿਨ ਰੱਖ ਕੇ ਉਹਨਾਂ ਨੇ ਸਾਨੂੰ ਟਰੀਟਮੈਂਟ ਕੀਤਾ। ਅਸੀਂ ਉੱਥੇ 2 ਦਿਨ ਰੁਕਣੇ ਤੋਂ ਬਾਅਦ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਸਕਦੇ ਹੋ, ਜੇ ਕੋਈ ਰੁਕਣਾ ਚਾਹੁੰਦਾ ਉਹ ਰੁਕ ਸਕਦਾ ਹੈ, ਜੇ ਕੋਈ ਜਾਣਾ ਚਾਹੁੰਦਾ ਜਾ ਸਕਦਾ ਹੈ। ਅਸੀਂ ਕਿਹਾ ਕਿ ਨਹੀਂ ਜਾਣਾ ਚਾਹੁੰਦੇ ਹਾਂ। ਉਹ ਸਾਡੇ ਕੋਲ ਥੋੜ੍ਹੇ ਜਿਹੇ ਹਾਲਾਤ ਠੀਕ ਸਨ, ਕਿਉਂਕਿ ਅਸੀਂ ਮਤਲਬ ਕਿ ਇੰਨੇ ਜ਼ਖਮਾਂ ਤੋਂ ਪਾਕ ਸਾਫ ਸਨ ਸਾਰਾ, ਮਤਲਬ ਕੋਈ ਨਹੀਂ ਸੀ ਆ ਕੋਈ ਟੈਨਸ਼ਨ। ਅਸੀਂ ਉੱਥੋਂ ਨਿਕਲ ਗਏ। ਜਦੋਂ ਉਸ ਕੈਂਪ 'ਚੋਂ ਅਸੀਂ ਬਾਹਰ ਨਿਕਲੇ, ਇੱਕ ਟੈਕਸੀ ਲਈ ਅਸੀਂ ਬੱਸ ਲੈ ਟੁਰ ਗਏ। ਉਹਨੂੰ ਅਸੀਂ ਕਿਹਾ ਕਿ ਅਸੀਂ ਜਾਣਾ ਬਈ ਬਾਰਡਰ ਦੇ ਉੱਤੇ, ਕਿੱਦਾਂ ਸਾਨੂੰ ਲੈ ਕੇ ਜਾਊਂਗਾ। ਉਹਨੇ ਕਿਹਾ ਕਿ ਕਿਹੜੀ ਬੱਸ ਜਾਏਗੀ ਉੱਥੇ। ਉਹਨੇ ਸਾਨੂੰ ਕਿਹਾ ਕਿ ਇੱਥੋਂ ਬੱਸ ਜਾਂਦੀ ਹੈ ਇੱਕ ਲਕਰੂਜ਼, ਐਂਡ ਬਾਰਡਰ ਪੈਂਦਾ ਉਹਦਾ ਕੋਸਟਾਰੀਕਾ ਤੋਂ, ਕਿ ਉਹ ਮੁਲਕ ਹੁੰਦਾ ਨਿਕਾਰਾਗੁਆ, ਉਹਦਾ ਅਤੇ ਇਹਦਾ ਕੋਸਟਾਰੀਕਾ ਦਾ ਬਾਰਡਰ ਪੈਂਦਾ ਆਪਣਾ ਲਕਰੂਜ਼। ਉੱਥੇ ਇਮੀਗ੍ਰੇਸ਼ਨ ਨੇ, ਬੱਸ ਤੁਹਾਨੂੰ ਉੱਥੇ ਲੈ ਜਾਏਗੀ। ਅਸੀਂ ਕਿਹਾ ਚਲੋ ਠੀਕ ਹੈ। ਅਸੀਂ ਬਹਿ ਗਏ ਬੱਸ 'ਚ, ਦਿਨ ਵੀ ਸਫ਼ਰ ਕੀਤਾ, ਰਾਤ ਵੀ ਸਫ਼ਰ ਕੀਤਾ, ਪਹੁੰਚ ਗਏ ਸੀ ਉੱਥੇ। ਜਦੋਂ ਦਿਨੇ ਪਹੁੰਚੇ ਅਤੇ ਉੱਥੇ ਬੱਸਾਂ ਬੁੱਸਾਂ ਨੇ ਪੁੱਛਿਆ ਵੀ ਹਾਂ ਵੀ ਕਿੱਧਰ ਨੂੰ। ਅਸੀਂ ਤਾਂ ਖਾਣਾ ਵਗੈਰਾ ਪਹਿਲਾਂ ਤਾਂ ਖਾਧਾ, ਅਤੇ ਲੋਕਾਂ ਨੂੰ ਅਸੀਂ ਪੁੱਛਿਆ ਵੀ ਉਹ ਸਾਨੂੰ ਕੋਈ ਇੰਡੀਅਨ ਮੁੰਡੇ 2 ਦਿਨ ਟੱਕਰੇ, ਉਹਨਾਂ ਨੂੰ ਅਸੀਂ ਪੁੱਛਿਆ, ਉਹ ਏਜੰਟ ਦੇ ਬੰਦੇ ਸਨ। ਸਾਡਾ ਕੋਈ ਏਜੰਟ ਨਹੀਂ ਸੀ ਆਇਆ ਉੱਥੇ, ਸਾਡਾ ਏਜੰਟ ਸਾਨੂੰ ਰਾਬਤਾ ਛੱਡ ਗਿਆ ਸੀ ਬਿਲਕੁਲ ਹੀ। ਅਸੀਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਇਸ ਤਰ੍ਹਾਂ ਕਰੋ, ਤੁਸੀਂ ਬੱਸ ਲਓ, ਇੱਕ ਬੱਸ ਇੱਥੇ ਹੁੰਦੀ ਹੈ, ਉਹ ਇੱਥੇ ਕਰਕੇ ਅਤੇ ਉਸ ਦੀ ਇੱਥੇ ਲੋਕ ਭਰਦੇ ਨੇ, ਤੋਂ ਬਾਰਡਰ ਤੋਂ ਲੈ ਜਾਂਦੀ, ਇਮੀਗ੍ਰੇਸ਼ਨ ਕਰਵਾ ਕੇ ਫਿਰ ਅਗਲੇ ਮੁਲਕ ਛੱਡਦੀ ਜਾ ਕੇ। ਅਸੀਂ ਕਿਹਾ ਚਲੋ, ਅਸੀਂ ਉਹ ਬੱਸ 'ਚ ਬਹਿ ਕੇ ਜਾ ਕੇ ਉਹ ਇਮੀਗ੍ਰੇਸ਼ਨ 'ਤੇ ਜਾ ਕੇ ਸਾਨੂੰ ਲਾਇਆ। ਅਸੀਂ ਲੱਥਣ ਦੀ ਬਜਾਏ ਅਸੀਂ ਉੱਥੋਂ ਬੱਸ 'ਚੋਂ ਨਿਕਲੇ ਅਤੇ ਅਸੀਂ ਪਰਾਂ ਨੂੰ ਹੋ ਗਏ। ਉੱਥੇ ਏਜੰਟ ਫਿਰਦੇ ਪਏ ਹਨ, ਕੋਈ ਆਖੇ ਤੁਹਾਨੂੰ ਆਓ ਅਸੀਂ ਨਿਕਾਰਾਗੁਆ ਵਾੜ ਜਾਈਏ, ਕੋਈ ਸਾਨੂੰ ਆਖੇ ਤੁਹਾਨੂੰ ਆਓ ਅਸੀਂ ਅਮਰੀਕਾ ਭੇਜਦੇ ਹਾਂ, ਕੋਈ ਕੋਈ ਇੰਝ। ਉੱਥੋਂ ਦੇ ਸਪੈਨਿਸ਼ ਹਨ ਲੋਕ, ਉਹਨਾਂ ਨੂੰ ਇੰਗਲਿਸ਼ ਵੀ ਆਉਂਦੀ ਸੀ। ਉਹਨਾਂ ਨੇ ਸਾਨੂੰ ਆਪਣੀ ਪੂਰਾ ਯਾਨੀ ਕਿ ਕਹਾਣੀ ਵਿੱਚ ਆਂਦਾ। ਅਸੀਂ ਉੱਥੋਂ ਟੁਰਦੇ ਇੱਕ ਬੰਦੇ ਨਾਲ ਗੱਲ ਹੋਈ, ਉਹਨੇ ਕਿਹਾ ਮੈਨੂੰ $20 ਦੇਵੋ ਅਤੇ ਤੁਹਾਨੂੰ ਮੈਂ ਨਾ ਉਹ ਦੀਵਾਰ ਸਾਹਮਣੇ 6 ਫੁੱਟ ਤੁਹਾਨੂੰ ਇਹ ਕ੍ਰਾਸ ਕਰਾਉਣਾ, ਅਤੇ ਅੱਗੇ ਫੌਜ ਵਾਲੇ ਹੋਣਗੇ, ਉਹ ਨਿਕਾਰਾਗੁਆ ਦੀ ਸਾਈਡ ਹੈ, ਤੁਹਾਨੂੰ ਉਹ ਫੜ ਲੈਣਗੇ, ਤੁਹਾਨੂੰ ਆਪੇ ਤੁਹਾਡੀ ਇਮੀਗ੍ਰੇਸ਼ਨ ਕਰਨਗੇ, ਤੁਹਾਨੂੰ ਕੰਟਰੀ ਆਊਟ ਦੇਣਗੇ, ਤੁਹਾਨੂੰ ਛੱਡ ਦੇਣਗੇ। ਅਸੀਂ ਕਿਹਾ ਚਲੋ ਠੀਕ ਹੈ। ਸਾਨੂੰ ਲੋਕਾਂ ਹੋਰਾਂ ਸਾਨੂੰ ਇਹ ਖਬਰ ਦਿੱਤੀ ਸੀ ਵੀ ਇੰਝ ਹੀ ਹੁੰਦਾ ਉੱਥੇ ਬਾਰਡਰ 'ਤੇ।
ਜਦੋਂ ਅਸੀਂ ਉਹ ਕੰਧ ਦੇ ਕੋਲ ਗਏ, ਕੰਧ ਟੱਪੀ ਅਸੀਂ ਸਪੀਡ ਨਾਲ ਟੱਪ ਕੇ ਥੋੜ੍ਹਾ ਅੱਗੇ ਗਏ, ਸਾਨੂੰ ਫੌਜ ਨੇ ਫੜ ਲਿਆ, ਨਿਕਾਰਾਗੁਆ ਦੇ ਫੌਜੀਆਂ ਨੇ ਸਾਨੂੰ ਉਹਨਾਂ ਨੇ ਫੜਿਆ ਗਏ। ਫੜਨ ਤੋਂ ਬਾਅਦ ਸਾਨੂੰ ਉਹ ਆਪਣੇ ਖੈਮੇ 'ਚ ਲੈ ਗਏ। ਸਾਨੂੰ ਉਹਨਾਂ ਨੇ ਪਹਿਲਾਂ ਟੌਰਚਰ ਕੀਤਾ ਅੱਧਾ ਘੰਟਾ। ਕਰਨ ਤੋਂ ਬਾਅਦ ਫਿਰ ਸਾਨੂੰ ਉਹਨਾਂ ਨੇ ਫਿੰਗਰਪ੍ਰਿੰਟ ਕੀਤੇ। ਸਾਨੂੰ ਉਹਨਾਂ ਨੇ ਪੁੱਛਿਆ ਤੁਸੀਂ ਕਿੰਨਾ ਖਰਚਾ ਕੀਤਾ ਹੈ, ਕਿੰਨੀ ਕਿੰਨੀ ਜਾਏ ਪਿੱਛੋਂ ਜੇ ਉਹ ਏਜੰਟ ਦਾ ਨਾਮ ਪੁੱਛਿਆ, ਫਿਰ ਸਾਡਾ ਏਜੰਟ ਹੀ ਕੋਈ ਨਹੀਂ ਆ ਕੋਈ। ਖੈਰ ਅਸੀਂ ਉਹਨੂੰ ਸਾਰੀ ਰਾਮ ਕਹਾਣੀ ਆਪਣੀ ਸੁਣਾਈ। ਟਰਾਂਸਲੇਟਰ ਨੂੰ ਰੱਖਿਆ ਸੀ ਆਪਣੇ ਕੋਲ ਇੱਕ, ਉਹ ਟਰਾਂਸਲੇਟਰ ਦੇ ਜ਼ਰੀਏ ਉਹਨੂੰ ਸਾਰੀ ਗੱਲਬਾਤ ਸੁਣਾਈ, ਆਪਣੀ ਰਾਮ ਕਹਾਣੀ ਸੁਣਾਈ। ਉਹਨੇ ਕਿਹਾ ਠੀਕ ਹੈ। 2-3 ਘੰਟੇ ਸਾਨੂੰ ਰੱਖਿਆ। ਉਸ ਤੋਂ ਬਾਅਦ ਆਪ ਕਹਿੰਦਾ ਕਿ ਆਓ ਤੁਹਾਨੂੰ ਇਮੀਗ੍ਰੇਸ਼ਨ 'ਤੇ ਲੈ ਕੇ ਜਾਣਾ ਹੋਵੇ। ਸਾਨੂੰ ਇਮੀਗ੍ਰੇਸ਼ਨ 'ਤੇ ਲੈ ਗਿਆ। ਉਹਨਾਂ ਦੀ ਇਮੀਗ੍ਰੇਸ਼ਨ ਫੀਸ ਸੀ $150। ਉਹ $150 ਲੈ ਕੇ ਤੇ ਸਾਨੂੰ ਉਹ ਛੱਡਦੇ। ਸਾਨੂੰ $150 ਲੈ ਕੇ ਸਾਨੂੰ ਉਹਨਾਂ ਨੇ ਦਿੱਤਾ ਕੰਟਰੀ ਆਊਟ ਉਹਨਾਂ ਨੇ ਦਿੱਤਾ ਸਾਨੂੰ। ਕਿ ਅਸੀਂ ਉਹਨੂੰ ਆਖਿਆ ਕਿ ਜਿਹੜਾ ਨਾ ਅੱਗੋਂ ਅਸੀਂ ਕਿਵੇਂ ਜਾਣਾ, ਸਾਨੂੰ ਸਮਝਾਇਆ ਪਿਆ ਇਹਨਾਂ ਨੇ ਬੱਸ ਲਵੋ, ਇਹ ਕੰਟਰੀ ਆਊਟ ਰਾਹ ਹੋਇਆ ਜਿੱਥੇ ਕੋਈ ਨਾਕਾ ਆਇਆ ਤੁਹਾਨੂੰ ਛੱਡ ਦੇਣ ਕਰਨਗੇ ਉਹ। ਇਸ ਜਗ੍ਹਾ ਠੀਕ ਹੈ। ਉਹ ਖੈਰ ਅਸੀਂ ਬੱਸ ਲਈ, ਅਸੀਂ ਸੀਟਾਂ ਬੁੱਕ ਕਰਾਈਆਂ, ਅਸੀਂ ਨਿਕਲ ਗਏ। ਅਗਲੇ ਜਦੋਂ ਬਾਰਡਰ 'ਤੇ ਗਏ ਸੀ, ਅਗਲਾ ਮੁਗਲਾ ਸੀ ਉਹਦਾ ਹੌਂਡਰਸ। ਜਦੋਂ ਉਹਦੇ ਬਾਰਡਰ 'ਤੇ ਪਹੁੰਚੇ, ਅਸੀਂ ਬਾਰਡਰ 'ਤੇ ਪਹੁੰਚੇ ਕਿ ਅਸੀਂ ਉੱਥੇ ਫੜਕ 'ਤੇ ਸਾਨੂੰ ਫੜ ਲਿਆ ਹੌਂਡਰਸ ਵਾਲਿਆਂ ਨੇ। ਹੌਂਡਰਸ ਵਾਲਿਆਂ ਫੜ ਕੇ ਸਾਨੂੰ ਸੁੱਟਤਾ ਕੈਂਪ ਦੇ ਵਿੱਚ। 9 ਦਿਨ ਅਸੀਂ ਹੌਂਡਰਸ ਦੇ ਜੇਲ੍ਹ ਦੇ ਵਿੱਚ ਰਹੇ। ਅਸੀਂ ਨਾ ਕੋਈ ਘਰ ਖਬਰ ਰਾਬਤਾ, ਨਾ ਇਹਨਾਂ ਨੂੰ ਪਤਾ, ਨਾ ਕੋਈ ਸਾਨੂੰ ਪਤਾ। ਕੋਈ ਸਮਝ ਨਾ ਆਏ ਵੀ ਕੀ ਹੋਣਾ, ਕੀ ਕਰਨਾ, ਕੀ ਨਹੀਂ। ਅਸੀਂ ਬੜੇ ਪਰੇਸ਼ਾਨ। ਅਸੀਂ ਉਹਦੇ ਬਾਵਜੂਦ ਵੀ ਜਨਾਬ 9 ਦਿਨ ਬੜੀ ਮੁਸ਼ਕਿਲਾਤ ਨਾਲ ਕੱਟੇ ਸੀ ਜੇਲ੍ਹ ਦੇ ਵਿੱਚ। ਉੱਥੇ ਹੌਂਡਰਸ ਦੀ ਖਾਣਾ ਖੁਣਾ ਦਿੰਦੇ ਸਾਨੂੰ 2-3 ਟਾਈਮ, ਕੌਫੀ ਵੀ ਦਿੰਦੇ ਹਨ, ਜੂਸ ਵੀ ਦਿੰਦੇ ਹਨ, ਕੋਕ ਦੀ ਬੋਤਲ ਵੀ ਦਿੰਦੇ ਹਨ ਲਿਆ ਖਾਣੇ ਦੇ ਨਾਲ। ਖਾਣਾ ਬੰਦਾ ਝੂਠ ਮਾਰੇ, ਖਾਣਾ ਸਹੀ ਦਿੰਦੇ ਸਾਨੂੰ 3 ਟਾਈਮ। ਉਸ ਤੋਂ ਬਾਅਦ ਸਾਨੂੰ ਉਹਨੇ ਛੱਡਿਆ 9 ਦਿਨ ਤੋਂ ਬਾਅਦ ਇਮੀਗ੍ਰੇਸ਼ਨ ਕਰਕੇ। ਰਾਤ ਤਕਰੀਬਨ ਕੋਈ 9-10 ਦਾ ਟਾਈਮ ਹੋਣਾ, ਰਾਤ ਬਾਰਿਸ਼ ਹੋ ਰਹੀ, ਸਾਨੂੰ ਠੰਡ ਵੀ ਬਹੁਤ ਜ਼ਿਆਦਾ ਸੀ ਉੱਥੇ ਹੌਂਡਰਸ 'ਚ। ਸਾਨੂੰ ਛੱਡ ਦਿੱਤਾ। ਅਸੀਂ ਰਾਤ ਨੂੰ ਸ਼ਾਪਿੰਗ ਕੀਤੀ, ਆਪਣੇ ਕੋਲ ਕੋਟ ਸ਼ੋਟ ਲਏ। ਸਾਹਮਣੇ ਮੋਲ ਸੀ ਇਮੀਗ੍ਰੇਸ਼ਨ ਦੇ, ਏਅਰਪੋਰਟ ਦੇ ਸਾਹਮਣੇ। ਏਅਰਪੋਰਟ ਸਾਨੂੰ ਉਹਨਾਂ ਰੱਖਿਆ ਸੀ, ਏਅਰਪੋਰਟ ਦੀ ਜੇਲ੍ਹ ਸੀ ਕਿ ਏਅਰਪੋਰਟ ਦੇ ਅੰਦਰ ਸਾਨੂੰ ਰੱਖਿਆ ਸੀ ਉਹਨਾਂ ਨੇ ਜੇਲ੍ਹ ਦੇ ਵਿੱਚ। ਅਸੀਂ ਉੱਥੋਂ ਨਿਕਲੇ, ਸ਼ਾਪਿੰਗ ਵਗੈਰਾ ਕੀਤੀ, ਮੋਬਾਈਲ ਵਗੈਰਾ ਲਿਆ, ਕੋਈ ਆਪਣਾ ਕੱਪੜੇ ਵਗੈਰਾ ਲਏ। ਅਸੀਂ ਉਹਨੂੰ ਸਾਨੂੰ ਸਮਝਾਇਆ ਵੀ ਇਮੀਗ੍ਰੇਸ਼ਨ ਕਿ ਅੱਗੋਂ ਤੁਸੀਂ ਇੰਨੇ ਜਾਇਓ ਅਤੇ ਅੱਗੋਂ ਇੰਨੇ ਬੱਸ ਲਿਓ ਫਲਾਣੀ ਸ਼ਹਿਰ ਦੀ, ਅਤੇ ਫਲਾਣੀ ਸ਼ਹਿਰ ਤੁਸੀਂ ਜਾਇਓ, ਅੱਗੋਂ ਉੱਥੇ ਫਿਰ ਬਾਰਡਰ ਹੈ। ਹੌਂਡਰਸ ਤੋਂ ਅੱਗੇ ਆਉਂਦਾ ਹੈ ਗੁਟੇਮਾਲਾ। ਅਸੀਂ ਗੁਟੇਮਾਲਾ ਗਏ। ਗੁਟੇਮਾਲਾ ਜਦੋਂ ਅਸੀਂ ਪਹੁੰਚੇ, ਜੰਗਲ ਦੇ ਵਿੱਚੋਂ ਦੀ ਅਸੀਂ ਸਫ਼ਰ ਕਰਾਸ ਕੀਤਾ, ਘੰਟਾ ਇੱਕ ਵਾਕ ਕੀਤੀ। ਹੌਂਡਰਸ ਦੇ ਵਿੱਚੋਂ ਦੀ ਬੜੇ ਜੰਗਲ 'ਚ, ਗੁਟੇਮਾਲਾ 'ਚ ਹੁੰਦੇ ਗੁਟੇਮਾਲਾ 'ਚ ਵੜ ਗਏ ਜੰਗਲ ਦੇ ਵਿੱਚੋਂ ਦੀ। ਏਜੰਟ ਦੇ ਨਾਲ ਸੀ, ਉਹਨੇ ਸਾਡੇ ਕੋਲ $10 ਲਏ ਸਾਰਿਆਂ ਕੋਲੋਂ। ਅਸੀਂ ਵਾਹਵਾ ਗਰੁੱਪ ਬੜਾ ਸੀ ਸਾਡਾ। ਕਿਊਬਾ ਦੇ ਕੁੜੀਆਂ ਮੁੰਡੇ ਸਨ ਨਾਲ, ਅਫਰੀਕਾ ਦੇ ਵੀ ਸਨ, ਕੋਈ ਇੰਡੀਅਨ ਸਨ। ਸਾਨੂੰ ਉਹਨੇ ਜਦੋਂ ਇਨ ਕਰਾਇਆ ਉੱਥੇ, ਅੱਗੇ ਹੀ ਟੈਕਸੀ ਲਈ। ਅਸੀਂ ਉਸ ਟੈਕਸੀ 'ਚ 9 ਜਣੇ ਵੜ ਗਏ। $35 ਸਾਡੇ ਨਾਲ ਗੱਲ ਮੁੱਕ ਗਈ। ਉਹਨੇ ਆਖਿਆ ਮੈਂ ਤੁਹਾਨੂੰ 3 ਨਾਕੇ ਰਾਹ ਚੁਣੂੰਗਾ, ਤੁਹਾਨੂੰ 3 ਨਾਕੇ ਮੈਂ ਕਰਾਸ ਕਰਵਾਵਾਂਗਾ। ਉਹ 3 ਨਾਕੇ ਅਸੀਂ ਕਰਾਸ ਕਰ ਗਏ। ਯਾਨੀ ਕਿ ਇੱਕ ਨਾਕਾ ਡੱਕੇ ਉੱਥੇ ਪੈਸੇ ਦਿੱਤੇ, ਅਗਲਾ ਡੱਕਿਆ ਉੱਥੇ ਪੈਸੇ ਦਿੱਤੇ, ਅਗਲੇ ਤੀਸਰਾ ਨਾਕਾ ਆਇਆ ਉੱਥੇ ਵੀ ਉਹਨੇ ਪੈਸੇ ਦਿੱਤੇ। ਚੈੱਕ ਪੋਸਟਾਂ 3 ਆਈਆਂ ਯਾਨੀ ਕਿ ਰਸਤੇ 'ਚ। ਉੱਥੋਂ ਗੁਜ਼ਰ ਕੇ ਸਾਨੂੰ ਉਹਨੇ ਇੱਕ ਬੱਸ ਟਰਮੀਨਲ 'ਤੇ ਜਾ ਕੇ ਲਾ ਦਿੱਤਾ। ਅਸੀਂ ਉੱਥੋਂ ਖਾਣਾ ਖੁਣਾ ਖਾਧਾ। ਪੁਲਿਸ ਵਾਲੇ ਸਾਨੂੰ ਆਏ, ਪੁਲਿਸ ਵਾਲੇ ਸਾਨੂੰ ਫੜ ਲਿਆ। ਫਿਰ ਉੱਥੇ ਆ ਕੇ ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਪਿੱਛੇ ਪੈਸੇ ਪੂਸੇ ਦੇ ਕੇ ਆਏ ਹਾਂ। ਸਿੱਧੀ ਗੱਲ ਦੱਸ ਦਿੱਤੀ ਉਹਨਾਂ ਨੂੰ। ਉਹ ਬਹੁਤ ਅੱਛੇ, ਸਾਨੂੰ ਛੱਡਤਾ, ਕਹਿੰਦੇ ਚਲੋ ਠੀਕ ਹੈ। ਉਹ ਚੱਲ ਗਏ। ਅਸੀਂ ਖਾਣਾ ਖੁਣਾ ਖਾਧਾ, ਬੱਸ ਦੀਆਂ ਟਿਕਟਾਂ ਲਈਆਂ, ਬੱਸ ਦਾ ਟਾਈਮ ਆਇਆ, ਅਸੀਂ ਬੱਸ 'ਚ ਬੈਠੇ ਅਤੇ ਅਸੀਂ ਨਿਕਲ ਗਏ। ਜਦੋਂ ਗੁਟੇਮਾਲਾ ਦੇ ਇੱਕ ਸ਼ਹਿਰ 'ਚ ਗਏ ਸੀ ਦਰਮਿਆਨ 'ਚ, ਉੱਥੇ ਆ ਕੇ ਅਸੀਂ ਥੱਲੇ ਉਤਰੇ ਰਾਤ। ਉੱਥੇ ਫਿਰ ਪੁਲਿਸ ਨੇ ਸਾਨੂੰ ਫੜ ਲਿਆ। ਉਹਨਾਂ ਨੂੰ ਫਿਰ ਪੈਸੇ ਪੂਸੇ ਦਿੱਤੇ, ਫਿਰ ਛੁੱਟ ਗਏ ਅਸੀਂ। ਜਦੋਂ ਸਾਨੂੰ ਉਹਨਾਂ ਨੇ ਛੱਡਿਆ, ਅਸੀਂ ਉੱਥੋਂ ਟੈਕਸੀਆਂ ਲਈ ਸੋਚਿਆ ਵੀ ਚੱਲ ਟੈਕਸੀਆਂ ਲੈਂਦੀਆਂ। ਇੱਥੋਂ 4 ਘੰਟੇ ਦਾ ਸਫ਼ਰ ਹੈ, ਜੇ ਬੱਸ 'ਤੇ ਕੀਤਾ ਤਾਂ 7-8 ਘੰਟੇ ਦਾ ਸਫ਼ਰ ਹੋਣਾ। ਅਤੇ ਟੈਕਸੀਆਂ ਲੈਂਦੀਆਂ ਤਾਂ ਰਾਤੋਂ ਰਾਤ ਹੀ ਬਾਰਡਰ 'ਤੇ ਅੱਪੜਦੇ ਆ ਮੈਕਸੀਕੋ ਵਾਲੇ 'ਤੇ। ਚਲੋ ਅਸੀਂ ਉੱਥੋਂ ਖੈਰ ਕੁਝ ਕੁ ਮੁੰਡੇ ਮੰਨੇ, ਕਈ ਨਾ ਮੰਨੇ। ਉਹਨਾਂ ਨੇ ਕਿਹਾ ਨਹੀਂ ਬੱਸ 'ਤੇ ਜਾਣਾ ਨੇ, ਕੋਈ ਸਾਰਿਆਂ ਕੋਲ ਪੈਸੇ ਨਹੀਂ ਸਾਨੂੰ ਆਏ ਨੇ। ਖੈਰ ਬੱਸ ਦੀਆਂ ਟਿਕਟਾਂ ਲਈਆਂ। ਉਹ ਜਦੋਂ ਬੱਸ ਦੀਆਂ ਟਿਕਟਾਂ ਲਈਆਂ, ਵੇਖਿਆ ਕਿ ਜਿਹੜਾ ਗਰੁੱਪ ਸਾਨੂੰ ਪਿੱਛੇ ਆ ਰਿਹਾ ਸੀ ਕੁੜੀਆਂ ਮੁੰਡਿਆਂ ਤੋਂ, ਉਹੀ ਸਾਰੀ ਬੱਸ ਉਹਨਾਂ ਨਾਲ ਹੀ ਭਰੀ। ਫਿਰ ਜਦੋਂ ਟਾਈਮ ਆਇਆ ਵਿੱਚ ਸਵਾਰੀਆਂ ਬਹਿਣ ਦਾ, ਜਨਤਾ ਵਿੱਚ ਬੈਠੀ ਟੁਰ ਪਈ ਬੱਸ। ਅਗਾਂਹ ਪਹੁੰਚ ਗਏ ਅਸੀਂ ਬਾਰਡਰ 'ਤੇ ਮੈਕਸੀਕੋ ਵਾਲੇ 'ਤੇ। ਰਾਤ ਮੈਕਸੀਕੋ ਦਾ ਅਤੇ ਗੁਟੇਮਾਲਾ ਦਰਮਿਆਨ ਜਿਹੜਾ ਬਾਰਡਰ ਹੈ, ਉਹ ਇੱਕ ਨਹਿਰ ਹੁੰਦੀ ਹੈ। ਨਹਿਰ ਦੀ ਦਰਿਆ ਟਾਈਪ ਹੈ, ਯਾਨੀ ਕਿ ਹੈ ਵੇ
ਕਾਫੀ ਕੋਈ 50 ਫੁੱਟ ਲੰਮਾ ਹੈ, 50-60 ਫੁੱਟ ਲੰਮਾ, ਇਸ ਤੋਂ ਜ਼ਿਆਦਾ ਹੀ ਥੋੜਾ ਨਹੀਂ ਹੈ, ਚੌੜਾ। ਚੌੜਾ ਬਹੁਤ ਜ਼ਿਆਦਾ ਹੈ। ਅਤੇ ਉਹ ਸਾਨੂੰ ਉਹਨਾਂ ਨੇ ਟੂਪਾਂ ਦੇ ਨਾ ਟੂਪਾਂ ਨਹੀਂ ਹੁੰਦੀਆਂ ਨੇ ਟਾਇਰਾਂ ਦੀਆਂ, ਇਹਨਾਂ ਟਾਇਰਾਂ ਦੇ ਟੂਪਾਂ ਸਾਨੂੰ ਬਿਠਾ ਕੇ ਉਹਨਾਂ ਨੇ ਕ੍ਰਾਸ ਕਰਾਈਆਂ ਰਾਤ। ਅਤੇ ਉਹਨਾਂ ਸਾਡੇ ਕੋਲ $20 ਲਏ। ਅੱਗੋਂ ਫਿਰ ਉਹਨਾਂ ਨੇ ਗੱਡੀ ਸਾਨੂੰ ਦਿੱਤੀ ਆਪਣੀ ਮੈਕਸੀਕੋ ਵਾਲੀ ਸਾਈਡ ਤੋਂ। ਸਰਗੀ ਹੀ ਬਾਰਡਰ ਕ੍ਰਾਸ ਕੀਤਾ ਤਕਰੀਬਨ 3:30-4 ਵਜੇ ਨਾਲ। ਬਾਰਡਰ ਬੂਡਰ ਕ੍ਰਾਸ ਕਰਨ ਦਿਨ ਚੜ੍ਹ ਗਿਆ ਸੀ ਥੋੜ੍ਹਾ ਥੋੜ੍ਹਾ। ਸਾਨੂੰ ਰਾਤ ਲੈ ਕੇ ਇੱਕ ਹੋਟਲ ਵਿੱਚ ਗੱਡੀ ਵਾਲੇ ਸਾਨੂੰ ਹੋਟਲ 'ਤੇ ਲਾਤਾ ਸੀ, ਹੋਟਲ ਦੇ ਕਮਰੇ ਕੁਮਰੇ ਲਏ, ਅਸੀਂ ਉੱਥੇ ਰਹੇ। ਮੈਕਸੀਕੋ ਦਾ ਇੱਕ ਸ਼ਹਿਰ ਹੁੰਦਾ ਨਾਲ ਹੀ ਥਾਪਾ ਚੁੱਲਾ ਕੈਂਪ ਲਾਉਣਾ ਬਹੁਤ ਲਾਜ਼ਮੀ ਹੈ। ਅਗਰ ਤੁਸੀਂ ਉਹ ਕੈਂਪ ਨਹੀਂ ਲਾਓਗੇ ਤੁਸੀਂ ਮੈਕਸੀਕੋ ਕ੍ਰਾਸ ਨਹੀਂ ਕਰ ਪਾਓਗੇ। ਅਗਰ ਤੁਸੀਂ ਫੜੇ ਜਾਂਦੇ ਹੋ ਮੈਕਸੀਕੋ 'ਚ ਉਸ ਕੈਂਪ ਲਾਉਣ ਤੋਂ ਬਗੈਰ ਤਾਂ ਤੁਹਾਨੂੰ ਸਿੱਧਾ ਡਿਪੋਰਟ ਕਰਨਗੇ ਤੁਹਾਡੇ ਮੁਲਕ ਦੇ ਵਿੱਚੋਂ। ਇਸ ਵਾਸਤੇ ਕੈਂਪ ਲਾਉਣਾ ਲਾਜ਼ਮੀ ਹੈ ਮੈਕਸੀਕੋ ਦਾ। ਜਿਹੜੇ ਇੰਡੀਅਨ ਨੇ ਉਹਨਾਂ ਵਾਸਤੇ ਬਹੁਤ ਈਜ਼ੀ ਹੈ, ਉਹਨਾਂ ਨੂੰ ਕੈਂਪ ਵਾਲੇ ਛੱਡ ਦਿੰਦੇ ਨੇ, ਸੇਮ ਡੇ ਵੀ ਛੱਡ ਦਿੰਦੇ ਨੇ, ਇੱਕ ਰਾਤ ਬਾਅਦ ਛੱਡ ਦਿੰਦੇ ਨੇ, ਹਫ਼ਤੇ ਬਾਅਦ ਵੀ ਛੱਡ ਦਿੰਦੇ ਨੇ, ਉਹਨਾਂ ਦੇ ਡਿਪੈਂਡ ਹੈ। ਅਤੇ ਜਿਹੜੇ ਪਾਕਿਸਤਾਨੀਆਂ ਨੇ ਮਸਟ ਡੇ 14 ਤੋਂ 27 ਦਿਨ, ਯਾਨੀ ਕਿ ਜਾਂ 13 ਜਾਂ 14 ਦਿਨ ਰੁਕਣ ਤੋਂ ਬਾਅਦ ਛੱਡਣਗੇ ਜਾਂ 27 ਦਿਨ ਬਾਅਦ ਤੁਹਾਨੂੰ ਛੱਡਣਗੇ। ਪਾਕਿਸਤਾਨੀਆਂ ਦਾ ਪਤਾ ਨਹੀਂ ਕੀ ਦੁਸ਼ਮਣੀ ਇਹਨਾਂ ਸਾਰਿਆਂ ਮੁਲਕਾਂ ਦੀ। ਉਸ ਤੋਂ ਬਾਅਦ ਅਸੀਂ ਉੱਥੇ ਰੁਕੇ ਕੈਂਪ 'ਚ। ਕੁਦਰਤੀ ਕ੍ਰਿਸਮਿਸ ਆ ਗਿਆ। ਕ੍ਰਿਸਮਿਸ ਤੋਂ ਨਾਲ ਸੁਣਨ 'ਚ ਆਈ ਖਬਰ ਵੀ ਇਹਨਾਂ ਨੇ ਕੈਂਪ ਵਿਹਲਾ ਕਰਨਾ ਸਾਰਾ ਹੀ। ਅਸੀਂ ਪੁੱਛਿਆ ਨਾ, ਪੁਲਿਸ ਵਾਲਿਆਂ ਨੂੰ ਪੁੱਛਿਆ, ਇਮੀਗ੍ਰੇਸ਼ਨ ਵਾਲਿਆਂ ਨੂੰ, ਕਿ ਤੁਸੀਂ ਕੋਈ ਮੁੰਡੇ ਨਵੇਂ ਕਿਉਂ ਨਹੀਂ ਲੈ ਕੇ ਆ ਰਹੇ ਅੰਦਰ। ਉਹ ਕੈਂਪ ਦੀ ਐਂਟਰੀ ਸੀ $100 ਰੁਪਈਆ। ਜਿਹਨੇ ਉਹ $100 ਦੇਣਾ ਉਹਨੇ ਕੈਂਪ 'ਚ ਐਂਟਰ ਹੋਣਾ ਨੇ, ਜਿਹਨੇ ਨਹੀਂ ਦੇਣਾ ਉਹ ਬਾਹਰ ਹੀ ਬੈਠਾ ਰਹੇਗਾ। ਉਸ ਤੋਂ ਬਗੈਰ ਉਹ ਕੈਂਪ 'ਚ ਨਹੀਂ ਐਂਟਰ ਹੋਣ ਦੇਣਗੇ, ਐਂਟਰੀ ਨਹੀਂ ਕਰਨਗੇ ਕੈਂਪ 'ਚ। $100 ਮਸਟ ਲੈਂਦੇ ਸਾਨੂੰ। ਅਸੀਂ ਉੱਥੇ ਫਿਰ ਕੈਂਪ 'ਚ $100 ਦੇ ਕੇ ਐਂਟਰ ਹੋਏ। ਉਹਨਾਂ ਨੂੰ ਪੁੱਛਿਆ ਵੀ 5-6 ਦਿਨ ਬਾਅਦ ਮੁੰਡੇ ਕਿਉਂ ਨਹੀਂ ਆ ਰਹੇ। ਉਹਨਾਂ ਨੇ ਕਿਹਾ ਜੀ ਕਿ ਅਸੀਂ ਕੈਂਪ ਬੰਦ ਕਰਨਾ ਵੇ, ਇਸ ਵਾਸਤੇ ਅਸੀਂ ਐਂਟਰੀ ਨਵੀਂ ਨਹੀਂ ਕਰ ਰਹੇ ਕੈਂਪ ਦੇ ਵਿੱਚ, ਕ੍ਰਿਸਮਿਸ ਤੋਂ ਬਾਅਦ ਕਰਨੀ ਹੈ। ਅਸੀਂ ਕਿਹਾ ਵੀ ਚਲੋ ਠੀਕ ਹੈ। ਅਸੀਂ ਬੜੇ ਖੁਸ਼ ਵੀ ਸਾਨੂੰ ਛੱਡ ਦੇਣਾ ਇਹਨਾਂ ਨੇ। 23 ਦਸੰਬਰ ਨੂੰ ਸਾਨੂੰ ਉਹਨੇ ਛੱਡ ਦਿੱਤਾ ਰਾਤ ਨੂੰ 10 ਦਾ ਟਾਈਮ। ਅਤੇ ਰਾਤ ਨੂੰ ਇੱਕੋ ਵਜੇ ਉਹਨਾਂ ਨੇ ਕਿਹਾ ਕਿ ਪਾਕਿਸਤਾਨੀ ਅਤੇ ਇੰਡੀਅਨ ਜਿੰਨੇ ਵੀ ਨੇ ਜਿਹੜੇ ਇੱਥੇ ਆ ਕੇ ਰਹਿ ਰਹੇ ਨੇ ਕਾਫੀ ਦਿਨਾਂ ਤੋਂ, ਸਾਰੇ ਆ ਜਾਣ, ਇਕੱਠੇ ਹੋ ਜਾਣ ਬਾਹਰ ਆਏ। ਸਾਨੂੰ ਉਹਨੇ ਹੱਥਾਂ 'ਚ ਕੰਟਰੀ ਕੋਡ ਫੜਾਇਆ, ਅੰਗੂਠੇ ਫਿੰਗਰ ਕਰਾਏ, ਸਟੈਂਸੂਨ ਕਰਾਏ, ਇੰਟਰਵਿਊ ਲਏ, ਸਾਨੂੰ ਉਹਨੇ ਛੱਡ ਦਿੱਤਾ। ਸਾਨੂੰ ਜਦੋਂ ਛੱਡਿਆ ਅਸੀਂ ਰਾਤ ਤੱਕ ਹੋਟਲਾਂ 'ਚ ਰੁਕੇ। ਅੱਗੋਂ ਦਿਨ ਚੜ੍ਹਿਆ, ਸੋਚਿਆ ਵੀ ਚਲੋ ਫਲਾਈਟ ਲੈਂਦੇ ਹਾਂ ਅਤੇ ਫਲਾਈਟ ਲੈ ਕੇ ਜਾਂਦੇ ਹਾਂ ਤਿਜਵਾਨਾ। ਜਦੋਂ ਇਹ ਸੋਚਿਆ ਫਲਾਈਟ ਮਹਿੰਗੀ ਬਹੁਤ ਮਿਲ ਰਹੀ ਸੀ, ਕ੍ਰਿਸਮਿਸ ਚੱਲ ਰਿਹਾ ਸੀ, ਨਿਊ ਈਅਰ ਨਾਲ ਫਲਾਈਟਾਂ ਬਹੁਤ ਮਹਿੰਗੀਆਂ ਮਿਲ ਰਹੀਆਂ ਹਨ। ਜਿਹੜੀ ਅੱਗੇ ਆਮ ਰੂਟੀਨ 'ਚ ਮਿਲਦੀ ਸੀ $150 ਦੀ, ਉਹ ਮਿਲ ਰਹੀ ਸੀ $350-400 ਦੀ ਮਿਲ ਰਹੀ ਸੀ, ਯਾਨੀ ਕਿ ਬਹੁਤ ਜ਼ਿਆਦਾ ਫਲਾਈਟਾਂ ਹੋਈਆਂ ਹਨ। ਉੱਥੋਂ ਅਗਰ ਬੱਸ ਦਾ ਸਫ਼ਰ ਕਰਦੇ ਤਾਂ 3 ਦਿਨ ਦਾ ਸਫ਼ਰ ਸੀ ਬੱਸ ਦਾ। ਅਗਰ ਫਲਾਈਟ 'ਤੇ ਕਰਦੇ ਤਾਂ 4-5 ਘੰਟੇ ਦੀ ਫਲਾਈਟ ਸੀ, ਉਹ ਕਲੀਅਰ ਹੋ ਜਾਣਾ ਸੀ ਸਫ਼ਰ ਸਾਰਾ। ਅਸੀਂ ਥਾਪਾ ਚੁੱਲਾ 'ਚ ਬੱਸ ਲਈ ਅਤੇ ਮੈਕਸੀਕੋ ਸਿਟੀ ਟੁਰ ਗਏ। 27-28 ਘੰਟੇ ਪਹੁੰਚ ਗਏ ਮੈਕਸੀਕੋ ਸਿਟੀ 'ਚ ਅਸੀਂ। ਉਹ ਪੈਸੇ ਵੀ ਖਤਮ ਹੋ ਗਏ ਉੱਥੇ ਆ ਕੇ। ਪੈਸੇ ਅੱਗੋਂ ਉੱਥੇ ਉਹ ਮੰਗਾਏ, ਕੋਈ ATM ਕਾਰਡ 'ਚ, ਕੋਈ ਨਾਲ ਦੋਸਤਾਂ ਕੋਲ ਜਿਹੜਾ ਹੋਟਲ ਦਾ ਕੋਈ ਹੈ ਸੀ ਉੱਥੇ ਕਾਊਂਟਰ 'ਤੇ ਲੇਡੀ ਸੀ, ਉਹਦੇ ਨਾਲ ਦੇ ਲੋਕਾਂ ਨੇ ਨਾਲ ਦੇ ਮੁੰਡਿਆਂ ਨੇ ਪੈਸੇ ਮੰਗਾਏ। ਉਹਨੂੰ ਵਿੱਚ ਦਿੱਤੇ ਥੋੜ੍ਹੇ ਬਹੁਤ, ਉਹਨੇ ਵੈਸਟਰਨ ਯੂਨੀਅਨ ਦੇ ਜ਼ਰੀਏ ਕਢਵਾ ਕੇ ਦਿੱਤੇ ਪੈਸੇ। ਫਿਰ ਯਾਨੀ ਕਿ ਇੰਨੀਆਂ ਮੁਸ਼ਕਲਾਤਾਂ ਕੱਟੀਆਂ ਸੀ। ਕੱਟਣ ਤੋਂ ਬਾਅਦ ਕੋਈ ਖਾਣਾ ਖੁਣਾ ਖਾਧਾ ਸੀ ਮੈਕਸੀਕੋ ਦਾ, ਪੈਸੇ ਮੁੱਕ ਗਏ ਸਨ ਸਾਡੇ ਕੋਲ। 2 ਦਿਨ ਭੁੱਖੇ ਸੀ ਹੋਟਲ 'ਚ। ਜੇ ਹੋਟਲ 'ਚ ਰਹਿੰਦੇ ਫਿਰ ਖਾਣਾ ਖਾਂਦੇ, ਫਿਰ ਹੋਟਲ 'ਚ ਨਹੀਂ ਸੀ ਰਹਿ ਜਾਣਾ। ਇਸ ਵਾਰ ਸੋਚਿਆ ਵੀ ਚਲੋ ਹੋਟਲ 'ਚ ਰਹੀ ਜਾਂਦੇ ਹਾਂ, ਜੇ ਬਾਹਰ ਕਿਤੇ ਫਿਰੇ ਜਾਏ ਪੁਲਿਸ ਵਾਲੇ ਤੰਗ ਕਰਨਗੇ ਅਤੇ ਭੁੱਖੇ ਰਹਿ ਲੈਂਦੇ, ਪਾਣੀ ਪੂਣੀ ਦੇ ਗੁਜ਼ਾਰੇ ਕਰਦੇ ਹਾਂ। ਇਸ ਵਾਸਤੇ ਅਸੀਂ ਹੋਟਲ ਦੇ ਪੈਸੇ ਭਰ ਦਿੱਤੇ। 2 ਦਿਨ ਹੀ ਹੋਟਲ ਦੇ ਅੰਦਰ ਹੀ ਦੇ ਰੂਮ 'ਚ ਹੀ। ਅਸੀਂ ਉੱਥੋਂ ਭਾਈਜਾਨ 2 ਦਿਨ ਬਾਅਦ ਪੈਸੇ ਪੁੱਛੇ ਆਏ। ਬੱਸ ਉੱਥੋਂ ਇੱਕ ਬਸ 'ਚ ਪੈਸੇ ਕੋਈ ਨਾ ਹਾਲੇ ਆਏ। ਪੈਸੇ ਸੋਚਿਆ ਕੋਈ ਬੰਦਾ ਹਿਸਾਬ ਕਿਤਾਬ ਨਾ ਲੱਗੇ, ਕਈਆਂ ਵਿੱਚ ਪੈਸੇ ਆ ਗਏ। 2 ਮੁੰਡੇ ਹਨ ਪਿਸ਼ਾਵਰ ਦੇ, ਉਹਨਾਂ ਨੇ ਕੋਈ ਨਹੀਂ ਹਨ ਪੈਸੇ, ਸਵਾਬੀ ਜੇ ਸਾਨੂੰ, ਉਹ ਪਠਾਨ ਸਨ। ਉਹਨਾਂ ਨੇ ਹਿਸਾਬ ਕਿਤਾਬ ਨਾਲ ਕੋਈ ਪੈਸੇ ਨਾ ਲੱਗੇ, ਉਹ ਰੋਣ ਕੇ ਸਾਨੂੰ ਛੱਡ ਕੇ ਜਾਇਓ ਨਾ। ਮੁੰਡੇ ਵੀ ਬਹੁਤ ਅੱਛੇ ਸਨ, ਉਹ ਸਾਨੂੰ ਪਿੱਛੋਂ ਆ ਰਹੇ ਸਾਨੂੰ ਸਫ਼ਰ ਕਰਕੇ। ਉੱਤੋਂ ਉਹਨਾਂ ਕੋਲ ਮੈਂ ਪੈਸੇ ਵੀ ਲੈਣੇ ਹਨ, ਕੋਈ $300 ਮੈਂ ਲੈਣਾ ਸੀ ਉਹਨਾਂ ਦੇ ਕੋਲੋਂ। ਜੇ ਮੈਂ ਛੱਡਦਾ ਫਿਰ ਮੇਰਾ $300 ਵੀ ਜਾਣਾ ਸੀ। ਅਤੇ ਖੈਰ ਮੈਨੂੰ ਫਿਰ ਆਪਣੇ ਪੈਸਿਆਂ ਦੀ ਵੀ ਪ੍ਰੋਬਲਮ ਸੀ ਕਿ ਮੈਨੂੰ ਕੋਲ ਪੈਸੇ ਲੈਣੇ ਨੇ ਆਪਣੇ, ਫਿਰ ਮੈਨੂੰ ਰੁਕਣਾ ਪਿਆ। ਉਹਨਾਂ ਦਾ ਇੱਕ ਦੋਸਤ ਸੀ ਪੇਸ਼ਾਵਰ ਦੇ ਨਾ, ਉੱਥੇ ਮੈਕਸੀਕੋ ਸਿਟੀ ਦੇ ਵਿੱਚ ਰਹਿੰਦਾ। ਉਹਦਾ ਉੱਥੇ ਗਾਰਮੈਂਟਸ ਦਾ ਆਪਣਾ ਕੰਮ ਹੈ, ਪਾਕਿਸਤਾਨੀ ਕੱਪੜੇ ਇੱਥੇ ਲੈ ਜਾਂਦਾ ਹੈ, CPS ਲਾਏ ਅਤੇ ਰੈਡੀਮੇਡ, ਅਤੇ ਉੱਥੇ ਜਾ ਕੇ ਸੇਲ ਕਰਦਾ ਉਹ। ਉਹਨੇ ਮੁੰਡੇ ਰੱਖੇ ਨੇ 2-3, ਉਹਨੇ ਸ਼ਾਦੀ ਉੱਥੇ ਕੀਤੀ ਹੈ। ਉੱਥੇ 3-4 ਸਾਲ ਤੋਂ ਰਹਿ ਰਿਹਾ ਉਹ ਪਠਾਨ। ਹੁਣ ਬੰਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਅਤੇ ਖੈਰ ਬਹੁਤ ਅੱਛਾ ਬੰਦਾ ਸੀ ਉਹ। ਸਾਨੂੰ ਉਹਨੇ ਆਪਣੇ ਘਰ ਰੱਖਿਆ, ਆਪਣੇ ਭਾਈਆਂ ਦੇ ਨੂੰ 5-6 ਦਿਨ ਰੱਖਿਆ ਉਹਨੇ ਸਾਨੂੰ। ਨਾ ਸਾਡੇ ਕੋਲ ਖਾਣ ਦੇ ਪੈਸੇ ਦੇ, ਨਾ ਪੀਣ, ਨਾ ਰਹਿਣ ਦੇ।
ਸਾਨੂੰ ਉਹਨੇ ਇੰਝ ਹੀ ਸਮਝਿਆ ਕਿ ਉਹਨੇ ਆਖਿਆ ਕਿ ਮਤਲਬ ਸਾਨੂੰ ਖੁਦ ਦੀ ਉਹਦੀ ਬੀਵੀ ਖਾਣਾ ਪਕਾ ਕੇ ਦਿੰਦੀ ਸੀ, ਬਰਤਨ ਵੀ ਉਹੀ ਧੋਂਦੀ ਸੀ। ਬਰਤਨ ਉਹਦੀ ਬੀਵੀ ਮੈਕਸੀਕਨ ਮੁਸਲਮਾਨ ਸੀ, ਬਹੁਤ ਅੱਛੀ ਸੀ ਉਹ। ਸਾਨੂੰ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ। ਸਾਨੂੰ ਫਿਰ ਉਹਨਾਂ ਨੇ ਦੱਸਿਆ ਵੀ ਕਹਿੰਦੇ ਤੁਸੀਂ ਜਾਇਓ ਅੱਗੇ ਧਿਆਨ ਨਾਲ, ਇਹਤਿਆਤ ਨਾਲ, ਮੈਕਸੀਕੋ ਬਹੁਤ ਇੰਨਾ ਅੱਛਾ ਨਹੀਂ ਹੈ, ਕ੍ਰਾਈਮ ਬਹੁਤ ਜ਼ਿਆਦਾ ਇੱਥੇ। ਸਾਨੂੰ ਉਹਨੇ ਫਰਾਇਆ ਡਰਾਈਵ ਕਾਫੀ ਮੈਕਸੀਕੋ ਦੇ ਵਿੱਚ ਉੱਥੇ ਆਪਣੇ ਪੱਲੇ ਆਪਣੇ ਗੱਡੀਆਂ ਦੀ। ਅਤੇ ਅਸੀਂ ਉੱਥੋਂ ਫਿਰ ਰੁਕੇ। ਅਸੀਂ ਉੱਥੋਂ ਰੁਕਣ ਤੋਂ ਬਾਅਦ ਅਸੀਂ ਫਲਾਈਟ ਲਈ। ਅਸੀਂ ਫਿਰ ਤੁਰ ਗਏ ਤਿਜਵਾਨਾ। ਜਦੋਂ ਅਸੀਂ ਤਿਜਵਾਨਾ ਪਹੁੰਚੇ, ਇਹ ਅਮਰੀਕਾ ਦਾ ਬਾਰਡਰ ਪੈਂਦਾ ਤਿਜਵਾਨਾ। ਮੈਕਸੀਕੋ ਦਾ ਸਿਟੀ ਇੱਕ ਛੋਟਾ ਹੈ ਤਿਜਵਾਨਾ, ਇਹ ਕੈਲੀਫੋਰਨੀਆ ਦੀ ਸਾਈਡ 'ਤੇ ਪੈਂਦਾ ਵੇ। ਅਤੇ ਤਿਜਵਾਨਾ ਪਹੁੰਚੇ ਅਸੀਂ ਦਿਨ ਟਾਈਮ ਫਲਾਈਟ ਲੈ ਕੇ, ਤਕਰੀਬਨ ਦੁਪਹਿਰੀ 2:30 ਦਾ ਟਾਈਮ ਹੁਣ ਅਸੀਂ ਪਹੁੰਚ ਗਏ ਉੱਥੇ। ਪਹੁੰਚਦੇ ਅਸੀਂ ਉਤਰੇ ਉੱਥੇ, ਉਤਰ ਕੇ ਅਤੇ ਅਸੀਂ ਹੋਟਲ 'ਚ ਚਲੇ ਗਏ। ਹੋਟਲ ਜੈਰੀਜ਼ ਸੀ ਇੱਕ ਦਾ ਨਾਮ, ਹੋਟਲ ਜੈਰੀਜ਼, JEREZ। ਉੱਥੇ ਆ ਕੇ ਰੁਕੇ ਅਸੀਂ ਰਾਤ। ਇੱਕ ਰਾਤ ਰੁਕੇ, 2 ਰੁਕੇ, ਹੈਪੀ ਨਿਊ ਈਅਰ ਆ ਗਿਆ, ਉਹ ਵੀ ਰਾਤ ਉੱਥੇ ਗੁਜ਼ਾਰੀ ਅਸੀਂ। ਫਿਰ 2 ਜਨਵਰੀ ਸਾਡੇ ਨਾਲ ਇੱਕ ਬੰਦੇ ਦੀ ਗੱਲ ਹੋਈ, ਉਹਨੇ ਆਖਿਆ ਮੈਂ ਤੁਹਾਨੂੰ ਦੁਆਰ ਕਰੋਸ ਕਰਾਉਂਦਾ ਵਾ। ਉਹਦੀ ਬੀਵੀ ਨਾਲ ਸਾਡੀ ਗੱਲ ਹੋਈ, ਉਹਨੇ ਆਖਿਆ ਮੈਂ $100 ਲੈਣਾ। ਉਹਦੀ ਬੀਵੀ ਨੇ ਕਿਹਾ ਅੱਛਾ ਤੂੰ $100 ਲੈ ਦੁਆਰ ਕ੍ਰਾਸ ਕਰਾ ਦੇ। ਉਹਨੇ ਕਿਹਾ ਠੀਕ ਹੈ ਜੀ। ਜਦੋਂ ਅਸੀਂ ਦੁਆਰ ਕ੍ਰੋਸ ਕੀਤੀ ਅਤੇ ਦੁਆਰ ਕ੍ਰੋਸ ਕਰਨ ਤੋਂ ਬਾਅਦ ਅਸੀਂ ਫੜਕ 'ਤੇ ਸਾਨੂੰ ਅਮਰੀਕਾ ਵਾਲਿਆਂ ਫੜ ਲਿਆ। ਜਦੋਂ ਫੜ ਲਿਆ ਅਤੇ ਸਾਨੂੰ ਉਹ ਲੈ ਗਏ ਜੇਲ੍ਹ ਦੇ ਵਿੱਚ। ਜੇਲ੍ਹ ਦੇ ਵਿੱਚ ਲੈ ਕੇ ਸਾਨੂੰ ਉਹਨਾਂ ਨੇ ਰੱਖਿਆ ਉੱਥੇ। ਉਹਨਾਂ ਨੇ ਕਿਹਾ ਕਿ ਇੰਟਰਵਿਊ ਵਗੈਰਾ ਲੈ ਕੇ, ਫਿੰਗਰਪ੍ਰਿੰਟ ਲਏ ਉਹਨਾਂ ਨੇ, ਚੈੱਕ ਕਿੱਦਾਂ ਆਏ, ਦੱਸਿਆ ਸਾਰੀ ਗੱਲਬਾਤ ਦੱਸੀ, ਇੱਦਾਂ ਦਾ ਆਏ ਆ, ਪਿੱਛੋਂ ਅਸੀਂ ਆਹ ਮੁੰਡਾ ਕਿੰਨੇ ਕ੍ਰਾਸ ਕਰਕੇ ਆਏ ਆ। ਉਹਨੇ ਕਿਹਾ ਤੂੰ ਵੀਜ਼ਾ ਅਪਲਾਈ ਕੀਤਾ ਹੋਇਆ ਅਮਰੀਕਾ ਵਾਲਾ, ਜੇ ਜੋ ਤੈਨੂੰ ਕੋਈ ਪ੍ਰੋਬਲਮ ਸੀ ਅਤੇ ਤੂੰ ਇਸ ਤਰ੍ਹਾਂ ਜੀ। ਮਤਲਬ ਉਹਨਾਂ ਨੇ ਬਹੁਤ ਸਾਨੂੰ ਮੈਨੂੰ ਚੱਕਰਾਂ 'ਚ ਉਹਨਾਂ ਨੇ ਪਾਇਆ, ਬਹੁਤ ਉਹਨਾਂ ਨੂੰ ਟੌਰਚਰ ਕੀਤਾ ਅਮਰੀਕਾ ਵਾਲਿਆਂ ਨੇ, ਗੋਰਿਆਂ ਨੇ। ਅਸੀਂ ਉੱਥੋਂ ਲੀਲ ਖੱਜਲ ਖਰਾਬ ਹੋਏ ਚੰਗੇ। ਸਾਨੂੰ 11 ਦਿਨ ਸਾਨੂੰ ਸੈਲਾਂ 'ਚ ਬੰਦ ਰੱਖਿਆ। ਕੱਪੜੇ ਵੀ ਲੀਲੇ ਸਾਡੇ ਤੋਂ ਲਵਾ ਲਏ ਉਹਨਾਂ ਨੇ, ਜਿਹੜੇ ਹੈ ਸਨ, ਕਿਉਂਕਿ ਬਰਫ਼ ਪੈ ਰਹੀ ਸੀ ਉੱਥੇ ਕੈਲੀਫੋਰਨੀਆ 'ਚ ਉਸ ਟਾਈਮ, ਠੰਡ ਬਹੁਤ ਜ਼ਿਆਦਾ ਸੀ। ਨਿੱਕੇ ਨਿੱਕੇ ਟੋਰ ਸਾਨੂੰ ਦਿੱਤੇ ਉਹਨਾਂ ਨੇ, ਉੱਤੇ ਇਹਨਾਂ ਦੀ ਸ਼ਰਟਾਂ ਟੀ ਸ਼ਰਟਾਂ ਵਾਈਟ ਕਲਰ ਦੀਆਂ ਦੇ ਦਿੱਤੀਆਂ ਉਹਨਾਂ ਨੇ। ਬਾਕੀ ਸਾਡੇ ਉਹਨਾਂ ਨੇ ਕੋਟ ਆਪਣਾ ਲਵਾ ਲਈਆਂ, ਕੋਟ ਲਵਾ ਲਏ, ਜੀਨ ਦੀਆਂ ਪੈਂਟਾਂ ਲੈ ਲਈਆਂ। ਅਸੀਂ ਬਹੁਤ ਜ਼ਿਆਦਾ ਤੰਗ। ਅਸੀਂ ਉਹ 11 ਦਿਨ ਅਸੀਂ ਸੈਲਾਂ 'ਚ ਬੰਦ ਰਹੇ ਅਤੇ ਖਾਣ ਪੀਣ ਦਾ ਕੋਈ ਹਾਲਾਤ ਨਹੀਂ ਸੀ ਹੈ। ਪਾਣੀ ਪੂਣੀ ਪਾਣੀ ਨਹੀਂ ਸਾਨੂੰ ਦਿੰਦੇ, ਜੂਸ ਦਿੰਦੇ ਹਨ ਸਹੀ ਦੇ ਨਾਲ, ਇੱਕ ਰੋਟੀ ਦਿੰਦੇ ਹਨ ਛੋਟੀ ਜਿਹੀ ਵਿੱਚ, ਉਹਦੇ ਨਾਲ ਬੀਮਸ ਲਾ ਕੇ, ਇੰਡੀਅਨ ਉਹਨੂੰ ਰਾਜਮਾਂ ਕਹਿੰਦੇ ਆ, ਰਾਜਮਾਂ ਲਾ ਕੇ ਦਿੰਦੇ ਹਨ ਵਿੱਚ, ਤੋਂ ਖਾਣ ਨੂੰ ਦਿਲ ਨਹੀਂ ਸੀ ਕਰਦਾ। 2-3 ਦਿਨ ਤਾਂ ਕੋਈ ਨਾ ਖਾਧੀ। ਫਿਰ ਜਦੋਂ ਭੁੱਖ ਮਹਿਸੂਸ ਹੋਈ ਬਾਅਦ 2-3 ਦਿਨ ਬਾਅਦ ਸੋਚਿਆ ਵੀ ਤਾਂ ਕਿੰਨੇ ਕੁ ਦੇਰ ਭੁੱਖ ਕੱਟਾਂਗੇ ਅਸੀਂ, ਫਿਰ ਖੀਰ ਖਾਣ ਲੱਗ ਪਏ। ਉਸ ਤੋਂ ਬਾਅਦ ਅਸੀਂ ਫਿਰ ਸਾਨੂੰ ਉਹਨਾਂ ਨੇ 12ਵੇਂ ਦਿਨ ਸਾਨੂੰ ਉਹਨਾਂ ਨੇ ਘੱਲ ਦਿੱਤਾ। ਨਾ ਕੋਈ ਸਾਨੂੰ ਉਹਨਾਂ ਨੇ 12 ਦਿਨ ਅਸੀਂ ਨਹਾਤੇ ਵੀ ਕੋਈ ਨਾ ਹੀ ਨਹੀਂ ਰਹੇ ਸੀ, ਨਹਾਉਣ ਤੋਂ ਬਗੈਰ ਹੀ। ਬੜੇ ਹੀ ਜ਼ਲੀਲ ਹੋਏ ਉੱਥੇ। ਇਹ ਗੋਰੇ ਜਿਹੜੇ ਇਹਨਾਂ ਅਮਰੀਕਾ ਵਾਲੇ ਤੁਸੀਂ ਕਹਿੰਦੇ ਤਾਂ ਹੈ ਨਾ NGA ਉਹ, ਯਾਨੀ ਕਿ ਇਹ ਸਲੂਕ ਸਾਨੂੰ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਭੇਜਿਆ ਕੈਂਪ ਦੇ ਵਿੱਚ। 12 ਦਿਨ ਤੋਂ ਬਾਅਦ ਭੇਜਿਆ ਕੈਂਪ ਵਿੱਚ। ਕੈਂਪ 'ਚ ਜਾ ਕੇ ਇੰਟਰਵਿਊ ਹੋਏ। ਇੰਟਰਵਿਊ ਕਈਆਂ ਮੁੰਡਿਆਂ ਨੇ ਪਾਸ ਹੋ ਗਏ, ਮੇਰਾ ਇੰਟਰਵਿਊ ਫੇਲ ਹੋ ਗਿਆ। ਸਹੀ ਹੈ, ਮੇਰਾ ਇੰਟਰਵਿਊ ਉਹਨਾਂ ਨੇ ਫੇਲ ਇਸ ਤਰ੍ਹਾਂ ਕੀਤਾ। ਉਹਨਾਂ ਨੇ ਕਿਹਾ ਕਿ ਤੂੰ ਮਤਲਬ ਕਿ ਆਇਆ ਵਾ ਇੱਦਾਂ ਅਤੇ ਤੂੰ ਕਿਉਂ ਆਇਆ ਤੂੰ। ਮੈਂ ਕਿਹਾ ਮੇਰੀ ਜਾਨ ਨੂੰ ਖਤਰਾ ਸੀ ਪਾਕਿਸਤਾਨ ਦੇ ਵਿੱਚ। ਮੈਂ ਸਾਰਾ ਮਤਲਬ ਕਿ ਇੰਟਰਵਿਊ ਸਹੀ ਦਿੱਤਾ ਉਹਨਾਂ ਨੂੰ। ਐਂਡ 'ਤੇ ਮੇਰੀ ਕੋਈ ਮਦਰ ਦਾ ਮੇਰੀ ਮਦਰ ਦਾ ਨਾਂ ਨਹੀਂ ਠੀਕ ਹੈ, ਅਤੇ ਮੇਰੀ ਉਹ ਮਦਰ ਦਾ ਵਿੱਚ ਉਹਨਾਂ ਨੇ ਜਦੋਂ ਸਾਰਾ ਡਾਟਾ ਮੇਰਾ ਲਿਆ ਪਾਕਿਸਤਾਨ ਐਮਬੈਸੀ ਕੋਲੋਂ, ਅਤੇ ਉਹ ਪਾਕਿਸਤਾਨ ਐਮਬੈਸੀ 'ਚ ਮੇਰਾ ਹੋਰ ਡਾਟਾ ਆ ਗਿਆ ਰਿਕਾਰਡ 'ਚ, ਅਤੇ ਜਿਹੜਾ ਮੈਂ ਉੱਥੇ ਦੱਸਿਆ ਸੀ ਉਹ ਡਾਟਾ ਹੋਰ। ਉਹਨਾਂ ਨੇ ਕਿਹਾ ਕਿ ਤੂੰ ਕ੍ਰਿਮੀਨਲ, ਤੈਨੂੰ ਅਸੀਂ ਆਪਣੇ ਮੁਲਕ 'ਚ ਐਂਟਰੀ ਨਹੀਂ ਦੇ ਸਕਦੇ। ਜਿਹੜੇ ਮੇਰੇ ਨਾਲ ਦੇ ਮੁੰਡੇ ਹਨ ਉਹਨਾਂ ਦਾ ਸਾਰਾ ਰਿਕਾਰਡ ਰਿਕੂਡ ਸਹੀ ਸੀ, ਉਹ ਸਾਰੇ ਇਸ ਟਾਈਮ ਉੱਥੇ ਪੈਸੇ ਕਮਾ ਰਹੇ ਨੇ, ਠੀਕ ਹੈ, ਆਪਣੇ ਆਪਣੇ ਕੰਮਾਂ 'ਤੇ ਲੱਗੇ ਨੇ, ਅੱਛੀ ਜੋਬ ਕਰ ਰਹੇ ਨੇ। ਕੋਈ 7-11 'ਤੇ ਜੋਬ ਕਰ ਰਿਹਾ, ਕੋਈ ਮਾਲ 'ਤੇ ਲੱਗਾ, ਕੋਈ ਕਿਤੇ ਲੱਗਾ, ਕੋਈ ਸਰਵਿਸ ਸਟੇਸ਼ਨ ਲੱਗਾ, ਕੋਈ ਟਰੱਕ ਦੀ ਡਰਾਈਵਰੀ ਸਿੱਖ ਰਿਹਾ। ਮਤਲਬ ਕਿ ਸਾਰੇ ਪੰਜਾਬੀ ਸਿੱਖ ਭਰਾ ਵੀ ਜਿਹੜੇ ਨੇ ਉਹ ਸਾਡੇ ਭਾਈ ਨੇ, ਔਰ ਬਹੁਤ ਅੱਛੇ ਨੇ। ਜਿਹੜੇ ਪਾਕਿਸਤਾਨੀ ਨੇ ਉਹ ਵੀ ਭਰਾ ਜਿਹੜੇ ਮਤਲਬ ਕਿ ਠੀਕ ਸਨ, ਲੇਕਿਨ ਜਿਹੜੇ ਸਿੰਘ ਭਰਾ ਹਨ ਇਹਨਾਂ ਨਾਲੋਂ ਅੱਛੇ ਨਹੀਂ ਹਨ ਆਏ ਨੇ। ਖੈਰ ਮੈਂ ਉਹ ਜੇਲ੍ਹ 'ਚ ਰਹੇ ਸੀ ਇਕੱਠੇ ਹੀ। 3.5 ਮਹੀਨੇ ਮੈਂ ਜੇਲ੍ਹ ਕੱਟੀ ਅਮਰੀਕਾ ਦੀ। 3.5 ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਮੈਨੂੰ ਉਹਨਾਂ ਨੇ ਕਿਹਾ ਕਿ ਤੈਨੂੰ ਅਸੀਂ ਐਂਟਰੀ ਦੇਣੀ ਕੋਈ ਨਹੀਂ, ਅਤੇ ਤੂੰ ਜਾ ਆਪਣੇ ਮੁਲਕ। ਮੈਂ ਖੈਰ ਕਰ ਲਾ, ਮੈਨੂੰ ਜੱਜ ਕੇ ਉਹਨਾਂ ਨੇ ਪੇਸ਼ ਕੀਤਾ। ਮੈਂ ਜੱਜ ਕੇ ਰੋਇਆ, ਉਹਨੂੰ ਕਿਹਾ ਕਿ ਮੈਂ ਮਤਲਬ ਕਿ ਮੈਨੂੰ ਖਤਰਾ ਜਾਣ ਨੂੰ, ਪਾਕਿਸਤਾਨ ਦੇ ਵਿੱਚ ਮੈਂ ਨਹੀਂ ਰਹਿ ਸਕਦਾ, ਤਾਂ ਤੂੰ ਮੈਨੂੰ ਪਨਾਹ ਦੇ, ਇੱਥੇ ਸਿਆਸੀ ਪਨਾਹ। ਜੱਜ ਨੇ ਵੀ ਮਤਲਬ ਨਾ ਸੁਣੀ। ਉਹਨੇ ਕਿਹਾ ਕਿ ਮੈਂ ਤੈਨੂੰ ਪਨਾਹ ਨਹੀਂ ਦੇ ਸਕਦਾ, ਤੂੰ ਕ੍ਰਿਮੀਨਲ ਹੈ, ਤੇਰਾ ਰਿਕਾਰਡ ਨਹੀਂ ਸਹੀ ਹੈ ਡਾਕੂਮੈਂਟਸ ਦੇ ਵਿੱਚ, ਤੇਰੀ ਮਾਂ ਦਾ ਨਾਂ ਨਹੀਂ ਸਹੀ ਹੈ, ਤੂੰ ਕ੍ਰਿਮੀਨਲ ਕ੍ਰਾਈਮ ਕਰਕੇ ਆਇਆ ਆਪਣੇ ਮੁਲਕ ਦੇ ਵਿੱਚ, ਇਹ ਉਹ। ਮੈਂ ਦੱਸਿਆ ਉਹਨੂੰ, ਮੈਂ ਕਿਹਾ ਮੈਂ ਕ੍ਰਾਈਮ ਕੀ ਕਰਨਾ ਸੀ। ਮੈਂ ਕਿਹਾ ਮੈਂ ਤਾਂ ਕਦੀ ਨਾ ਲੜਾਈ ਨਾ ਝਗੜਾ ਕਿਸੇ ਨਾਲ, ਨਾ ਚੰਗੀ ਨਾ ਮਾੜੀ, ਗਰੀਬ ਜਿਹੇ ਬੰਦੇ ਅਸੀਂ। ਅਤੇ ਖੈਰ ਦੱਸਿਆ ਉਹਨੂੰ, ਬੜਾ ਸਮਝਾਇਆ, ਪਰ ਅਮਰੀਕਨ ਸਾਨੂੰ ਕਿੱਥੇ ਉਹਨਾਂ ਨੇ ਖਾਣੇ
ਗੱਲ ਬਿਠਾਵੇ ਗੈਰ ਮੁਸਲਮਾਨ ਵਾਲੇ, ਮੁਸਲਮਾਨ ਦਾ ਚਲੋ ਅਹਿਸਾਸ ਕਰ ਲੈਂਦਾ ਵੇ। ਉਹਨਾਂ ਨੇ ਕੋਈ ਨਾ ਅਹਿਸਾਸ ਕੀਤਾ। ਜੱਜ ਨੇ ਮੈਨੂੰ ਕਿਹਾ ਕਿ ਤੂੰ ਇਹਨੂੰ ਡਿਪੋਰਟ ਕਰ ਦਿਓ। ਉਹਨਾਂ ਮੇਰੇ ਇੱਥੇ ਅੰਗੂਠੇ ਵਗੈਰਾ ਕਰਾ ਲਏ, ਸਾਈਨ ਕਰਾ ਲਏ, ਥੰਮ ਲਗਵਾ ਲਏ। 5-6 ਦਿਨ ਲੰਘੇ ਤੇ ਪਾਕਿਸਤਾਨ ਅੰਬੈਸੀ ਦਾ ਕੌਂਸਲੇਟ ਆ ਗਿਆ। ਜ਼ੁਲਫਕਾਰ ਅਲੀ ਕਰਾਚੀ ਦਾ ਰਹਿਣ ਵਾਲਾ ਸੀ, ਬਹੁਤ ਨਾਈਸ ਬੰਦਾ ਸੀ, ਇੰਤਹਾਈ ਨਾਈਸ ਬੰਦਾ ਸੀ ਉਹ। ਪਾਕਿਸਤਾਨੀ ਅਗਰ ਮੈਨੂੰ ਮਿਲਿਆ ਦੁਨੀਆ 'ਚ ਤੇ ਲਾਈਫ 'ਚ ਤਾਂ ਪਹਿਲਾ ਪਾਕਿਸਤਾਨ ਮੈਨੂੰ ਮਿਲਿਆ ਅਮਰੀਕਾ 'ਚ। ਇੰਤਹਾਈ ਇੰਨਾ ਅੱਛਾ ਬੰਦਾ ਸੀ ਕੌਂਸਲੇਟ ਪਾਕਿਸਤਾਨ ਅੰਬੈਸੀ ਦਾ। ਉਹਨੇ ਮੈਨੂੰ ਕਿਹਾ ਕਿ ਉਹਨੇ ਮੇਰੇ ਕੋਲ ਸਾਰੀ ਮੇਰੀ ਰਾਮ ਕਹਾਣੀ ਸੁਣੀ ਕਿ ਤੂੰ ਕਿੱਦਾਂ ਆਇਆ, ਕਿਸ ਤਰ੍ਹਾਂ ਆਇਆ, ਤੈਨੂੰ ਉੱਥੇ ਕੀ ਸੀ ਗੱਲਬਾਤ ਪਾਕਿਸਤਾਨ। ਮੈਨੂੰ ਸਾਰੀ ਗੱਲਬਾਤ ਦੱਸੀ ਉਹਨੂੰ। ਉਹਨੇ ਕਿਹਾ ਕਿ ਤੈਨੂੰ ਉਹਨੇ ਇੰਟਰਵਿਊ ਦੇਣੀ ਕੋਈ ਨਹੀਂ, ਹੁਣ ਕੋਈ ਜੱਜ ਨੇ ਤੇਰਾ ਫੈਸਲਾ ਕਰ ਦਿੱਤਾ ਹੈ ਤੇ ਤੂੰ ਬਿਹਤਰੀ ਇੱਥੇ ਜ਼ਲੀਲ ਹੋਣ ਨਾਲ ਤੂੰ ਵਾਪਸ ਚੱਲ ਜਾ। ਜੇ ਤੂੰ ਆਖੇਗਾ ਮੈਂ ਨਹੀਂ ਜਾਣਾ, ਇਹਨਾਂ ਨੇ ਤੈਨੂੰ ਜੇਲ੍ਹ 'ਚ ਬਿਠਾਈ ਰੱਖਣਾ ਵੇ, 2 ਸਾਲ 3 ਸਾਲ 4 ਸਾਲ ਰੱਖਣਗੇ, ਫਿਰ ਤੈਨੂੰ ਜਾਣਾ ਪੈਣਾ ਵਾਪਸ। ਮੈਂ ਉਹਨੂੰ ਕਹਿ ਕੇ ਚਲੋ ਸੋਚਿਆ, ਮੈਂ ਫਿਰ ਘਰ ਮਸ਼ਵਰਾ ਕੀਤਾ, ਮੈਂ ਕਿਹਾ ਚਲੋ ਠੀਕ ਹੈ ਮੈਨੂੰ ਭੇਜ ਦਿਓ ਵਾਪਸ। ਮੈਂ ਫਿਰ ਵਾਪਸ ਆ ਗਿਆ ਵਾਂ। ਹੁਣ ਆ ਕੇ ਤੇ ਕਰਾਚੀ ਆਇਆ ਵਾਂ, ਮੈਨੂੰ ਉਹਨੇ ਵਾਪਸ ਭੇਜਤਾ। 10 ਅਪ੍ਰੈਲ ਨੂੰ ਮੇਰੀ ਫਲਾਈਟ ਸੀ ਅਮਰੀਕਾ ਤੋਂ ਰਾਤ। ਪਹਿਲਾਂ ਕੋਰੀਆ ਆਇਆ, ਫਿਰ ਮੈਂ ਕੋਰੀਆ ਤੋਂ ਬੈਂਕਾਕ ਨਾਲ ਮੈਨੂੰ ਭੇਜਦਾ ਏਅਰਪੋਰਟ 'ਤੇ, ਬੈਂਕਾਕ ਵਾਲਾ ਮੈਨੂੰ ਕਰਾਚੀ ਭੇਜ ਦਿੱਤਾ। ਜਦੋਂ ਮੈਂ ਕਰਾਚੀ ਆਇਆ ਤਾਂ ਕਰਾਚੀ ਵਾਲਿਆਂ ਮੈਨੂੰ ਫੜ ਲਿਆ, FIA ਵਾਲਿਆਂ ਨੇ। FIA ਵਾਲਿਆਂ ਫੜ ਕੇ ਮੈਨੂੰ ਕਾਫੀ ਜ਼ਿਆਦਾ ਜ਼ਲੀਲ ਕੀਤਾ, ਉਹਨਾਂ ਮੇਰੇ 'ਤੇ FIR ਕਰ ਦਿੱਤੀ। ਠੀਕ ਹੈ, ਅਸੀਂ ਨਾਲ ਕੋ ਮੁੰਡੇ ਮਲੇਸ਼ੀਆ ਨੂੰ ਡਿਪੋਰਟ ਹੋ ਕੇ ਆ ਰਹੇ ਹਨ ਉਸੇ ਫਲਾਈਟ ਦੇ ਵਿੱਚ, 9 ਮੁੰਡੇ ਹਨ। ਉਹਨਾਂ ਨੇ ਕੁਛ ਵੀ ਨਹੀਂ ਕਿਹਾ, ਉਹਨਾਂ ਨੂੰ ਛੱਡ ਦਿੱਤਾ ਉਹਨਾਂ ਨੇ। ਅਸੀਂ 2 ਮੁੰਡੇ ਅਮਰੀਕਾ ਦੇ ਹਾਂ, ਇੱਕ ਮੁੰਡਾ ਸੀ ਮੰਡੀ ਭਾਵਤ ਜੀ ਦਾ, ਉਹ ਮੈਨੂੰ ਆ ਕੇ ਬੈਂਕਾਕ ਮਿਲਿਆ। ਉਹ ਮੇਰੇ ਤੋਂ ਪਹਿਲੇ ਇੱਕ ਦਿਨ ਆ ਗਿਆ ਸੀ ਉੱਥੇ ਬੈਂਕਾਕ ਏਅਰਪੋਰਟ 'ਤੇ ਕਿਤੇ, ਉਹ ਵੀ ਡਿਪੋਰਟ ਹੀ ਹੋ ਕੇ ਆਇਆ ਸੀ ਅਮਰੀਕਾ ਤੋਂ। ਮੈਂ ਕੈਲੀਫੋਰਨੀਆ 'ਚ ਹੋਇਆ ਸੀ, ਉਹ ਨਿਊਯਾਰਕ 'ਚ ਡਿਪੋਰਟ ਹੋਇਆ ਸੀ। ਖੈਰ ਸਾਨੂੰ ਦੋਨਾਂ ਨੂੰ ਉਹਨਾਂ ਨੇ ਫੜ ਲਿਆ FIA ਵਾਲਿਆਂ ਨੂੰ, ਤੇ ਬਾਕੀ ਜਿਹੜੇ 9 ਮਲੇਸ਼ੀਆ ਨੂੰ ਡਿਪੋਰਟ ਹੋ ਕੇ ਆ ਰਹੇ ਹਨ ਉਹਨਾਂ ਨੂੰ ਛੱਡ ਦਿੱਤਾ, ਪੈਸੇ ਲੈ ਥੋੜ੍ਹੇ। ਅਸੀਂ ਖੈਰ ਉੱਥੇ ਏਅਰਪੋਰਟ 'ਤੇ ਰੱਖਿਆ, ਸਾਨੂੰ 2-3 ਘੰਟੇ ਅੰਦਰ ਰੱਖ ਕੇ ਸਾਨੂੰ ਉਹਨਾਂ ਨੇ ਥਾਣੇ ਲੈ ਕੇ FIR ਕਰਕੇ ਸਾਨੂੰ ਅੰਦਰ ਕਰ ਦਿੱਤਾ, ਚਲਾਨ ਕਰਾਇਆ, ਜੇਲ੍ਹ 'ਚ ਭੇਜ ਦਿੱਤਾ। ਜਿਹੜਾ ਮੇਰਾ IO ਸੀ ਮੇਰਾ, ਉਹ 5 ਲੱਖ ਰੁਪਈਆ ਮੰਗੇ ਕਿ 5 ਲੱਖ ਦੇ ਤੂੰ ਅਮਰੀਕਾ 'ਚ ਹੋ ਕੇ ਆਇਆ ਮੈਂ। ਉਹਨੂੰ ਵੇਖ ਕੇ ਮੈਂ ਪੈਸੇ ਦਾ ਬਹੁਤ ਸ਼ਾਇਦ, ਲੇਕਿਨ ਮੈਂ ਤਾਂ ਜਿਹੜੇ ਕੋਈ ਐਸਾ ਥੋੜ੍ਹੇ ਬਹੁਤੇ ਲੋਕਾਂ ਕੋਲ ਚੁੱਕੇ ਹਨ ਉਧਾਰੇ ਚੁੱਕ ਚੱਕ ਕੇ, ਤੇ ਮੈਂ ਤਾਂ ਜ਼ਲੀਲ ਹੋ ਕੇ ਖੱਦਰ ਸਾਹਿਬ ਕਰਕੇ 27-28 ਲੱਖ ਰੁਪਇਆ ਮੈਂ ਤਾਂ ਘਰ ਆ ਗਿਆ ਸਾਂ। ਉਹ 1 ਰੁਪਇਆ ਨਹੀਂ ਸੀ ਆਇਆ ਮੇਰੇ। ਖੈਰ ਮੈਨੂੰ ਕਿਹਾ ਕਿ ਤੂੰ ਮੇਰੇ ਕਾਫੀ ਸਰਦਗਰਮ ਹੋਇਆ, ਮੇਰੇ ਨੇ ਫਾਦਰ ਦਾ ਨੰਬਰ ਲਿਆ, ਮੇਰੇ ਫਾਦਰ ਨੂੰ ਕਾਲ ਕੀਤੀ ਉਹਨੇ, ਡੈਡੀ ਨੂੰ। ਡੈਡੀ ਨੇ ਕਿਹਾ ਕਿ ਇੰਨੇ ਪੈਸੇ ਹੁੰਦੇ ਮੈਨੂੰ ਦੇ ਦਿੰਦੇ, ਪਰ ਹੈ ਹੀ ਨਹੀਂ ਇਸ ਟਾਈਮ। ਇੱਥੇ ਖੁਦ ਜ਼ਲੀਲ ਹੋਏ ਹਾਂ ਬਹੁਤ ਜ਼ਿਆਦਾ, ਅਸੀਂ ਖੁਦ ਬਹੁਤ ਪਰੇਸ਼ਾਨ ਹੈ ਇਸ ਵਾਰ। ਉਹਨੇ ਫਿਰ ਕਹਾ ਆਂਦਾ ਚਲੋ 2 ਲੱਖ ਦੇ ਦਿਓ। ਖੈਰ ਡੈਡੀ ਨੇ ਕਿਹਾ ਕਿ 1 ਲੱਖ ਰੁਪਇਆ ਤੈਨੂੰ ਦੇਣਾ, ਤੂੰ ਇਹਨੂੰ ਸਾਡੇ ਮੁੰਡੇ ਨੂੰ ਛੱਡ ਦੇ ਇੱਥੋਂ ਹੀ। ਉਹਨੇ ਆਖਿਆ ਮੈਨੂੰ ਤੁਸੀਂ 5 ਲੱਖ ਵੀ ਦਿਓ ਨਾ, ਤੇ ਮੈਂ ਇਹਦੇ ਕੱਟਣੀ FIR ਹੀ ਹੈ ਫਿਰ ਵੀ, ਲੇਕਿਨ ਇਹ ਕਰਾਂਗਾ FIR ਹੌਲੀ ਕਰ ਦਾਂਗਾ, ਇਹਦਾ ਵਜ਼ਨ ਨਾ ਮੈਂ ਲੈਣ ਦਾਂਗਾ। ਮੈਂ ਡੈਡੀ ਨੇ ਆਖਿਆ ਕਿ FIR ਦਾ ਵਜ਼ਨ ਤਾਂ ਅੱਗੇ ਨਹੀਂ ਹੈ, ਡਿਪੋਰਟ ਹੋ ਕੇ ਆਇਆ ਵੇ। ਉਹ FIR ਕਿਹੜਾ ਕੋਈ ਕ੍ਰਾਈਮ ਕਰਕੇ ਆਇਆ ਉੱਥੇ, ਜਾਂ ਕਿਹੜਾ ਕੋਈ ਬੰਦਾ ਮਾਰ ਕੇ ਆਇਆ ਉੱਥੇ, ਜਾਂ ਕੋਈ ਚੋਰੀ ਟਿਕਟੀ ਕਰਕੇ ਆਇਆ ਜਿਹੜਾ ਤੂੰ ਇੱਥੇ FIR ਹੌਲੀ ਕਰਨੀ ਹੈ। ਡਿਪੋਰਟ ਦੀ FIR ਤੋਂ ਕਰ ਦੇ। ਖੈਰ ਉਹਨੇ ਗੁੱਸੇ ਨਾਲ ਮੇਰੀ FIR ਕੱਟ ਕੇ ਮੈਨੂੰ ਚਲਾਉਣ ਕਰਕੇ ਜੇਲ੍ਹ 'ਚ ਭੇਜ ਦਿੱਤਾ। 14 ਦਿਨ ਬਾਅਦ ਮੇਰੀ ਡੇਟ ਸੀ, 14 ਦਿਨ ਬਾਅਦ ਮੈਂ ਕੋਰਟ 'ਚ ਗਿਆ। ਜੱਜ ਨੇ ਮੈਨੂੰ, ਲੇਡੀ ਜੱਜ ਸੀ, ਉਹਨੇ ਮੈਨੂੰ ਆਖਿਆ ਕਿ ਤੂੰ 15 ਦਿਨ ਹੋਰ ਜੇਲ੍ਹ ਕੱਟ, ਮੈਂ ਜੁਰਮਾਨਾ ਤੈਨੂੰ ਨਹੀਂ ਕਰਨਾ, ਤੇ ਤੇਰੇ ਹਾਲਾਤ ਨਹੀਂ ਸਹੀ ਹੈ, ਤੇਰੇ ਕੋਲ ਪੈਸੇ ਪੂਸੇ ਨਹੀਂ ਹੈ, ਤੂੰ ਬਹੁਤ ਗਰੀਬ ਹੈ, 14-15 ਦਿਨ ਤੂੰ ਜੇਲ੍ਹ ਹੋਰ ਕੱਟ ਦੇ, ਤੈਨੂੰ ਫਿਰ ਵੈਸੇ ਰਿਲੀਜ਼ ਕਰ ਦਾਂਗੇ ਫਰੀ। ਚਲ ਮੈਂ ਖੈਰ 1 ਮਹੀਨਾ ਪੂਰਾ ਜੇਲ੍ਹ ਕੱਟੀ ਕਰਾਚੀ ਦੀ। ਮੈਨੂੰ ਉਹਨੇ 1 ਮਹੀਨੇ ਬਾਅਦ ਫਿਰ ਮੈਂ ਕੋਰਟ 'ਚ ਗਿਆ, ਮੈਨੂੰ ਉੱਧਰ ਰਿਲੀਜ਼ ਕਰ ਦਿੱਤਾ ਉਹਨੇ।